ਸਤਿ ਸ਼੍ਰੀ ਅਕਾਲ ਜੀ। ਹਮਦਰਦ ਟੀਵੀ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ ਤੇ ਪ੍ਰੋਗਰਾਮ ਦੇ ਵਿੱਚ ਹਾਜ਼ਰ ਹਾਂ ਜੀ ਲੈ ਕੇ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਜੋ ਹੁਣ ਤੱਕ ਦੀ ਅਪਡੇਸ਼ਨ ਆਈ ਹੈ, ਉਹਦੇ ਬਾਰੇ ਵਿੱਚ ਤੁਹਾਨੂੰ ਜਾਣਕਾਰੀ ਦੇਣ ਲਈ। ਤੁਹਾਨੂੰ ਜਾਣਕਾਰੀ ਦੇਣ ਲਈ ਜੀ ਜੁੜ ਚੁੱਕੇ ਨੇ ਸਾਡੇ ਨਾਲ ਆਈਐਸਐਸਸੀ ਇਮੀਗ੍ਰੇਸ਼ਨ ਤੋਂ ਮਿਸਟਰ ਮਨੂ ਦੱਤਾ। ਬਹੁਤ-ਬਹੁਤ ਸਵਾਗਤ ਹੈ ਸਰ ਤੁਹਾਡਾ। ਤਰਨ ਜੀ ਥੈਂਕ ਯੂ ਵੈਰੀ ਮਚ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਪ੍ਰੋਗਰਾਮ ਦੇਖਣ ਵਾਲੇ ਸਾਰੇ ਹੀ ਭੈਣਾਂ ਭਰਾਵਾਂ ਨੂੰ ਆਈਸੀਸੀ ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ ਐਮਡੀ ਤੇ ਆਰਡੀ ਰਿਪੂ ਦਮਨ ਸਿੰਘ ਢਿੱਲੋਂ ਤੇ ਮਨੂ ਦੱਤਾ ਵੱਲੋਂ ਪਿਆਰ ਭਰੀ ਦੇਂਗੀ ਸਤਿ ਸ੍ਰੀ ਅਕਾਲ ਜੀ। ਸਰ ਪੈਂਡੈਮਿਕ ਦੇ ਦੌਰਾਨ ਕਾਫੀ ਚੀਜ਼ਾਂ ਬੰਦ ਹੋ ਚੁੱਕੀਆਂ ਸੀ ਤੇ ਹੌਲੀ-ਹੌਲੀ ਹਰ ਲਾਈਫ ਜਿਹੜੀ ਆ ਪਟੜੀ ਤੇ ਆਉਣੀ ਸ਼ੁਰੂ ਹੋ ਚੁੱਕੀ ਹੈ। ਸਾਰੇ ਅਦਾਰੇ ਹੌਲੀ-ਹੌਲੀ ਕਰਕੇ ਖੁੱਲ੍ਹਣੇ ਸ਼ੁਰੂ ਹੋ ਚੁੱਕੇ ਨੇ। ਗੱਲ ਕਰੀਏ ਇਮੀਗ੍ਰੇਸ਼ਨ ਦੀ ਤਾਂ ਇਹ ਦੇਖਿਆ ਜਾ ਰਿਹਾ ਸੀ ਕਿ ਇਸ ਵਕਤ ਕੈਨੇਡੀਅਨ ਐਕਸਪੀਰੀਅੰਸ ਕਲਾਸ ਵਾਲਿਆਂ ਨੂੰ ਇਨਵੀਟੇਸ਼ਨਸ ਆ ਰਹੇ ਸੀ। ਲੇਟੈਸਟ ਅੱਜ ਵੀ ਇਨਵੀਟੇਸ਼ਨ ਦੀ ਵੇਟ ਹੋ ਰਹੀ ਸੀ ਕਿ ਅੱਜ ਵੀ ਕੋਈ ਇਨਵੀਟੇਸ਼ਨ ਆਇਆ। ਬਿਲਕੁਲ ਤਰਨ ਜੀ, ਅੱਜ ਵੀ 341 ਇਨਵੀਟੇਸ਼ਨ ਪੀਐਨਪੀ ਹੋਲਡਰਸ ਨੂੰ ਦਿੱਤੇ ਗਏ ਨੇ। ਸੋ ਜਿਨ੍ਹਾਂ ਦਾ ਪੁਆਇੰਟ 743 ਸੀਗੇ ਉਹਨਾਂ ਨੂੰ 341 ਇਨਵੀਟੇਸ਼ਨ ਅੱਜ ਦਿੱਤੇ ਗਏ ਨੇ। ਐਂਡ ਹੋਪਫੁਲੀ ਬਾय द एंड ऑफ दिस डे ਜਾਂ ਫਿਰ ਟੁਮਾਰੋ अर्ਲੀ ਮਾਰਨਿੰਗ ਵੀ ਵਿਲ ਹੈਵ ਅਨਦਰ ਡਰਾ ਆਫ ਕੈਨੇਡੀਅਨ ਐਕਸਪੀਰੀਅੰਸ ਕਲਾਸ। ਸੋ ਆ ਜਿਹੜਾ ਡਰਾ ਹੈਗਾ ਲਾਸਟ 440 ਤੇ ਗਿਆ ਸੀਗਾ, ਤੁਹਾਨੂੰ ਪਤਾ ਹੈਗਾ। ਤੇ ਅੱਜ ਨੈਕਸਟ ਵੀਕ ਸਾਨੂੰ ਅੱਜ ਜਾਂ ਕੱਲ ਦਾ ਸਾਡਾ ਜਿਹੜਾ ਡਰਾ ਐਕਸਪੈਕਟਡ ਹੈਗਾ ਉਹ 330 ਤੋਂ 430 ਤੋਂ ਲੈ ਕੇ 435 ਦੇ ਵਿੱਚ ਐਕਸਪੈਕਟਡ ਹੈਗਾ। ਸੋ ਹੋਪਫੁਲੀ ਲੋਟ ਆਫ ਪੀਪਲ, ਲੋਟ ਆਫ ਸਟੂਡੈਂਟਸ ਵਿਲ ਗੈਟ ਪਿਕਡ ਅਪ। ਇੱਕੋ ਹੀ ਚੀਜ਼ ਕਹਿਣਾ ਚਾਹਾਂਗਾ ਕਿ ਜਿੰਨੇ ਵੀ ਸਟੂਡੈਂਟਸ ਜਾਂ ਜਿੰਨੇ ਇੰਟਰਾ ਕੰਪਨੀ ਟ੍ਰਾਂਸਫਰੀਜ਼ ਇਸ ਟਾਈਮ ਕੈਨੇਡਾ ਦੇ ਵਿੱਚ ਮੌਜੂਦ ਹੈਗੇ ਨੇ, ਉਹਨਾਂ ਨੂੰ ਇੱਕੋ ਹੀ ਸੁਜੈਸ਼ਨ ਕਿ ਆਪਣਾ ਜਿਹੜਾ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਹੈਗਾ ਉਹ ਚੰਗੀ ਤਰ੍ਹਾਂ ਕ੍ਰੀਏਟ ਕਰੋ। ਮੇਕ ਸ਼ੋਰ ਕਿ ਤੁਸੀਂ ਆਪਣੀ ਜੇ ਪਿਛਲੀ ਕੋਈ ਜੌਬ ਆਫਰ ਹੈਗੀ ਹੈ, ਪਿਛਲਾ ਕੋਈ ਐਕਸਪੀਰੀਅੰਸ ਸ਼ੋ ਕੀਤਾ ਹੋਇਆ ਹੈ, ਉਹ ਇਟ ਇਜ਼ done and put up in a proper way. Even ਬਹੁਤ ਸਾਰੇ ਸਾਨੂੰ ਕੁਐਸਚਨਸ ਆਉਂਦੇ ਨੇ ਕਿ ਜੀ ਅਸੀਂ ਪੇ ਜਿਹੜੀ ਲਿੱਤੀ ਹੋਈ ਸੀਗੀ ਉਹ ਸੈਲਰੀ ਜਿਹੜੀ ਲਿੱਤੀ ਹੋਈ ਸੀ ਕੈਸ਼ ਲਿੱਤੀ ਹੋਈ ਸੀਗੀ, ਬਟ ਸਾਡੇ ਕੋਲ ਅਪਾਇੰਟਮੈਂਟ ਲੈਟਰਸ ਹੈਗੀਆਂ। ਜੇ ਤੁਹਾਡੇ ਕੋਲ ਅਪਾਇੰਟਮੈਂਟ ਲੈਟਰਸ ਹੈਗੀਆਂ ਐਂਡ ਤੁਸੀਂ ਸਟੱਡੀ ਪਰਮਿਟ ਲੈਣ ਲੱਗਿਆ ਆਪਣਾ ਸਾਰੀ ਇਨਫੋਰਮੇਸ਼ਨ ਪੁੱਟ ਅਪ ਕੀਤੀ ਸੀ ਕਿ ਤੁਹਾਡਾ ਡੈਜ਼ਿਗਨੇਸ਼ਨ ਕੀ ਹੈ, ਕਿਹੜੀ ਕੰਪਨੀ ਦੇ ਕਿੰਨਾ ਅਰਸਾ ਕੰਮ ਕੀਤਾ, ਤੇ ਤੁਸੀਂ ਉਹ ਪੀਰੀਅਡ ਨੂੰ ਕਲੇਮ ਕਰ ਸਕਦੇ ਹੈਗੇ ਹੋ, ਉਹਦੇ ਪੁਆਇੰਟਸ ਕਲੇਮ ਕਰ ਸਕਦੇ ਹੋ। ਸੋ it has to be done in a proper way and information ਚਾਹੀਦੀ ਹੈ ਤੇ ICC ਇਮੀਗ੍ਰੇਸ਼ਨ ਦੀ ਟੀਮ ਦੇ ਨਾਲ you can always get in touch with us and ਇੱਕੋ ਹੀ ਚੀਜ਼ ਕਿ do it properly rather than doing it and do it one time only। ਇਹ ਨਾ ਹੋਵੇ ਕਿ ਇੱਕ ਗਲਤੀ ਤੁਹਾਨੂੰ 6 ਮਹੀਨੇ 8 ਮਹੀਨੇ 12 ਮਹੀਨੇ ਪਿੱਛੇ ਖਿੱਚ ਕੇ ਲੈ ਜਾਵੇ। ਜੀ ਸਰ, ਇਸ ਵਾਰ ਦੀ ਗੱਲ ਕਰੀਏ ਤਾਂ ਆਪਾਂ ਜੇ ਅਪ੍ਰੈਲ ਮੰਥ ਦੀ ਗੱਲ ਕਰੀਏ, ਜਿਹੜੇ ਇਸ ਵਾਰੀ ਇਨਵੀਟੇਸ਼ਨਸ ਆਏ, ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਵੀ ਡਿਸਕਸ਼ਨ ਕਰ ਰਹੇ ਸੀ ਕਿ ਕਾਫੀ ਲੋਐਸਟ ਸਕੋਰ ਗਿਆ ਜਿਹੜਾ ਇਨਵੀਟੇਸ਼ਨਸ ਦਾ ਰਿਹਾ, ਜਿਹੜੇ ਵੀ ਪੀਆਰ ਦੇ ਲਈ ਆਏ ਆ ਅੱਗੇ, ਜਦ ਕਿ ਤੁਸੀਂ ਕਹਿ ਰਹੇ ਸੀ ਕਿ ਇਹ ਹੁਣ ਤੱਕ ਦਾ ਸਭ ਤੋਂ ਲੋਐਸਟ ਨੰਬਰ ਰਿਹਾ ਵਾ 4000। ਤਰਨ ਜੀ, ਹੁੰਦਾ ਕੀ ਹੈਗਾ ਕਿ ਹਰ ਸਾਲ ਦਾ ਜਿਹੜਾ ਕੋਟਾ ਹੈਗਾ ਨਾ ਇਮੀਗ੍ਰੈਂਟਸ ਦਾ, ਉਹ ਹੈਗਾ 340, 350, 350 ਦੇ ਵਿੱਚ। ਹਰ ਸਾਲ ਹਰ ਮਹੀਨੇ ਤਕਰੀਬਨ 25 ਤੋਂ 30 ਹਜ਼ਾਰ ਐਪਲੀਕੈਂਟਸ ਨੂੰ ਇਮੀਗ੍ਰੇਸ਼ਨ ਦਿੱਤੀ ਜਾਂਦੀ ਹੈ, ਪੀਆਰ ਦਿੱਤਾ ਜਾਂਦੀ ਹੈਗੀ ਹੈ। ਐਂਡ ਉਹਨਾਂ ਦਾ ਪੀਆਰ ਪ੍ਰੋਸੈਸ ਸੀਓਪੀਆਰ ਦੇ ਨਾਲ ਕੰਪਲੀਟ ਵੀ ਹੋ ਜਾਂਦਾ ਹੈਗਾ ਜਦੋਂ ਤੁਸੀਂ ਉਹ ਸੀਓਪੀਆਰ ਲੈ ਕੇ ਬਾਰਡਰ ਤੇ ਜਾਂਦੇ ਹੈਗੇ ਹੋ। ਤੇ it is first time in the history of Canada after 1940 ਕਿ ਅਪ੍ਰੈਲ ਦੇ ਮਹੀਨੇ ਦੇ ਵਿੱਚ ਸਿਰਫ 4000 ਲੋਕਾਂ ਦੀ ਇਮੀਗ੍ਰੇਸ਼ਨ ਕੰਪਲੀਟ ਹੋਈ ਹੈ। ਸੋ it is only because of pandemic ਕਿ ਆ ਸਿਚੁਏਸ਼ਨ ਅਰਾਈਜ਼ ਹੋਈ ਹੈ। ਅਦਰਵਾਈਜ਼ ਨਾਰਮਲ ਜਿਹੜਾ ਟਾਰਗੇਟ ਹੈਗਾ ਸਾਲ ਦਾ 2020, 2021, 2022 3,40,000 ਇਮੀਗ੍ਰੈਂਟਸ ਹਰ ਸਾਲ ਦਾ ਹੈਗਾ। ਹਾਲੇ ਗਵਰਨਮੈਂਟ ਨੇ ਕੋਈ ਵੀ ਜਾਂ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਵੱਲੋਂ ਜਾਂ IRCC ਵੱਲੋਂ ਕੋਈ ਵੀ ਇਹੋ ਜਿਹੀ ਅਪਡੇਟ ਨਹੀਂ ਆਈ ਕਿ 2020 ਦਾ ਟਾਰਗੇਟ ਘਟੇਗਾ। ਟੈਂਪਰੇਰੀਲੀ ਯੈਸ ਇਟ ਹੈਜ਼ ਦ ਇੰਪੈਕਟ ਇਜ਼ देयर। ਅਪ੍ਰੈਲ ਮਹੀਨਾ ਇਫੈਕਟ ਹੋਇਆ, ਜੂਨ ਮੇ ਵੀ ਇਫੈਕਟ ਹੋਇਆ ਐਂਡ ਹੋਪਫੁਲੀ ਜੂਨ ਵੀ ਥੋੜਾ ਜਿਹਾ ਇੰਪੈਕਟ ਰਹੇਗਾ। ਬਟ ਆਉਣ ਵਾਲੇ ਸਮੇਂ ਦੇ ਵਿੱਚ, ਆਉਣ ਵਾਲੇ ਮਹੀਨਿਆਂ ਦੇ ਵਿੱਚ ਸਾਰਾ ਕਵਰ ਅਪ ਹੋ ਜਾਏਗਾ ਐਸੇ ਵਾਸਤੇ। ਬਟ ਇਟ ਇਜ਼ ਜੇ ਥੋੜੇ ਜਿਹੇ ਨੰਬਰ ਥੱਲੇ ਗਏ ਨੇ, ਇਟ ਇਜ਼ ਗੁੱਡ ਫॉर ਜਿਹੜੇ ਸਟੂਡੈਂਟਸ ਜਿਹੜੇ ਕੈਨੇਡਾ 'ਚ ਮੌਜੂਦ ਹੈਗੇ ਨੇ, ਬਿਕੋਜ਼ 440 ਤੇ ਅਦਰਵਾਈਜ਼ ਸੋਚ ਹੀ ਨਹੀਂ ਸਕਦੇ ਸੀ ਕਿ 440 ਤੇ ਸਾਡੀ ਐਪਲੀਕੇਸ਼ਨ ਪਿਕ ਹੋ ਸਕਦੀ ਹੈ। ਸੋ ਦਿਸ ਇਜ਼ ਓਨਲੀ I think it is a good for them, but students ਨੂੰ ਇੱਕ ਚੀਜ਼ ਜ਼ਰੂਰ ਪਲਾਨ ਕਰਕੇ ਚੱਲਣਾ ਪਏਗਾ, ਬਿਕੋਜ਼ ਜਿਹੜਾ ਬਹੁਤ ਸਾਰੇ ਸਟੂਡੈਂਟਸ ਇਸ ਤੇ ਸਿਰਫ ਓਨਟਾਰੀਓ PNP ਦੀ ਵੇਟ ਕਰ ਰਹੇ ਨੇ ਕਿ ਅਸੀਂ ਓਨਟਾਰੀਓ ਦੇ ਵਿੱਚ ਸਾਡਾ PNP ਇੰਪਲੋਇਰ ਸਾਡੇ ਕੋਲ ਹੈਗਾ ਹੈ ਤੇ ਇੰਪਲੋਇਰ ਸਾਨੂੰ ਸਪੋਰਟ ਕਰੇਗਾ। ਐਸੇ ਸਪੋਰਟ ਦੇ ਵਾਸਤੇ ਐਂਡ ਐਸੇ ਉਮੀਦ ਦੇ ਨਾਲ ਤਕਰੀਬਨ 70-80 ਹਜ਼ਾਰ ਸਟੂਡੈਂਟ ਇਸ ਟਾਈਮ ਓਨਟਾਰੀਓ ਦੇ ਵਿੱਚ ਬੈਠਾ ਵੇਟ ਕਰ ਰਿਹਾ ਹੈਗਾ ਕਿ ਮੇਰੀ ਐਪਲੀਕੇਸ਼ਨ ਪਿਕ ਹੋ ਜਾਏਗੀ। ਇੱਕੋ ਚੀਜ਼ ਕਹਿਣਾ ਚਾਹਾਂਗਾ, ਡੂ ਨਾਟ ਵੇਟ
ਐਂਡ ਡੂ ਨਾਟ ਪੁੱਟ ਅਪ ਅ ਹੋਪ ਅਗੇਂਸਟ ਹੋਪ। ਜੇ ਤੁਹਾਨੂੰ ਸੀਰੀਅਸਲੀ ਐਂਡ ਜੈਨੂਇਨਲੀ ਲੱਗਦਾ ਤੁਹਾਡੀ ਐਪਲੀਕੇਸ਼ਨ ਪਿਕ ਹੋਏਗੀ, ਓਨਲੀ ਸਟੇ ਹੇਅਰ ਦੈਨ, ਅਦਰਵਾਈਜ਼ ਪਲਾਨ ਟੂ ਮੂਵ ਆਊਟ ਟੂ ਅਦਰ ਪ੍ਰੋਵਿੰਸਸ। ਬਹੁਤ ਸਾਰੇ ਸਟੂਡੈਂਟਸ ਹੈਗੇ ਨੇ ਜਿਹੜੇ ਜਿਨ੍ਹਾਂ ਦੇ 1.5 ਸਾਲ ਨਿਕਲ ਚੁੱਕੇ ਨੇ, 6 ਮਹੀਨੇ ਬਾਕੀ ਰਹਿ ਗਏ ਨੇ ਉਸ ਕੈਟੇਗਰੀ ਦੇ ਵਿੱਚ ਜਾਣ ਵਾਸਤੇ, EMPLOYER ਡਰਿਵਨ ਸਟਰੀਮ ਦੇ ਵਿੱਚ, ਇੰਟਰਨੈਸ਼ਨਲ ਸਟੂਡੈਂਟ ਸਟਰੀਮ ਦੇ ਵਿੱਚ ਜਾਣ ਵਾਸਤੇ। ਬਟ 2 ਸਾਲ ਦੇ ਬਾਅਦ ਉਹ ਆਪਸ਼ਨ ਖਤਮ ਹੋ ਜਾਏਗੀ। ਐਂਡ ਈਵਨ ਜੇ ਅਟਲਾਂਟਿਕ ਦੇ ਵਿੱਚ ਜਾ ਕੇ ਵੀ ਕੰਮ ਕਰਨਾ ਤੁਹਾਨੂੰ ਘੱਟੋ ਘੱਟ 1 ਸਾਲ ਵਾਸਤੇ ਓਪਨ ਰੱਖਣਾ ਪਏਗਾ ਆਪਣੇ ਆਪ ਨੂੰ। ਜੇ ਤੁਹਾਡੇ ਕੋਲ 1 ਸਾਲ ਦਾ ਐਕਸਪੀਰੀਅੰਸ ਉੱਥੇ ਨਹੀਂ ਬਣੇਗਾ ਤੇ ਤੁਹਾਡੀ ਉੱਥੇ ਵੀ PR ਮੁਸ਼ਕਲ ਹੋ ਜਾਏਗੀ। ਸੋ ਡੂ ਨਾਟ ਵੇਸਟ ਯੋਰ ਟਾਈਮ ਹੇਅਰ, ਪਲਾਨ ਇਟ ਆਊਟ ਇਨ ਸੱਚ ਅ ਵੇ ਕਿ ਤੁਹਾਨੂੰ ਪਤਾ ਹੋਵੇ ਰੀਅਲਿਸਟਿਕਲੀ ਕਿ ਤੁਹਾਡੇ ਵਾਸਤੇ ਆਪਸ਼ਨਸ ਕਿਹੜੀਆਂ ਵਰਕ ਹੋਣ ਵਾਲੀਆਂ ਹੈ। ਬਿਲਕੁਲ ਸਰ, ਤੁਸੀਂ ਜਿਵੇਂ ਸਟੂਡੈਂਟਸ ਦੀ ਗੱਲ ਕੀਤੀ ਆ ਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਵਾਲਿਆਂ ਨੂੰ ਇਸ ਵਕਤ ਜਿਵੇਂ ਸਕੋਰਸ ਨੀਚੇ ਜਾ ਰਹੇ ਨੇ, ਕਿਉਂਕਿ ਅੰਟਾਰੀਓ ਵਿੱਚ ਅਸੀਂ ਪਹਿਲਾਂ ਗੱਲ ਕਰ ਰਹੇ ਸੀ ਕਿ 470 480 ਤੱਕ ਮੀਟ ਕਰਨਾ ਬਹੁਤ ਮੁਸ਼ਕਿਲ ਹੋ ਰਿਹਾ। ਸੋ ਜਿਵੇਂ ਜਿਵੇਂ ਹੁਣ ਪੁਆਇੰਟਸ ਘੱਟ ਰਹੇ ਨੇ, ਬਟ ਹਜੇ ਵੀ ਕਈ ਸਟੂਡੈਂਟਸ ਇਹੋ ਜਿਹੇ ਹੈਗੇ ਨੇ ਪੁਆਇੰਟਸ ਨੇ ਮੀਟ ਕਰ ਸਕਦੇ ਨੇ, ਪਰ ਆਇਲਸ ਦੇ ਕਰਕੇ ਹਜੇ ਉਹ ਵਿੱਚ ਵਿਚਾਲੇ ਬੈਠੇ ਨੇ। ਕੋਈ ਚਾਂਸ ਹੈ ਕਿ ਆਇਲਸ ਕਦੋਂ ਓਪਨ ਹੋ ਰਹੀ ਹੈ? ਕਿਉਂਕਿ ਸੁਣਨ ਵਿੱਚ ਆ ਰਿਹਾ ਸ਼ਾਇਦ ਕੈਲਗਰੀ ਦੇ ਵਿੱਚ ਓਪਨ ਹੋਣ ਜਾ ਰਹੀ ਹੈ। ਤਰਨ ਜੀ, ਸਾਰੇ ਸੈਂਟਰਸ ਇਕੱਠੇ ਹੀ ਓਪਨ ਹੋਣਗੇ ਐਂਡ ਹੋਪਫੁਲੀ ਦੇ ਵੁੱਡ ਓਪਨ ਅਪ ਸਮਵੇਅਰ ਐਂਡ ਆਫ ਦਿਸ ਮੰਥ ਜਾਂ ਅਰਲੀ ਜੁਲਾਈ ਦੇ ਵਿੱਚ। ਜੀ ਸੋ ਆ ਐਕਸਪੈਕਟੇਸ਼ਨਸ ਹੈਗੀਆਂ ਕਿ ਜਿਹੜੇ ਆਪਸ਼ਨਸ ਖੁੱਲਣਗੀਆਂ ਆਈਲੈਟਸ ਜਾਂ ਸੈਲਪਿਪ ਦੀ। ਜੀ ਬਿਲਕੁਲ, ਇੱਕ ਦਰਸ਼ਕ ਪਹਿਲਾਂ ਸਾਡੇ ਜੁੜ ਚੁੱਕੇ ਨੇ, ਉਹਨਾਂ ਦੇ ਸਵਾਲ ਲੈ ਲਈਏ ਅਸੀਂ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਮੈਂ ਸਰਨ ਤੋਂ ਗੱਲ ਕਰ ਰਿਹਾ। ਜੀ ਸਰ, ਦੱਸੋ ਕੀ ਪੁੱਛਣਾ ਤੁਸੀਂ? ਹਾਂਜੀ, ਮੈਂ ਇਹ ਪੁੱਛਣਾ ਚਾਹੁੰਦਾ ਸੀਗਾ, ਜਿੱਦਾਂ ਕਿ ਮੇਰੇ ਕੋਲ ਨਾ ਫਾਰਮਿੰਗ ਦਾ ਵਰਕ ਪਰਮਿਟ ਸੀਗਾ ਪਹਿਲਾਂ, ਤੇ ਉਹ 2000 ਮਤਲਬ ਅਪ੍ਰੈਲ ਦੇ ਵਿੱਚ ਖਤਮ ਹੋ ਗਿਆ ਸੀਗਾ। ਤੇ ਫਿਰ ਮੇਰੀ ਇੱਥੇ ਮੈਰਿਜ ਹੋਈ ਸੀਗੀ ਐਂਡ ਸਪਾਊਸ ਮੇਰਾ ਓਪਨ ਵਰਕ ਪਰਮਿਟ ਅਪਲਾਈ ਕੀਤਾ ਹੋਇਆ ਵਾ, ਤੇ ਮੇਰੇ ਬਾਇਓਮੈਟ੍ਰਿਕ ਨਹੀਂ ਹੋਏ ਅਜੇ। ਐਂਡ ਮੈਂ ਜਿਹੜਾ ਪੁਰਾਣਾ ਸੀਗਾ ਮੈਂ ਉੱਥੇ ਕੰਮ ਕੀਤਾ ਨਾ, ਜਿੱਦਾਂ ਮੈਂ ਹੁਣ ਕਿਤੇ ਵੀ ਕੰਮ ਕਰ ਸਕਦਾ ਵਾਂ ਕਿ ਮੈਨੂੰ ਵਰਕ ਪਰਮਿਟ ਦੀ ਵੇਟ ਕਰਨੀ ਪੈਣੀ ਹੈ ਓਪਨ ਦੀ? ਜੀ ਮਨੂ ਦੱਤਾ ਜੀ, ਤੁਹਾਨੂੰ ਸਵਾਲ ਸੁਣ ਗਿਆ ਕਿ ਰਿਪੀਟ ਕੀਤਾ ਜਾਵੇ? ਇਹਨਾਂ ਦਾ ਵਰਕ ਪਰਮਿਟ ਕਦੋਂ ਐਕਸਪਾਇਰ ਹੋਇਆ? ਇਹਨਾਂ ਦਾ ਵਰਕ ਪਰਮਿਟ ਜੀ ਅਪ੍ਰੈਲ 2020 ਚ ਹੋਇਆ। ਸਰ ਤੁਹਾਡਾ ਅਪ੍ਰੈਲ 2020 ਵਿੱਚ ਹੋਇਆ? ਹਾਂ, ਨਹੀਂ ਫਿਨਿਸ਼ ਹੋ ਗਿਆ ਸੀ 1 ਅਪ੍ਰੈਲ ਨੂੰ। 1 ਅਪ੍ਰੈਲ ਤੋਂ ਪਹਿਲਾਂ ਹੀ ਮੈਂ ਅਪਲਾਈ ਕਰਤਾ ਸੀਗਾ। ਜੀ 1 ਅਪ੍ਰੈਲ ਤੋਂ ਪਹਿਲਾਂ ਕਹਿੰਦੇ ਅਪਲਾਈ ਕਰ ਦਿੱਤਾ ਸੀ, 1 ਅਪ੍ਰੈਲ ਨੂੰ ਖਤਮ ਹੋਇਆ ਉਹਨਾਂ ਦਾ। ਹਾਂਜੀ, ਫਾਰਮਿੰਗ ਜੀ ਆਪਾਂ ਸਰ ਟੀਵੀ ਸਕਰੀਨ ਤੇ ਹੁਣ ਆਂਸਰ ਤੁਸੀਂ ਦੇਈਏ। ਫਾਰਮਿੰਗ ਦੇ ਵਿੱਚ ਹੀ ਕਰਨਾ ਚਾਹੁੰਦੇ ਹੋ ਕੰਮ? ਸਰ ਤੁਸੀਂ ਹੁਣ ਫਾਰਮਿੰਗ ਵਿੱਚ ਹੀ ਕੰਮ ਕਰਨਾ ਚਾਹੁੰਦੇ ਹੋ? ਨਹੀਂ, ਮੈਂ ਕਿਤੇ ਹੋਰ ਕੰਮ ਕਰਨਾ ਚਾਹੁੰਦਾ ਜੀ ਟੈਕਨੀਕਲੀ ਹੀ ਸ਼ੁੱਡ ਬੀ ਵੇਟਿੰਗ ਬਿਕੋਜ਼ ਓਕੇ, ਆਪਾਂ ਇਹਨਾਂ ਦਾ ਟੀਵੀ ਜਿਹੜਾ ਸਕਰੀਨ ਤੇ ਇਹਨਾਂ ਪਹਿਲਾ ਨੂੰ ਆਨਸਰ ਦੇਈਏ ਸਰ? ਹਾਂਜੀ ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ। ਮੈਨੂੰ ਜੀ ਨਾਲ ਕੁਐਸਚਨ ਸੀਗਾ। ਜੀ ਸਰ, ਕਿੱਥੋਂ ਬੋਲ ਰਹੇ ਹੋ ਤੁਸੀਂ? ਮੈਂ ਜੀ ਬੈਂਪਟਨ ਤੋਂ ਬੋਲਦਾ ਪਿਆ। ਜੀ ਦੱਸੋ ਕੀ ਪ੍ਰਸ਼ਨ ਹੈ ਤੁਹਾਡਾ? ਹਾਂਜੀ, ਕੁਐਸਚਨ ਮੇਰਾ ਇਹ ਸੀਗਾ ਕਿ PGP ਦੇ ਵਿੱਚ ਅਪਲਾਈ ਕੀਤਾ ਹੋਇਆ ਸੀ ਪੇਰੈਂਟਸ ਦਾ ਕੇਸ, ਤੇ 13 ਮਹੀਨੇ ਹੋ ਗਏ ਸੀਗੇ ਤੇ ਕੋਈ ਅਪਡੇਟ ਨਹੀਂ ਆਈ ਸੀਗੀ। ਮੈਡੀਕਲ ਤੇ ਬਾਇਓਮੈਟ੍ਰਿਕਸ ਉਹਨਾਂ ਨੂੰ ਰਿਸੀਵ ਹੋ ਗਏ ਸੀਗੇ, ਤੇ ਫਾਈਲ ਜਿਹੜੀ ਸੀਗੀ ਉਹ ਨਿਊ ਦਿੱਲੀ ਸੀਗੀ। ਤੇ ਮੈਨੂੰ ਇਹ ਪੁੱਛਣਾ ਸੀਗਾ ਕਿ ਨਿਊ ਦਿੱਲੀ ਲਾਈਕ ਐਮਬੈਸੀ ਦੇ ਵਿੱਚ ਫਾਈਲਸ ਪ੍ਰੋਸੈਸ ਹੋ ਰਹੀਆਂ ਨੇ ਜਾਂ ਐਮਬੈਸੀ ਨਿਊ ਦਿੱਲੀ ਕਲੋਜ਼ ਹੈਗੀ ਹੈ ਹਲੇ? ਜੀ ਮਨੂ ਦੱਤਾ ਜੀ, ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਜਾਂ ਫਿਰ ਆਪਾਂ ਇਹਨਾਂ ਨੂੰ ਟੀਵੀ ਸਕਰੀਨ ਤੇ ਆਨਸਰ ਦਈਏ? ਆਨਸਰ ਜੀ ਤੁਸੀਂ ਟੀਵੀ ਸਕਰੀਨ ਤੇ ਜੀ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ। ਆਪਾਂ ਇੱਕ ਵਾਰੀ ਇੱਕ ਥੋੜੀਆਂ ਜਿਹੇ ਕੁਝ ਕੁਐਸਚਨਸ ਲੈ ਕੇ ਇਕੱਠੇ ਇਹਨਾਂ ਦੇ ਜਵਾਬ ਦੇ ਦਿੰਦੇ ਹਾਂ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਹੈ ਸਟੂਡੈਂਟ ਦਾ ਵਰਕ ਪਰਮਿਟ ਅਪਲਾਈ ਕਰਨ ਵਾਸਤੇ। ਮੇਰੀ ਕਜ਼ਨ ਇੱਥੇ ਸਟੂਡੈਂਟ ਵੀਜ਼ਾ ਤੇ ਹੈ, ਉਹਦਾ ਸਟੂਡੈਂਟ ਵੀਜ਼ਾ ਐਕਸਪਾਇਰ ਹੋ ਗਿਆ 30th ਆਫ ਮਾਰਚ ਨੂੰ, ਬਟ ਉਹਦੀ ਐਜੂਕੇਸ਼ਨ ਲਈ ਥੋੜਾ ਜ਼ਿਆਦਾ ਟਾਈਮ ਲੱਗ ਗਿਆ। ਉਹਦੀ ਐਜੂਕੇਸ਼ਨ ਖਤਮ ਹੋਣੀ ਸੀ ਬਾਈ ਦੀ ਐਂਡ ਆਫ ਅਪ੍ਰੈਲ। ਤਾਂ ਉਸਨੇ ਫੈਬਰੂਰੀ ਦੇ ਵਿੱਚ ਸਟੂਡੈਂਟ ਵੀਜ਼ਾ ਰਿਨਿਊ ਕਰਨ ਲਈ ਆਪਣੀ ਫਾਈਲ ਲਾ ਦਿੱਤੀ, ਬਟ ਬਾਅਦ ਵਿੱਚ ਕੋਵਿਡ ਦੇ ਕਰਕੇ ਸਾਰਾ ਕੁਝ ਡਿਲੇ ਹੋ ਗਿਆ ਤੇ ਬਾਇਓਮੈਟ੍ਰਿਕਸ ਨਹੀਂ ਕਰ ਸਕੀ ਉਹ। ਔਰ ਉਸ ਤੋਂ ਬਾਅਦ ਹੁਣ ਉਹ ਕੁਝ ਵੀ ਨਹੀਂ ਆਇਆ, ਬਟ ਉਹਨਾਂ ਨੇ ਵਰਕ ਪਰਮਿਟ ਲਈ ਅਪਲਾਈ ਕਰਨਾ। ਤਾਂ ਕੁਐਸਚਨ ਇਹ ਹੈ ਕਿ while she is still waiting for her study visa, can she go ahead and apply for her work permit, ਜਾਂ ਉਹਨੂੰ ਵੇਟ ਕਰਨੀ ਚਾਹੀਦੀ ਹੈ ਫਿਰ ਅਪਲਾਈ ਕਰਨਾ ਚਾਹੀਦਾ ਹੈ, ਜਾਂ ਟਾਈਮ ਲੱਗ ਰਿਹਾ ਹੈ ਅਪਲਾਈ ਕਰ ਦੇਵੇ ਵਰਕ ਪਰਮਿਟ ਲਈ? ਔਰ ਅਗਰ ਅਪਲਾਈ ਕਰ ਰਹੀ ਤਾਂ ਉੱਥੇ ਉਹ ਕੀ ਫਿਲ ਕਰੇ ਆਨਲਾਈਨ ਦੇ ਵਿੱਚ ਕਿ ਉਹਨਾਂ ਨੇ ਵਰਕ ਪਰਮਿਟ ਦਾ ਨੰਬਰ ਚਾਹੀਦਾ ਹੁੰਦਾ ਹੈ, ਉਹ ਪੁਰਾਣਾ ਜਿਹੜਾ ਐਕਸਪਾਇਰਡ ਹੈ ਉਹਦਾ ਨੰਬਰ ਪਾਏ, ਜਾਂ ਕੋਈ ਨਵਾਂ ਫਾਈਲ ਨੰਬਰ ਜੋ ਵੀ ਆਨਲਾਈਨ ਐਪਲੀਕੇਸ਼ਨ ਨੰਬਰ ਹੈ ਉਹ ਪਾ ਦੇ? ਜੀ ਤੁਹਾਡਾ ਸਵਾਲ ਬੜਾ ਲੰਬਾ ਸੀ, ਉਮੀਦ ਕਰਦੇ ਹਾਂ ਮਨੂ ਦੱਤਾ ਜੀ ਨੇ ਸੁਣ ਗਿਆ ਹੋਵੇਗਾ। ਜੀ ਤੁਹਾਨੂੰ ਸਵਾਲ ਸੁਣ ਗਿਆ? ਹੈਲੋ ਹਾਈ ਮਨੂ ਦੱਤਾ ਜੀ, ਤੁਹਾਨੂੰ ਸਵਾਲ ਸੁਣ ਗਿਆ? ਜੀ ਆਨਸਰ ਦੇਵਾਂਗੇ ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਇੱਕ ਕਾਲ ਹੋਰ ਰਹਿ ਰਹੀ ਹੈ, ਇਸ ਤੋਂ ਬਾਅਦ ਅਸੀਂ ਕੁਝ ਸਮੇਂ ਲਈ ਕਾਲਸ ਹੋਲਡ ਕਰਾਂਗੇ। ਹੈਲੋ
ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਰਮਨ ਬੋਲ ਰਿਹਾ ਜੀ ਮੌਂਟਰੀਅਲ ਤੋਂ। ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਸਰ, ਦੱਸੋ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਮੈਂ ਇਹ ਪੁੱਛਣਾ ਚਾਹੁੰਦਾ ਜੀ, ਮੈਨੂੰ 1 ਘੰਟੇ ਪਹਿਲੇ ਸਰਵਿਸ ਕੈਨੇਡਾ ਤੋਂ ਕਾਲ ਆਈ ਕਿ ਅਸੀਂ ਸਰਵਿਸ ਕੈਨੇਡਾ ਤੋਂ ਬੋਲ ਰਹੇ ਹਾਂ ਤੇ ਤੁਹਾਡਾ ਸਿਮ ਨੰਬਰ ਜਿਹੜਾ ਹੈ ਐਕਸਪਾਇਰ ਹੋ ਰਿਹਾ। ਜੇ ਤੁਸੀਂ ਜਾਣਕਾਰੀ ਚਾਹੁੰਦੇ ਹੋ ਤੇ 1 ਦਬਾਓ ਜੀ। ਤੇ 1 ਦਬਾਉਣ ਤੋਂ ਬਾਅਦ ਕੁਝ ਹੋਰ ਬੋਲਿਆ। ਮੈਂ ਜਾਣਨਾ ਚਾਹੁੰਦਾ ਕਿ ਐਵੇਂ ਦੀ ਕਾਲ ਆ ਸਕਦੀਆਂ ਨੇ? ਸਿਮ ਨੰਬਰ ਐਕਸਪਾਇਰ ਹੋਣ ਦੀ ਸਰ ਵੈਸੇ ਤਾਂ ਤੁਸੀਂ ਇਹਨੂੰ ਸਰਵਿਸ ਕੈਨੇਡਾ ਤੋਂ ਜ਼ਿਆਦਾ ਤੁਸੀਂ ਕਨਫਰਮ ਕਰ ਸਕਦੇ ਹੋ, ਬਾਕੀ ਦੇਖਦੇ ਹਾਂ ਜੇ ਮੈਨੂੰ ਦਿੱਤਾ ਚੀਜ਼ ਦਾ ਰਿਪਲਾਈ ਕਰ ਸਕੇ ਤਾਂ। ਥੈਂਕ ਯੂ ਸੋ ਮਚ, ਤੁਸੀਂ ਕਾਲ ਕੀਤੀ ਆ। ਜੀ ਸਰ, ਅਸੀਂ ਸਵਾਲਾਂ ਦੇ ਜਵਾਬ ਦਈਏ ਤਾਂ ਸਭ ਤੋਂ ਪਹਿਲਾਂ ਸਰੀ ਤੋਂ ਜਿਨ੍ਹਾਂ ਦੀ ਕਾਲ ਆਈ ਸੀ, ਜਿਨ੍ਹਾਂ ਨੇ ਕਿਹਾ ਸੀ ਕਿ ਉਹ ਫਾਰਮਿੰਗ ਵਰਕਰ ਦੇ ਵੀਜ਼ੇ ਤੇ ਸੀਗੇ ਜਿਹੜੇ। ਤਰਨ ਜੀ, ਉਹਨਾਂ ਦਾ ਪਹਿਲਾ ਵਰਕ ਪਰਮਿਟ ਜਿਹੜਾ ਸੀਗਾ ਉਹ ਬੌਂਡਡ ਵਰਕ ਪਰਮਿਟ ਸੀਗਾ। ਟੈਕਨੀਕਲੀ ਹੀ ਸ਼ੁੱਡ ਵੇਟ ਫॉर ਹਿਸ ਨਿਊ ਵਰਕ ਪਰਮਿਟ ਟੂ ਕਮ ਇਨ, ਓਪਨ ਵਰਕ ਪਰਮਿਟ, ਤਾਂ ਹੀ ਉਹਨਾਂ ਨੂੰ ਕੰਮ ਕਰਨਾ ਚਾਹੀਦਾ। ਜੀ, ਤੇ ਉਸ ਤੋਂ ਬਾਅਦ ਸਰ ਨੈਕਸਟ ਸੀ ਕਿ ਜਿਨ੍ਹਾਂ ਨੇ ਪੀਜੀਪੀ ਆਪਣੇ ਅਪਲਾਈ ਕੀਤਾ ਹੋਇਆ ਸੀ ਪੇਰੈਂਟਸ ਦਾ, ਤੇ ਉਹ ਪੁੱਛ ਰਹੇ ਨੇ ਫਾਈਲਸ ਨਿਊ ਦਿੱਲੀ ਵਿੱਚ ਪ੍ਰੋਸੈਸਿੰਗ ਹੋ ਰਹੀਆਂ ਨੇ ਜਾਂ ਨਹੀਂ ਹੋ ਰਹੀਆਂ। ਹਾਂਜੀ, ਨਿਊ ਦਿੱਲੀ ਆਫਿਸ ਰਿਮੋਟਲੀ ਕੰਮ ਕਰ ਰਿਹਾ। ਕੁਝ ਇੱਕ ਆਫਿਸਰਸ ਬੜੀ ਘੱਟ ਅਟੈਂਡੈਂਸ ਦੇ ਵਿੱਚ ਕੰਮ ਕਰ ਰਹੇ ਨੇ, ਬਟ ਆਈ ਥਿੰਕ ਇਨ ਕਮਿੰਗ ਫਿਊ ਡੇਜ਼ ਪੂਰਾ ਆਫਿਸ ਫੁੱਲ ਫੰਕਸ਼ਨਲ ਹੋ ਜਾਏਗਾ ਐਂਡ ਉਹ ਫੁੱਲ ਫਲੈਜਡ ਤੁਹਾਡੀ ਫਾਈਲਸ ਤੇ ਕੰਮ ਕਰ ਸਕਣਗੇ। ਹਾਲੇ ਬਹੁਤ ਸਾਰੇ ਆਫਿਸਰਸ ਨਿਊ ਦਿੱਲੀ ਦੇ ਵਿੱਚ ਰਿਮੋਟਲੀ ਕੰਮ ਕਰ ਰਹੇ ਨੇ, ਸੋ ਡਿਲੇਜ਼ ਆਰ ਐਕਸਪੈਕਟਡ ਸਟਿਲ। ਜੀ, ਇਸ ਤੋਂ ਬਾਅਦ ਸੀ ਸਰ ਮੈਮ ਨੇ ਜਿਨ੍ਹਾਂ ਨੇ ਕੁਐਸਚਨ ਪੁੱਟ ਕੀਤਾ ਸੀ ਕਿ ਉਹਨਾਂ ਦੀ ਕਜ਼ਨ ਜਿਨ੍ਹਾਂ ਦਾ ਸਟੂਡੈਂਟ ਵੀਜ਼ਾ ਐਕਸਪਾਇਰ ਹੋ ਰਿਹਾ ਤੇ ਉਹਦੇ ਬਾਰੇ ਵਿੱਚ ਜਾਣਨਾ ਚਾਹੁੰਦੇ ਨੇ ਕਿ ਵਰਕ ਵੀਜ਼ਾ ਲਈ ਅਪਲਾਈ ਕਰ ਦੇਣ, ਹਜੇ ਸਟੂਡੈਂਟ ਵੀਜ਼ਾ ਜਿਹੜਾ ਦੁਬਾਰਾ ਰੀਨਿਊ ਕਰਵਾਉਣਾ ਉਹਦੀ ਐਪਲੀਕੇਸ਼ਨ ਨਹੀਂ ਆਈ। ਜੇ ਐਪਲੀਕੇਸ਼ਨ ਜੇ ਫੈਬਰੂਰੀ ਦੇ ਵਿੱਚ ਲਗਾਈ ਸੀਗੀ ਤੇ ਟੈਕਨੀਕਲੀ ਜਿਹੜੇ ਬਾਇਓਮੈਟ੍ਰਿਕਸ ਹੈਗੇ ਨੇ 24 ਆਵਰਸ ਦੇ ਵਿੱਚ ਆ ਜਾਂਦੇ ਨੇ। ਸੋ ਜੇ ਇਹਨਾਂ ਦੀ ਐਪਲੀਕੇਸ਼ਨ ਫੈਬਰੂਰੀ ਦੇ ਵਿੱਚ ਲੱਗੀ ਸੀ, ਸ਼ੀ ਹੈਡ ਐਂਪਲ ਟਾਈਮ ਟੂ ਗੈਟ ਦ ਬਾਇਓਮੈਟ੍ਰਿਕਸ ਡਨ। ਆਈ ਡੋਂਟ ਨੋ ਵਾਈ ਇਟ ਵਾਸ ਨਾਟ ਡਨ। ਜੇ ਨਹੀਂ ਕੀਤਾ ਤੇ you should seek a personal consultation with us or with some lawyer ਤਾਕਿ ਤੁਹਾਡੀ each and every ਤੁਹਾਡੀ query address ਹੋ ਸਕੇ। and ਤੁਹਾਡੇ ਤੋਂ ਜੇ ਤੁਸੀਂ ਸਾਨੂੰ ਆਫਿਸ ਦੇ ਵਿੱਚ ਕਾਲ ਕਰੋਗੇ, somebody in the office would be able to take more information from you and answer your straightforward questions। ਜੀ ਬਿਲਕੁਲ। ਤੇ ਸਰ ਮੌਂਟਰੀਅਲ ਤੋਂ ਕਾਲ ਸੀ ਜਿਹੜੇ ਕਹਿ ਰਹੇ ਸੀ ਕਿ ਸਿਨ ਨੰਬਰ ਦੀ ਅਪਡੇਸ਼ਨ ਬਾਰੇ ਕੋਈ ਕਾਲ ਕਰ ਰਿਹਾ, ਕੀ ਤੁਹਾਨੂੰ ਲੱਗਦਾ ਕਿ ਐਵੇਂ ਦੀਆਂ ਕਾਲਸ ਕੈਨੇਡਾ ਸਰਵਿਸ ਰੈਵਨਿਊ ਵਾਲੇ ਕਰ ਸਕਦੇ ਨੇ? no, ਜੀ ਬਿਲਕੁਲ ਸਰ, ਆਪਾਂ ਲੇਟੈਸਟ fraudulent calls ਜੀ fraudulent calls ਤੋਂ ਬਚ ਕੇ ਰਹੋ। ਜੀ ਬਿਲਕੁਲ। ਤੇ ਸਰ ਆਪਾਂ ਗੱਲਬਾਤ ਕਰ ਰਹੇ ਸੀ ਪੀਐਨਪੀ ਦੀ। ਜੇ ਮੈਂ ਗੱਲਬਾਤ ਕਰਾਂ ਤੇ ਪੀਐਨਪੀ ਦੇ ਵਿੱਚ ਬਹੁਤ ਸਾਰੇ ਸਟੂਡੈਂਟ ਸੀ ਜਿਨ੍ਹਾਂ ਦਾ ਇਸ ਵਕਤ ਐਕਸਪੀਰੀਅੰਸ ਪੂਰਾ ਹੋਣ ਵਾਲਾ ਸੀ ਤੇ ਆਪਣੀਆਂ ਫਾਈਲਸ ਲਗਾਉਣ ਵਾਲੇ ਸੀ, ਤੇ ਇਸ ਵਕਤ ਪੈਂਡੈਮਿਕ ਦੇ ਕਰਕੇ ਕਈਆਂ ਦੀ ਜੌਬ ਲਾਸ ਹੋ ਗਈ ਆ ਜਾਂ ਫਿਰ ਕਿਸੇ ਦਾ ਅਸੀਂ ਦੇਖ ਰਹੇ ਹਾਂ ਕਿ ਕਿਸੇ ਨੂੰ ਲੇਆਊਟ ਦੇ ਉੱਤੇ ਭੇਜ ਦਿੱਤਾ ਗਿਆ। ਇਹਨੂੰ ਲੈ ਕੇ ਕੋਈ ਨਵੀਂ ਅਪਡੇਸ਼ਨ ਹੋਈ ਹੋਵੇ? 100% ਤਰਨ, ਸੈਸਕੈਚੁਆਨ ਨੇ ਅਪਡੇਟਸ ਆਲਰੇਡੀ ਜਨਰੇਟ ਕਰ ਦਿੱਤੀਆਂ ਹੈਗੀਆਂ। ਸੋ ਜਿਨ੍ਹਾਂ ਦੇ EMPLOYER ਡਰਿਵਨ ਸਟਰੀਮਸ ਦੇ ਵਿੱਚ ਜਦੋਂ ਤੁਸੀਂ ਐਪਲੀਕੇਸ਼ਨ ਪੁੱਟ ਅਪ ਕਰਦੇ ਹੋ ਤੇ EMPLOYER ਦੀ ਐਂਡ ਕਿਸੇ ਵਜ੍ਹਾ ਨਾਲ ਤੁਹਾਡੀ ਐਪਲੀਕੇਸ਼ਨ, ਤੁਹਾਡੀ ਜੌਬ ਚਲੀ ਗਈ ਜਾਂ ਤੁਸੀਂ ਯੂ ਆਰ ਨੋ ਲੋਂਗਰ ਵਰਕਿੰਗ ਦੈਟ ਵਿਦ ਦੈਟ EMPLOYER, ਤੇ ਉਹਨਾਂ ਨੇ ਕੀ ਕੀਤਾ ਕਿ ਤੁਹਾਡੀ ਜਿਹੜੀ ਨੋਮੀਨੇਸ਼ਨ ਹੈਗੀ ਉਹਨੂੰ ਕਨਵਰਟ ਕਰ ਦਿੱਤਾ ਟੂ ਕੰਡੀਸ਼ਨਲ ਨੋਮੀਨੇਸ਼ਨ। ਹੁਣ ਹਰ ਐਪਲੀਕੈਂਟ ਨੂੰ ਜਿਹੜਾ ਇਸ ਸਰਕਮਸਟੈਂਸਸ ਦੇ ਵਿੱਚ ਆਇਆ ਉਹਨੂੰ 6-6 ਮਹੀਨੇ ਦਾ ਟਾਈਮ ਦੇ ਦਿੱਤਾ ਕਿ ਮੂਵ ਔਨ ਟੂ ਅ ਨਿਊ EMPLOYER ਜਿਹੜਾ ਉਹ ਰਿਕੁਆਇਰਮੈਂਟਸ ਮੀਟ ਕਰਦਾ ਹੋਵੇ, ਡੈਜ਼ਿਗਨੇਟਿਡ ਹੋਵੇ, ਤੇ ਉਸ ਤੋਂ ਬਾਅਦ ਤੁਸੀਂ ਆਪਣੀ ਐਪਲੀਕੇਸ਼ਨ ਨੂੰ ਅਪਡੇਟ ਕਰਕੇ ਆਪਣੀ ਕੰਡੀਸ਼ਨਸ ਰਿਮੂਵ ਕਰ ਸਕਦੇ ਹੈਗੇ ਹੋ। ਹੁਣ ਜੇ ਕੋਈ ਇਨਫੋਰਮ ਨਹੀਂ ਕਰੇਗਾ ਕਿ ਮੇਰੀ ਜੌਬ ਚਲੀ ਗਈ ਜਾਂ ਉਹਦੇ ਤੇ ਮਿਸਰਿਪਰੈਜ਼ੈਂਟੇਸ਼ਨ ਵੀ ਲੱਗ ਸਕਦੀ ਹੈ। ਸੋ ਇਹ ਸੈਸਕੈਚੁਅਨ ਨੇ ਆਲਰੇਡੀ ਇੰਪਲੀਮੈਂਟ ਕਰ ਦਿੱਤਾ ਹੈ ਐਂਡ ਬਾਕੀ ਪ੍ਰੋਵਿੰਸਸ ਵੀ ਸੇਮ ਇੰਪਲੀਮੈਂਟ ਕਰ ਦੇਣਗੇ ਆਉਣ ਵਾਲੇ ਕੁਝ ਇੱਕ ਦਿਨਾਂ ਦੇ ਵਿੱਚ। ਸੋ ਈਵਨ ਸੇਮ ਕੁਡ ਬੀ ਇੰਪਲੀਮੈਂਟਡ ਇਨ ਓਨਟਾਰੀਓ, ਬ੍ਰਿਟਿਸ਼ ਕੋਲੰਬੀਆ, ਨੋਵਾ ਸਕੋਸ਼ੀਆ, ਨਿਊ ਬ੍ਰਾਂਸਵਿਕ, ਆਲ ਅਕ੍ਰੋਸ ਕੈਨੇਡਾ। ਸੋ ਇੱਕੋ ਚੀਜ਼, ਜੇ ਤੁਹਾਡਾ ਕੋਈ ਜੌਬ ਲਾਸ ਹੋਇਆ, ਲੁੱਕ ਫॉर ਅ ਰੀਅਲਿਸਟਿਕ ਸੋਲੂਸ਼ਨ, ਡੂ ਨਾਟ ਹਾਈਡ ਥਿੰਗਸ, ਬਿਕੋਜ਼ ਜੇ ਹਾਈਡ ਕਰੋਗੇ ਤੇ ਜੇ ਮਿਸਰਿਪਰੈਜ਼ੈਂਟੇਸ਼ਨ ਅੱਗੇ ਲੱਗ ਜਾਂਦੀ ਹੈ ਤੁਹਾਨੂੰ, ਇਟ ਵਿਲ ਅਫੈਕਟ ਯੂ ਇਨ ਅ ਬੈਡ ਵੇ। ਬਿਲਕੁਲ ਠੀਕ ਹੈ। ਦਰਸ਼ਕ ਸਾਡੇ ਨਾਲ ਜੁੜ ਗਏ ਨੇ। ਹੈਲੋ ਜੀ, ਸ਼ਾਇਦ ਸਾਡਾ ਫੋਨ ਡਿਸਕਨੈਕਟ ਹੋ ਗਿਆ ਉਹਨਾਂ ਦੇ ਨਾਲ। ਜੀ ਸਰ, ਅਸੀਂ ਗੱਲਬਾਤ ਕਰ ਰਹੇ ਸੀ ਪੀਐਨਪੀ ਦੇ ਬਾਰੇ ਵਿੱਚ। ਸਰ ਤੁਸੀਂ ਕਿਹਾ ਕਿ ਬਾਕੀ ਦੇ ਪ੍ਰੋਵਿੰਸ ਵੀ ਇਸ ਨੂੰ ਦੇਖ ਕੇ ਕਰ ਸਕਦੇ ਨੇ। ਸਰ ਸਿਰਫ ਇਹ ਪੀਐਨਪੀ ਦੇ ਮੈਟਰ ਦੇ ਵਿੱਚ ਹੋਏਗਾ ਜਾਂ ਫਿਰ ਬਾਕੀ ਦੇ ਕਲਾਸਿਸ ਦੇ ਵਿੱਚ ਅਸੀਂ ਗੱਲ ਕਰੀਏ ਉੱਥੇ ਵੀ ਹੋ ਸਕਦਾ ਆ? ਇਹਦੇ ਬਾਰੇ ਮੈਂ ਗੱਲ ਕਰੂੰਗੀ। ਇੱਕ ਦਰਸ਼ਕ ਪਹਿਲਾਂ ਹੋਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਹੈਲੋ, ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਮੈਮ ਮੈਂ ਇੰਡੀਆ ਤੋਂ ਗੱਲ ਕਰ ਰਿਹਾ, ਪੰਜਾਬ ਕਾਦੀਆਂ ਤੋਂ। ਜੀ ਸਰ, ਦੱਸੋ ਕੀ ਪੁੱਛਣਾ ਚਾਹੁੰਦੇ ਹੋ ਤੁਸੀਂ? ਹਾਂਜੀ ਮੈਮ, ਮੇਰਾ ਨਾਮ ਸ਼ਹਿਬਾਜ਼ ਹੈ ਤੇ ਮੈਂ ਪੁੱਛਣਾ ਇਹ ਹੈ ਕਿ ਮੇਰੀ ਵਾਈਫ ਐਡਮਿੰਟਨ ਦੇ ਵਿੱਚ ਕੈਨੇਡਾ। ਓਕੇ। ਤੇ ਮੇਰੇ ਕੋਲ ਵਿਜ਼ਟਰ ਵੀਜ਼ਾ ਹੈ ਤੇ ਮੈਂ ਆਉਣਾ ਚਾਹੁੰਦਾ ਸੀ ਕਿ ਹੁਣ ਇਸ ਟਾਈਮ ਜਿਹੜੀ ਕੋਵਿਡ ਦੀ ਸਿਚੁਏਸ਼ਨ ਚੱਲ ਰਹੀ ਹੈ ਤੇ ਮੈਂ ਸੋਚਿਆ ਸੀ ਕਿ ਆਉਣਾ ਹੈ ਤੇ ਕੋਈ ਮੈਨੂੰ ਲੈਟਰ ਵਗੈਰਾ ਚਾਹੀਦਾ ਹੈ, ਕੀ ਚਾਹੀਦਾ, ਕਿਉਂਕਿ ਮੈਂ ਸਪਾਊਸ, ਮੇਰੀ ਫਾਈਲ ਲੱਗੀ ਹੋਈ ਹੈ ਸਪਾਊਸ ਦੀ ਨਾ,
ਓਕੇ ਬਟ ਸਾਰੇ ਡਿਲੇ ਹੋ ਗਏ ਹੁਣ ਪੇਪਰਸ ਵਗੈਰਾ। ਤੇ ਮੈਂ ਪੁੱਛਣਾ ਸੀ ਕਿਸ ਤਰ੍ਹਾਂ ਮੈਂ ਆ ਸਕਦਾ, ਕੀ ਪ੍ਰੋਸੈਸ ਹੈ? ਜੀ, ਅਜੇ ਤਾਂ ਫਲਾਈਟਸ ਸਰ ਆਮ ਚੱਲੀਆਂ ਨਹੀਂ ਹੈਗੀਆਂ ਕਿ ਆਪਾਂ ਟੂਰਿਸਟ ਵੀਜ਼ਾ ਲਈ ਕਹਿ ਸਕੀਏ ਕਿ ਫਲਾਈਟਸ ਚੱਲ ਚੁੱਕੀਆਂ ਨੇ। ਬਟ ਜੇ ਕੋਈ ਰੀਜ਼ਨ ਹੋਵੇ ਉਹਦੇ ਲਈ ਤਾਂ ਜ਼ਰੂਰ ਆਪਾਂ ਮਨੂ ਦੱਤਾ ਜੀ ਨੂੰ ਪੁੱਛ ਸਕਦੇ ਹਾਂ। ਸਰ ਇਹਦੇ ਬਾਰੇ ਤੁਸੀਂ ਕੁਝ ਪੁੱਛਣਾ ਚਾਹੋਗੇ ਜਾਂ ਆਪਾਂ ਸਿੱਧਾ ਟੀਵੀ ਸਕਰੀਨ ਤੇ ਆਨਸਰ ਦਈਏ? ਟੀਵੀ ਸਕਰੀਨ ਤੇ ਆਨਸਰ ਦੇਂਗੇ। ਜੀ ਸਰ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ-ਬਹੁਤ ਧੰਨਵਾਦ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਨਾ ਕੁਐਸਚਨ ਪੁੱਛਣਾ ਸੀਗਾ। ਮੇਰੇ ਵਾਈਫ ਦਾ ਕੇਸ ਲੱਗਾ ਹੋਇਆ ਮੈਂ ਸਰ ਤੇ ਉਹਨਾਂ ਦਾ ਪ੍ਰੋਸੈਸ ਚੱਲ ਰਿਹਾ ਸੀਗਾ ਤੇ ਉਹ ਕਹਿੰਦੇ ਸੀ, ਮੈਂ ਲੈਟਰ ਵੀ ਪਾਈ ਸੀਗੀ ਕਿ ਉਹ ਕਹਿੰਦੇ ਚੰਡੀਗੜ੍ਹ ਦੇ ਤੇ ਬੈਂਗਲੌਰ ਦੇ ਆਫਿਸ ਕਲੋਜ਼ ਆ ਤੇ ਹੁਣ ਉਹ ਓਪਨ ਹੋ ਗਏ ਕਿ ਜੇ ਆਉਂਦੀ? ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ-ਬਹੁਤ ਧੰਨਵਾਦ। ਜੀ ਸਰ, ਜਿਨ੍ਹਾਂ ਨੇ ਆਪਣੀ ਹੁਣੀ ਵਾਈਫ ਨੂੰ ਲੈ ਕੇ ਜਿਨ੍ਹਾਂ ਨੇ ਗੱਲ ਕੀਤੀ ਹੈ ਕਿ ਉਹਨਾਂ ਦਾ ਟੂਰਿਸਟ ਵੀਜ਼ਾ ਲੱਗਿਆ ਹੋਇਆ ਤੇ ਉਹ ਆਉਣਾ ਚਾਹੁੰਦੇ ਨੇ। ਤਰਨ ਹਾਲੇ ਵਿਜ਼ਿਟ ਵੀਜ਼ਾ ਵਾਲਿਆਂ ਨੂੰ ਟਰੈਵਲ ਅਲਾਉਡ ਨਹੀਂ ਹੈਗਾ। ਹੂੰ ਸੋ ਟਰੈਵਲ ਰੈਸਟ੍ਰਿਕਸ਼ਨਸ ਹਾਲੇ ਉਸ ਤਰ੍ਹਾਂ ਦੀਆਂ ਹੈਗੀਆਂ, ਬਟ ਰੀਪੈਟ੍ਰੀਏਸ਼ਨ ਫਲਾਈਟਸ ਜਿਹੜੀਆਂ ਹੈਗੀਆਂ ਪੀਆਰਸ ਵਾਸਤੇ, ਸਿਟੀਜ਼ਨਸ ਵਾਸਤੇ, ਉਹ ਉਸੇ ਤਰ੍ਹਾਂ ਚੱਲ ਰਹੀਆਂ ਹੈਗੀਆਂ। ਐਂਡ ਇਮੀਡੀਏਟ ਜੇ ਕੋਈ ਫੈਮਿਲੀ ਮੈਂਬਰ ਤੁਹਾਡਾ ਪੀਆਰ ਦਾ, ਸਿਟੀਜ਼ਨ ਦਾ ਇੱਥੇ ਹੈਗਾ ਤੇ ਉਹ ਐਪਲੀਕੇਸ਼ਨਸ ਵੀ ਉਹ ਵੀ ਟਰੈਵਲ ਕਰ ਸਕਦੇ ਨੇ। ਬਟ ਜੇ ਇਹਨਾਂ ਦੀ ਐਪਲੀਕੇਸ਼ਨ ਹਾਲੇ ਥੋੜਾ ਜਿਹਾ ਪ੍ਰੋਬਬਲੀ ਦੂਰ ਹੈਗੀ ਹੈ, ਇਹਨਾਂ ਨੂੰ ਵੇਟ ਕਰਨਾ ਪਏਗਾ ਟੈਕਨੀਕਲੀ ਥੋੜਾ ਜਿਹਾ 에ਅਰ ਸਪੇਸ ਨੂੰ ਹੋਰ ਖੁੱਲਣ ਦੇਣ ਦਾ, ਐਂਡ ਫਿਰ ਇਹ ਟਰੈਵਲ ਕਰ ਪਾਉਣਗੇ। ਜੀ ਬਿਲਕੁਲ। ਤੇ ਸਰ ਨੈਕਸਟ ਜਿਹੜੀ ਜਿਨ੍ਹਾਂ ਦੀ ਕਾਲ ਆਈ ਸੀ ਉਹ ਪੁੱਛ ਰਹੇ ਸਨ ਕਿ ਚੰਡੀਗੜ੍ਹ ਤੇ ਬੈਂਗਲੌਰ ਦੀਆਂ ਜਿਹੜੀਆਂ ਐਮਬੈਸੀਜ਼ ਨੇ ਉੱਥੇ ਚੱਲ ਰਿਹਾ ਕੰਮ ਕਿ ਨਹੀਂ ਅਜੇ? ਜੀ ਸਾਰੀਆਂ ਜਿਹੜੀਆਂ ਆਫਿਸਿਸ ਹੈਗੇ ਨੇ ਉਹ ਰਿਮੋਟਲੀ ਹਲੇ ਕੰਮ ਹੋ ਰਿਹਾ, ਐਂਡ ਹੋਪਫੁਲੀ ਇਨ ਕਮਿੰਗ ਫਿਊ ਡੇਜ਼ ਸਾਰਾ ਫੁੱਲ ਫਲੈਜਡ ਆਫਿਸ ਵਰਕ ਕਰੇਗਾ। ਜੀ ਨੈਕਸਟ ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਪਤਾ ਕਰਨਾ ਸੀ ਐਕਚੁਅਲੀ ਆਪਣੇ ਸਿਸਟਰ ਬਾਰੇ। ਹਾਂਜੀ ਤੇ ਉਹ ਸਾਨੂੰ ਕਿਸੇ ਨੇ ਦੱਸਿਆ ਗਿਆ ਸੀ ਕਿ ਕੋਈ ਵੇਸਟ ਵਾਟਰ ਮੈਨੇਜਮੈਂਟ ਸਰਟੀਫਿਕੇਟ ਹੁੰਦਾ ਜਿਹਦੇ ਨਾਲ ਆਪਣੇ ਪੁਆਇੰਟ ਵਜਨ ਨੇ, ਹੂੰ ਤੇ ਉਹ ਮੇਰੇ ਸਿਸਟਰ ਨੇ ਦੇਤਾ ਸੀਗਾ ਤੇ ਉਹਨਾਂ ਦੇ ਲਾਈਕ ਉਹਦੇ 50 ਪੁਆਇੰਟਸ ਵਧ ਗਏ ਸੀ। ਹੂੰ ਤੇ ਹੁਣ ਸਾਨੂੰ ਕੋਈ ਕਨਫਰਮ ਨਹੀਂ ਕਰ ਰਿਹਾ ਕਿ ਉਹ ਕਾਊਂਟ ਹੁੰਨੇ ਜਾਂ ਨਹੀਂ ਹੁੰਨੇ। ਲਾਈਕ ਕੁਝ ਪਤਾ ਉਹਦੇ ਬਾਰੇ? ਜੀ ਮਨੂ ਜੀ, ਤੁਸੀਂ ਟੀਵੀ ਆਨਸਰ ਕੁਐਸਚਨ ਸੁਣ ਲਿਆ? ਆਪਾਂ ਕੁਝ ਪੁੱਛਣਾ ਇਹਨਾਂ ਨੂੰ? ਨਹੀਂ ਜੀ। ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ-ਬਹੁਤ ਧੰਨਵਾਦ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਡਮ। ਮੈਂ ਮੈਡਮ ਅੰਕਲ ਤੋਂ ਬੋਲ ਰਿਹਾ ਜੀ। ਜੀ ਸਰ। ਮੇਰੀ ਨਾ ਬ੍ਰਦਰ ਦੀ ਸਟੱਡੀ ਸੀਗੀ 1+1 ਈਅਰ ਦੀ, ਹੈ ਨਾ ਜੀ। ਹੂੰ ਤੇ ਉਹਨੇ ਜਦੋਂ ਅਕਤੂਬਰ 'ਚ ਸਟੱਡੀ ਕੰਪਲੀਟ ਕਰਕੇ ਨਾ ਵਰਕ ਪਰਮਿਟ ਅਪਲਾਈ ਕੀਤਾ ਤੇ ਉਹਨੂੰ 1 ਸਾਲ ਦਾ ਵਰਕ ਪਰਮਿਟ ਦਿੱਤਾ ਹੁੰਦਾ ਸੀ। ਓਕੇ ਅਸੀਂ ਜਿੱਦਾਂ ਵੈਬ ਫਾਰਮ ਵਗੈਰਾ ਭਰ ਕੇ ਇਨਕੁਆਇਰੀ ਕਰ ਦਿੱਤੀ, ਸਾਰੇ ਕਹਿੰਦੇ ਅਸੀਂ ਇੰਨਾ ਹੀ ਦੇਣਾ ਹੈਗਾ, ਇਸ ਤੋਂ ਜ਼ਿਆਦਾ ਨਹੀਂ ਕਰਨਾ ਹੈਗਾ। ਅਸੀਂ ਹੁਣ ਦੁਬਾਰਾ ਅਪਲਾਈ ਤਾਂ ਕਰ ਦਿੱਤਾ ਹੈ, ਬਟ ਹੁਣ ਕੀ ਕਰਨਾ ਚਾਹੀਦਾ ਸਾਨੂੰ ਜੇ ਉਹ ਨਹੀਂ ਅੱਗੇ ਐਕਸਟੈਂਡ ਕਰਦੇ? ਜੀ ਮਨੂ ਜੀ, ਤੁਸੀਂ ਕੁਝ ਪੁੱਛਣਾ ਜਾਂ ਆਪਾਂ ਟੀਵੀ ਸਕਰੀਨ ਤੇ ਆਨਸਰ ਤਰਨ ਦੇਈਏ? ਮੈਨੂੰ ਕੁਐਸਚਨ ਸਮਝ ਨਹੀਂ ਆਇਆ, ਤੁਹਾਨੂੰ ਰਿਪੀਟ ਕਰਨਾ ਸਰ ਪਏਗਾ ਉਹ ਕਹਿ ਰਹੇ ਨੇ ਕਿ 1+1 ਈਅਰ ਦੀ ਉਹਨਾਂ ਦੇ ਬ੍ਰਦਰ ਨੇ ਸਟੱਡੀ ਕੀਤੀ ਹੈ ਕੈਨੇਡਾ ਦੇ ਵਿੱਚ ਤੇ ਉਹਨਾਂ ਨੂੰ ਜਿਹੜਾ ਵਰਕ ਪਰਮਿਟ ਉਹ ਸਿਰਫ 1 ਸਾਲ ਦਾ ਹੀ ਮਿਲਿਆ ਜਦਕਿ ਸਾਰੇ ਡਾਕੂਮੈਂਟਸ ਵਗੈਰਾ ਲਗਾਏ ਗਏ ਸੀ। ਸੋ ਇਹਦੇ ਬਾਰੇ ਵਿੱਚ ਜਾਣਕਾਰੀ ਲੈਣਾ ਚਾਹੁੰਦੇ ਨੇ ਕਿ ਐਕਸਟੈਂਡ ਕਿਵੇਂ ਹੋ ਸਕਦਾ ਹੈ? 1 ਸਾਲ ਦਾ ਸਿਰਫ ਵਰਕ ਪਰਮਿਟ ਮਿਲਿਆ। ਸਰ ਆਹੀ ਹੈ ਨਾ ਤੁਹਾਡਾ ਸਵਾਲ? ਹਾਂਜੀ ਇਹੀ ਹੈ। ਤੇ ਮੈਨੂੰ ਇੱਕ ਗੱਲ ਦੱਸ ਦੇਣ ਵੀ ਅਗਰ ਐਕਸਟੈਂਡ ਨਹੀਂ ਕਰਦੇ ਤਾਂ ਫਿਰ ਸਾਨੂੰ ਅਗਰ ਆਵਰ ਪੂਰੇ ਹੋ ਜਾਂਦੇ ਉਹਦੇ 1 ਸਾਲ ਦੇ ਵਿੱਚ ਕਿ ਅਸੀਂ ਪੀਆਰ ਕਰ ਸਕਦੇ ਹਾਂ ਅਪਲਾਈ ਆਇਲਸ ਕਰਕੇ? ਜੀ ਜੇ ਉਹਨਾਂ ਦੇ ਪੁਆਇੰਟਸ 1 ਸਾਲ ਵਿੱਚ ਪੂਰੇ ਹੁੰਦੇ ਨੇ, ਟਾਈਮਿੰਗ ਜਿਹੜੀ 1 ਸਾਲ ਦਾ ਐਕਸਪੀਰੀਅੰਸ ਪੂਰਾ ਹੋ ਰਿਹਾ ਹੈ, ਨਾਲ ਦੀ ਨਾਲ ਉਹ ਅਪਲਾਈ ਕਰ ਸਕਦੇ ਨੇ ਪੀਆਰ ਲਈ। ਤਰਨ ਜੀ, ਪਹਿਲੀ ਗੱਲ ਤਾਂ ਨਾਰਮਲੀ ਜੇ 2 ਸਰ ਸਾਲ ਆਪਾਂ ਟੀਵੀ ਕਮਿਊਨਿਟੀ ਸਕਰੀਨ ਤੇ ਕਾਲਜ ਆਨਸਰ ਦਈਏ ਇਹਨਾਂ ਨੂੰ? ਹਾਂਜੀ ਜੀ ਬਿਲਕੁਲ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ-ਬਹੁਤ ਧੰਨਵਾਦ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਹੈਲੋ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਮ ਮੈਂ ਮੌਂਟਰੀਅਲ ਤੋਂ ਬੋਲ ਰਹੀ ਹਾਂ। ਜੀ ਮੈਮ। ਹਾਂਜੀ ਮੈਮ, ਮੈਂ ਆਪਣੇ ਸਾਨੀ ਲੋ ਬਾਰੇ ਪੁੱਛਣਾ ਚਾਹੁੰਦੀ ਸੀ। ਅਸੀਂ ਉਹਨਾਂ ਦੀ ਫਾਈਲ 2019 ਚ ਲਾਈ ਸੀ, 12 ਅਪ੍ਰੈਲ ਨੂੰ ਲਾਈ ਸੀ ਜੀ ਔਰ ਉਹਨਾਂ ਦਾ ਸਾਰਾ ਕੁਝ ਜਿੱਦਾਂ A to Z ਓਕੇ ਹੋ ਗਿਆ, ਸਾਰਾ ਫਿੰਗਰ ਵਗੈਰਾ ਹੋ ਗਿਆ ਸੀ ਤੇ ਉਹਨਾਂ ਦੇ ਜੋ ਮੈਡੀਕਲ ਵੀ ਹੋ ਗਿਆ ਸੀ ਔਰ ਇਸ 12 ਅਪ੍ਰੈਲ ਨੂੰ ਉਹਨਾਂ ਦਾ ਜਿੱਦਾਂ ਟਾਈਮ ਪੀਰੀਅਡ ਸੀ ਉਹ ਵੀ ਜਿੱਦਾਂ ਖਤਮ ਹੋ ਗਿਆ ਉਹਨਾਂ ਦਾ। ਓਕੇ ਤਾਂ ਹੁਣ ਥੋੜੇ ਦਿਨ ਪਹਿਲਾਂ ਕੋਈ ਐਸਕਿਊ ਨੰਬਰ ਦਾ ਕੋਈ ਏਦਾਂ ਦਾ ਕੋਈ ਨੰਬਰ ਆ ਉਹ ਆਉਣਾ ਸੀ, ਜਿੱਦਾਂ ਉਹ ਵੀ ਆ ਗਿਆ। ਉਹ ਮੇਰੀ ਬੇਟੀ ਨੇ ਸਾਡੀ ਫਾਈਲ ਉਹਨਾਂ ਨੇ ਦਿੱਲੀ ਭੇਜ ਦਿੱਤੀ ਸੀ ਤਾਂ ਉਹ ਮੇਰੀ ਬੇਟੀ ਨੇ ਤੇ ਜਿਹੜਾ ਨੰਬਰ ਆਇਆ 1 ਮਹੀਨਾ ਪਹਿਲਾਂ ਉਹਨੇ ਉੱਥੇ ਦਿੱਲੀ ਵੀ ਭੇਜਿਆ, ਮਿਸੀਸਾਗਾ ਵੀ ਭੇਜਿਆ ਜਿੱਦਾਂ। ਤਾਂ ਹੁਣ ਉਸ ਤੋਂ ਬਾਅਦ ਅੱਗੇ ਦਾ ਕੀ ਪ੍ਰੋਸੈਸ ਹੈ? ਕਿਉਂਕਿ ਜਿਹੜਾ ਅਸੀਂ ਇੰਟਰਨੈਟ ਤੇ ਚੈੱਕ ਕਰਦੇ ਉੱਤੇ ਟਾਈਮ ਪੀਰੀਅਡ ਜਿਹੜਾ ਉਹ ਲਿਖਿਆ ਕਿ ਓਵਰ ਖਤਮ ਹੋ ਚੁੱਕਿਆ, 12 ਅਪ੍ਰੈਲ ਨੂੰ ਸਾਲ ਹੋ ਚੁੱਕਿਆ ਜਿੱਦਾਂ ਫਾਈਲ ਲਾਈ ਨੂੰ। ਜੀ ਮਨੂ ਦੱਤਾ ਜੀ, ਤੁਹਾਨੂੰ ਸਵਾਲ ਸੁਣ ਗਿਆ ਜਾਂ ਆਪਾਂ ਰਿਪੀਟ ਕਰੀਏ? ਮੈਨੂੰ ਪਤਾ ਨਹੀਂ ਚੱਲਿਆ ਤਰਨ ਕਿ ਸਰ ਮੈਮ 1 ਮਿੰਟ ਹੋਲਡ ਰਿਓ। ਕੀ ਭੇਜਿਆ ਤੇ ਦਿੱਲੀ ਕੀ ਸਰ ਭੇਜਿਆ? ਇਹ ਕਹਿ ਰਹੇ ਨੇ ਕਿ 1 ਮਿੰਟ ਮੈਮ ਹੋਲਡ ਕਰਿਓ।
ਸਰ ਇਹ ਕਹਿ ਰਹੇ ਨੇ ਕਿ ਇਹਨਾਂ ਨੇ ਆਪਣੇ ਸਨ ਇਨ ਲਾ ਦੀ ਫਾਈਲ ਜਿਹੜੀ ਲਗਾਈ ਸੀ ਜੋ ਕਿ ਅਪ੍ਰੈਲ 2019 ਦੇ ਵਿੱਚ ਐਕਸਪਾਇਰ ਹੋ ਚੁੱਕੀ ਹੈ, ਬਟ ਇਹਨਾਂ ਨੇ ਜਿਹੜੇ ਸਾਰਾ ਕੁਝ ਮੈਡੀਕਲ ਹੋ ਚੁੱਕਿਆ ਸੀ, ਸਭ ਕੁਝ ਹੋ ਚੁੱਕਿਆ ਸੀ, ਕੋਈ ਐਸਕਿਊ ਨੰਬਰ ਸ਼ਾਇਦ ਸੌਰੀ ਐਕਸਪਾਇਰ ਨਹੀਂ ਹੋਈ 2020 ਦੇ ਵਿੱਚ ਅਪ੍ਰੈਲ 12 ਨੂੰ ਟਾਈਮ ਪੀਰੀਅਡ 12 ਮਹੀਨੇ ਦਾ ਟਾਈਮ ਦਿੱਤਾ ਸੀ, ਉਹ ਟਾਈਮ ਪੀਰੀਅਡ ਜਿੱਦਾਂ ਖਤਮ ਹੋ ਗਿਆ ਹੁਣ ਜਿੱਦਾਂ ਜੀ ਉਹਨਾਂ ਦਾ ਟਾਈਮ ਪੀਰੀਅਡ ਜੋ ਦਿੱਤਾ ਗਿਆ ਸੀ 12 ਅਪ੍ਰੈਲ ਤੱਕ ਦਾ ਉਹ ਖਤਮ ਹੋ ਚੁੱਕਿਆ ਆ ਤੇ ਕੋਈ ਐਸਕਿਊ ਨੰਬਰ ਆਇਆ ਸੀ ਜੋ ਕਿ ਇਹਨਾਂ ਨੇ ਅੱਗੇ ਭੇਜਿਆ ਵਾ। ਮੈਮ ਕੁਛ ਐਦਾਂ ਦਾ ਹੀ ਤੁਹਾਡਾ ਕੁਐਸਚਨ ਸੀ ਨਾ? ਹਾਂਜੀ ਜੀ ਮੈਮ ਤੁਸੀਂ ਦਿੱਲੀ ਦੇ ਵਿੱਚ ਕੀ ਭੇਜਿਆ, ਤੁਸੀਂ ਦਿੱਲੀ ਐਮਬੈਸੀ ਆਪਣੇ ਕੀ ਭੇਜਿਆ ਆਫਿਸ ਦੇ ਵਿੱਚ? ਦਿੱਲੀ ਜਿਹੜਾ ਅਸੀਂ ਭੇਜਿਆ ਉਹ ਐਸਕਿਊਕਿਊ ਨੰਬਰ ਤੋਂ ਕਿਊਬਕ ਦਾ ਕੋਈ ਆਉਂਦਾ ਹੈ ਨਾ ਨੰਬਰ ਸਰ ਕੋਈ ਐਸਕਿਊਕਿਊ ਨੰਬਰ ਕੋਈ ਦਿੱਲੀ ਦੇ ਵਿੱਚ ਭੇਜਿਆ ਸੀ, ਉਹਦੇ ਬਾਰੇ ਵਿੱਚ ਪੁੱਛਣਾ ਚਾਹੁੰਦੇ ਨੇ ਕਿ ਕੋਈ ਨੈਕਸਟ ਅਪਡੇਸ਼ਨ ਨਹੀਂ ਆਈ, ਸਾਨੂੰ ਸਿਰਫ ਇਹੀ ਆ ਰਿਹਾ ਕਿ ਤੁਹਾਡੀ ਫਾਈਲ ਦਾ ਟਾਈਮ ਪੀਰੀਅਡ ਜਿਹੜਾ ਆ ਉਹ ਲੰਘ ਚੁੱਕਿਆ। ਹੁਣ ਅਗਲਾ ਪ੍ਰੋਸੈਸ ਕੀ ਆ, ਫਿਰ ਅੱਗੇ ਹੁਣ ਅਸੀਂ ਕੀ ਕਰੀਏ, ਸਾਨੂੰ ਕੁਝ ਸਮਝ ਜੀ ਨਹੀਂ ਮੈਮ ਐਕਚੁਅਲ ਦੇ ਵਿੱਚ ਤੁਹਾਡਾ ਕੁਐਸਚਨ ਮੈਨੂੰ ਵੀ ਬਹੁਤ ਔਖਾ ਸਮਝ ਆ ਰਿਹਾ, ਮੈਂ ਉਮੀਦ ਕਰਦੀ ਹਾਂ ਸਰ ਤੁਸੀਂ ਟੀਵੀ ਸਕਰੀਨ ਤੇ ਆਨਸਰ ਦੋਗੇ ਜਾਂ ਇਹ ਤੁਹਾਨੂੰ ਪਰਸਨਲੀ ਕਾਲ ਕਰਨ? ਜੀ ਜੀ ਨਹੀਂ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ, ਕਾਲ ਕਰਨ ਲਈ ਬਹੁਤ ਧੰਨਵਾਦ ਜੀ ਸਰ। ਪਹਿਲਾਂ ਆਪਾਂ ਸਵਾਲਾਂ ਦੇ ਜਵਾਬ ਦੇਣੇ ਸ਼ੁਰੂ ਕਰੀਏ। ਇੱਕ ਦੱਸ ਸੀ ਜਿਨ੍ਹਾਂ ਨੇ ਕਿਹਾ ਸੀ ਕਿ ਵੇਸਟ ਵਾਟਰ ਮੈਨੇਜਮੈਂਟ ਦੀ ਸਰਟੀਫਿਕੇਟ ਦੇ ਨਾਲ 50 ਪੁਆਇੰਟਸ ਪਲੱਸ ਹੋ ਚੁੱਕੇ ਨੇ ਉਹਨਾਂ ਦੇ, ਸੋ ਉਹ ਕਿਵੇਂ ਐਡ ਕਰ ਸਕਦੇ ਨੇ, ਕੀ ਕਰਨਾ ਪਏਗਾ ਉਹਦੇ ਲਈ? ਓਕੇ ਤਰਨ ਜੀ, ਜਿਹੜੇ ਸਕਿੱਲ ਟ੍ਰੇਡਸ ਦੇ ਵਿੱਚ ਹੈਗੇ ਨਾ, ਸਰਟੀਫਿਕੇਸ਼ਨ ਆਫ ਕੁਆਲੀਫਿਕੇਸ਼ਨ ਕਈ ਵਾਰੀ ਕਿਸੇ ਟ੍ਰੇਡਸ ਦੇ ਵਿੱਚ ਲੈਣਾ ਪੈਂਦਾ ਹੈਗਾ, ਐਂਡ ਜ਼ੀਰੋ ਸਰਟੀਫਿਕੇਸ਼ਨ ਆਫ ਕੁਆਲੀਫਿਕੇਸ਼ਨ ਤਾਂ ਮਿਲਦਾ ਹੈਗਾ ਜੇ ਤੁਸੀਂ ਰਿਕੁਆਇਰਮੈਂਟਸ ਜੌਬ ਦੀਆਂ ਮੀਟ ਕਰਦੇ ਹੋ। ਐਂਡ ਇੱਕ ਵੇਸਟ ਵਾਟਰ ਇੱਕ ਇਹੋ ਜਿਹਾ ਸਰਟੀਫਿਕੇਟ ਹੈਗਾ ਜਿਹਦੇ ਵਿੱਚ ਤੁਸੀਂ ਆਰਾਮ ਦੇ ਨਾਲ ਵਿਦ ਨੋ ਐਕਸਪੀਰੀਅੰਸ ਆਲਸੋ ਤੁਸੀਂ ਕੁਆਲੀਫਾਈ ਕਰ ਜਾਂਦੇ ਹੈਗੇ ਹੋ। ਬਟ ਜੇ ਤੁਹਾਡੇ ਕੋਲ ਐਕਸਪੀਰੀਅੰਸ ਨਹੀਂ ਹੈਗਾ ਤੇ ਆਫਿਸਰਸ ਅੱਗੇ ਜਾ ਕੇ ਉਹ ਡਿਟਰਮਿਨ ਕਰਦੇ ਨੇ ਕਿ ਅਸੀਂ ਪੁਆਇੰਟਸ ਦੇਣੇ ਹੈ ਜਾਂ ਨਹੀਂ ਦੇਣੇ। ਇੱਕ ਵਾਰੀ ਤਾਂ ਤੁਸੀਂ ਕਲੇਮ ਕਰ ਲੈਂਦੇ ਹੋ, ਤੁਹਾਡੀ ਪ੍ਰੋਫਾਈਲ ਵੀ ਪਿਕ ਹੋ ਜਾਂਦੀ ਹੈ, ਪਰ ਜਦੋਂ ਤੁਹਾਡੀ ਐਪਲੀਕੇਸ਼ਨ ਫੁੱਲ ਫਲੈਜਡ ਪ੍ਰੋਸੈਸਿੰਗ ਦੇ ਵਿੱਚ ਆਉਂਦੀ ਹੈ, ਸਾਰੇ ਡਾਕੂਮੈਂਟੇਸ਼ਨਸ ਪੁੱਟ ਅਪ ਕਰਦੇ ਹੋ, ਪੁੱਲ ਅਪ ਕਰਦੇ ਹੋ, ਤਾਂ ਆਫਿਸਰ ਡਿਸਾਈਡ ਕਰਦਾ ਕਿ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਜਾਂ ਨਹੀਂ ਹੈਗਾ। ਸੋ ਇਟ ਆਲ ਡਿਪੈਂਡਸ। ਇੱਕੋ ਹੀ ਚੀਜ਼ ਕਹਿਣਾ ਚਾਹਾਂਗਾ, ਤੁਸੀਂ ਇੰਡੀਵਿਜੂਅਲੀ ਆਪਣਾ ਕੇਸ ਡਿਸਕਸ ਕਰਨ, ਆਪਣਾ ਸਿਸਟਰ ਦਾ ਕੇਸ ਡਿਸਕਸ ਕਰਨ ਵਾਸਤੇ ਸਾਨੂੰ ਕਾਲ ਕਰ ਸਕਦੇ ਹੋ ਜਾਂ ਈਮੇਲ ਕਰ ਸਕਦੇ ਹੋ, ਐਂਡ ਵੀ ਕੈਨ ਡਿਸਕਸ ਇਟ ਵਨ ਔਨ ਵਨ ਕਿ ਤੁਹਾਨੂੰ ਕਲੇਮ ਹੋ ਸਕਣਗੇ ਜਾਂ ਇਵੈਂਚੁਅਲੀ ਤੁਸੀਂ ਨਹੀਂ ਕਲੇਮ ਕਰ ਪਾਓਗੇ। ਜੀ ਨੈਕਸਟ ਜਿਨ੍ਹਾਂ ਨੇ ਸਰ ਜਿਨ੍ਹਾਂ ਦਾ ਸਟੱਡੀ ਦੀ ਗੱਲ ਕਰ ਰਹੇ ਸੀਗੇ ਕਿ 1+1 ਈਅਰ ਦਾ ਉਹਨਾਂ ਦਾ ਸਟੱਡੀ ਦਾ ਹੈਗਾ ਤੇ ਬਟ ਉਹਨਾਂ ਨੂੰ 1 ਸਾਲ ਦਾ ਹੀ ਵਰਕ ਪਰਮਿਟ ਮਿਲਿਆ ਤੇ ਕੀ ਉਹ ਤਰਨ ਜੀ ਨਾਰਮਲੀ ਜਦੋਂ ਵੀ ਤੁਸੀਂ 2 ਸਾਲ ਪੜ੍ਹਾਈ ਕਰਦੇ ਹੋ ਕੈਨੇਡਾ ਦੇ ਵਿੱਚ, ਤੁਸੀਂ 3 ਸਾਲ ਦੇ ਪੋਸਟ ਗ੍ਰੈਡ ਵਾਸਤੇ ਐਲੀਜੀਬਲ ਹੈਗੇ ਹੋ। ਬਟ ਕਈ ਵਾਰੀ ਸਟੂਡੈਂਟਸ ਕੀ ਕਰਦੇ ਨੇ, 1 ਸਾਲ ਪ੍ਰਾਈਵੇਟ ਕਾਲਜ ਦੇ ਵਿੱਚ ਪੜ੍ਹ ਲਈ ਤੇ 1 ਸਾਲ ਕਮਿਊਨਿਟੀ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਜਾਂਦੇ ਨੇ। ਸੋ ਜਦੋਂ ਯੂਨੀਵਰਸਿਟੀ ਦੇ ਵਿੱਚ 1 ਸਾਲ ਪੜ੍ਹਾਈ ਕੀਤਾ ਜਾਂ ਕਮਿਊਨਿਟੀ ਕਾਲਜ ਦੇ ਵਿੱਚ 1 ਸਾਲ ਪੜ੍ਹਾਈ ਕੀਤਾ ਜਾਂ ਰੈਕਗਨਾਈਜ਼ਡ ਕਾਲਜ ਦੇ ਵਿੱਚ 1 ਸਾਲ ਪੜ੍ਹਾਈ ਕੀਤੀ ਤੇ ਉਹ 1 ਸਾਲ ਦਾ ਹੀ ਪੋਸਟ ਗ੍ਰੈਡ ਵਰਕ ਪਰਮਿਟ ਮਿਲਦਾ ਹੈ। ਸੋ ਇਹਨਾਂ ਨੂੰ ਕਹਾਂਗਾ ਕਿ ਜੇ ਉਹ ਰੈਗੂਲਰ ਕਮਿਊਨਿਟੀ ਕਾਲਜ ਦੇ ਵਿੱਚ ਪੜ੍ਹਾਈ 2 ਸਾਲ ਉਹਨਾਂ ਨੇ ਇੱਕ ਸਾਲ ਦੇ 2 ਕੋਰਸ ਕੀਤੇ ਹੈ ਤੇ ਹੀ ਇਜ਼ ਟੈਕਨੀਕਲੀ ਐਲੀਜੀਬਲ ਫॉर 3 ਇਅਰਸ ਆਫ ਪੋਸਟ ਗ੍ਰੈਡ ਵਰਕ ਪਰਮਿਟ। ਜੇ ਨਹੀਂ ਮਿਲਿਆ ਤੇ ਆਈਸੀਸੀ ਇਮੀਗ੍ਰੇਸ਼ਨ ਤੇ ਸਾਨੂੰ ਕਾਲ ਹੇਠ ਲਿਖੇ ਨੰਬਰ ਤੇ ਕਾਲ ਕਰ ਸਕਦੇ ਨੇ, ਵੀ ਕੈਨ ਅਸਿਸਟ ਹਿਮ ਵਿਦ ਦੈਟ ਐਪਲੀਕੇਸ਼ਨ। ਜੀ ਬਿਲਕੁਲ। ਹੁਣ ਦੂਜਾ ਇਹਨਾਂ ਦਾ ਨਾਲ ਇੱਕ ਹੋਰ ਕੁਐਸਚਨ ਸੀਗਾ ਕਿ 1 ਸਾਲ ਦਾ ਵਰਕ ਪਰਮਿਟ ਮਿਲਿਆ ਤੇ 1 ਸਾਲ ਦੇ ਬਾਅਦ ਕੁਆਲੀਫਾਈ ਹੋ ਜਾਣਗੇ। ਹਾਂਜੀ, ਜੇ ਤੁਸੀਂ 1 ਸਾਲ ਕੰਪਲੀਟ 1 ਈਅਰ ਕੰਮ ਕਰੋਗੇ ਤੇ ਉਹਨੇ ਘੰਟੇ 1550 ਘੰਟੇ ਕੰਮ ਕਰੋਗੇ ਤਾਂ ਤੁਸੀਂ ਐਲੀਜੀਬਲ ਹੋਗੇ। ਇਹ ਨਹੀਂ ਕੱਲਾ ਕਿ ਤੁਸੀਂ ਘੰਟੇ ਪੂਰੇ ਕਰ ਲਏ ਤੇ ਸਾਲ ਕੰਪਲੀਟ ਨਹੀਂ ਹੋਇਆ ਤੇ ਤੁਸੀਂ 1 ਸਾਲ ਦੇ ਪੁਆਇੰਟਸ ਕਲੇਮ ਕਰ ਪਾਓਗੇ। ਸੋ ਦਾ ਟਾਈਮ ਵੀ 1 ਈਅਰ ਕੰਪਲੀਟ ਹੋਣਾ ਚਾਹੀਦਾ ਤੇ ਘੰਟੇ ਵੀ ਤੁਹਾਡੇ ਪੂਰੇ ਹੋਣੇ ਚਾਹੀਦੇ, ਤਾਂ ਹੀ ਤੁਸੀਂ ਪੁਆਇੰਟਸ ਕਲੇਮ ਕਰ ਸਕਦੇ ਹੋ। ਆਪਣਾ ਕੇਸ ਡਿਸਕਸ ਕਰਨ ਵਾਸਤੇ ਤੁਸੀਂ ਯੂ ਕੈਨ ਆਲਵੇਜ਼ ਕਾਲ ਅਸ ਐਂਡ ਵੀ ਕੈਨ ਡਿਸਕਸ ਔਨ 1-on-1 ਬੇਸਿਸ। ਬਿਲਕੁਲ ਜੀ। ਤੇ ਨੈਕਸਟ ਹੀ ਮੈਮ ਦਾ ਜਿਨ੍ਹਾਂ ਦੇ ਆਪਣੇ ਸਨ ਇਨ ਲਾ ਦੇ ਕੇਸ ਦੇ ਬਾਰੇ ਵਿੱਚ ਪੁੱਛ ਰਹੇ ਸਨ, ਕੋਈ ਐਸਕਿਊਕਿਊ ਨੰਬਰ ਦੀ ਗੱਲ ਕਰ ਰਹੇ ਸੀ ਕਿ ਉਹਨਾਂ ਦੀ ਫਾਈਲ ਜਿਹੜੀਆਂ ਹੁਣ ਇਹ ਕਿ ਸ਼ੋ ਕੀਤਾ ਜਾ ਰਿਹਾ ਕਿ ਹੁਣ ਉਹਦਾ ਟਾਈਮ ਪੀਰੀਅਡ ਲੰਘ ਚੁੱਕਿਆ ਹੈ। ਹਾਂਜੀ, ਇਹਨਾਂ ਵਾਸਤੇ ਇੱਕੋ ਹੀ ਚੀਜ਼ ਕਿ ਇਹ ਬੇਸਿਕਲੀ ਕੰਸੀਡਰ ਕਰ ਰਹੇ ਨੇ ਕਿ ਜੀ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਜਾਂ IRCC ਵੈਬਸਾਈਟ ਤੇ ਲਿਖਿਆ ਹੋਇਆ ਕਿ 1 ਸਾਲ ਦੇ ਵਿੱਚ ਫਾਈਲ ਪ੍ਰੋਸੈਸ ਹੋਣੀ ਹੈ ਸਪਾਊਸਲ। ਸੋ ਇਟ ਇਜ਼ ਬਿਕਾਜ਼ ਆਫ ਪ੍ਰੋਬਬਲੀ ਪੈਂਡੈਮਿਕ ਇਟ ਹੈਜ਼ ਗॉट ਡਿਲੇਡ। ਇਟ ਸ਼ੁੱਡ ਬੀ ਗੈਟਿੰਗ ਡਨ ਫਾਸਟ ਨਾਓ। ਜੀ ਬਿਲਕੁਲ। ਤੇ ਮੈਂ ਆਪਣੇ ਦਰਸ਼ਕਾਂ ਨੂੰ ਵੀ ਇਹੀ ਕਹਿਣਾ ਚਾਹਾਂਗੀ ਕਿ ਸਾਨੂੰ ਕਾਲ ਸਿਰਫ ਉਹ ਇਮੀਗ੍ਰੇਸ਼ਨ ਸੰਬੰਧੀ ਪ੍ਰੋਸੈਸ ਲਈ ਤੁਸੀਂ ਕਰੋ। ਜੇਕਰ ਤੁਸੀਂ ਸਿਰਫ ਇਹ ਪੁੱਛਣਾ ਹੈ ਕਿ ਬਾਰਡਰਸ ਕਦੋਂ ਓਪਨ ਹੋਣਗੇ ਜਾਂ ਫਿਰ ਐਮਬੈਸੀਜ਼ ਕਦੋਂ ਆਪਣਾ ਕੰਮ ਸਟਾਰਟ ਕਰਨਗੇ, ਆਫਿਸਰਸ ਕਦੋਂ ਕੰਮ ਸਟਾਰਟ ਕਰਨਗੇ, ਇਹਦੇ ਬਾਰੇ ਵਿੱਚ ਸਰਕਾਰ ਹੀ ਜ਼ਿਆਦਾ ਬੈਟਰ ਵੇ ਨਾਲ ਦੱਸ ਸਕਦੀ ਹੈ। ਤੁਸੀਂ ਸਿਰਫ ਸਾਡੇ ਨਾਲ ਇਮੀਗ੍ਰੇਸ਼ਨ ਸੰਬੰਧੀ ਜਿਹੜੇ ਕੁਐਸਚਨ ਉਹ ਪੁੱਟ ਕਰੋ। ਸਰ ਅਸੀਂ ਗੱਲਬਾਤ ਕਰ ਰਹੇ ਸੀ PNP ਦੇ ਬਾਰੇ ਵਿੱਚ ਗੱਲਬਾਤ ਹੋ ਰਹੀ ਸੀ ਕਿ ਜਿਹੜੇ ਤੁਸੀਂ ਦੱਸਿਆ ਹੈ ਕਿ ਸਸਕੈਚੁਅਨ ਦੇ ਵਿੱਚ ਤਾਂ ਸਰਕਾਰ ਨੇ ਕੁਝ ਐਕਸੈਂਪਸ਼ਨਸ ਜਿਹੜੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੇ ਤੇ ਬਾਕੀ ਦੀਆਂ ਪ੍ਰੋਵਿੰਸਸ ਵੀ ਸ਼ਾਇਦ ਇਸ ਨੂੰ ਫੋਲੋ ਕਰਨਗੀਆਂ। ਕੀ ਸਿਰਫ ਇਹ PNP ਦੇ ਵਿੱਚ ਹੀ ਮਿਲਣਗੀਆਂ ਜਾਂ ਫਿਰ ਜਿਵੇਂ ਕੈਨੇਡੀਅਨ ਐਕਸਪੀਰੀਅੰਸ ਹੋ ਗਿਆ ਜਾਂ ਕੋਈ ਐਵੇਂ ਦੀਆਂ ਕੈਟਾਗਰੀਜ਼ ਨੇ ਉਹਨਾਂ ਵਿੱਚ ਵੀ ਦੇਖਣ ਨੂੰ ਮਿਲ ਸਕਦੀ ਹੈ?
ਤਰ੍ਹਾਂ ਜੀ ਜਿੱਥੇ 1 ਸਾਲ ਦਾ ਐਕਸਪੀਰੀਅੰਸ ਕੰਪਲੀਟ ਨਹੀਂ ਹੋ ਰਿਹਾ, ਭਾਵੇਂ ਅਸੀਂ ਪੀਐਨਪੀ ਦੀ ਗੱਲ ਕਰੀਏ ਜਾਂ ਸੀਸੀ ਦੀ ਵੀ ਗੱਲ ਕਰੀਏ, ਤੇ ਉਹ ਦੋਨੋਂ ਚੀਜ਼ਾਂ ਦੇ ਵਿੱਚ ਇਫੈਕਟ ਹੋਏਗਾ। ਸੀਸੀ ਦੇ ਵਿੱਚ ਵੀ ਜੇ 1 ਸਾਲ ਕੰਪਲੀਟ ਨਹੀਂ ਹੋ ਰਿਹਾ ਤੇ ਉਹ ਇਫੈਕਟ ਕਰੇਗਾ, ਬਟ ਪੀਐਨਪੀ ਦੇ ਵਿੱਚ ਡਰਾਸਟਿਕਲੀ ਇਫੈਕਟ ਇਸ ਵਾਸਤੇ ਕਰਦਾ ਬਿਕੋਜ਼ ਪੀਐਨਪੀ ਦਿੱਤੀ ਇਸੇ ਬੇਸ ਤੇ ਜਾ ਰਹੀ ਹੈ ਕਿ EMPLOYER ਸਪੋਰਟ ਕਰ ਰਿਹਾ ਤੁਹਾਡੀ ਪਰਮਾਨੈਂਟ ਰੈਜ਼ੀਡੈਂਸੀ ਨੂੰ, ਐਂਡ ਉਹਦੇ ਵਿੱਚ ਜੇ ਤੁਸੀਂ ਜੌਬ ਲੂਜ਼ ਕਰ ਜਾਂਦੇ ਹੋ ਜਾਂ ਤੁਹਾਨੂੰ ਲੇ ਆਫ ਹੋ ਜਾਂਦਾ ਹੈ ਜਾਂ ਤੁਹਾਡਾ EMPLOYER ਤੁਹਾਨੂੰ ਅੱਗੇ ਹਾਇਰ ਕਰਨ ਵਾਸਤੇ ਤਿਆਰ ਨਹੀਂ ਹੈਗਾ, ਤੇ ਤੁਹਾਡੀ ਪੀਐਨਪੀ ਦੀ ਐਪਲੀਕੇਸ਼ਨ ਰਿਜੈਕਟ ਹੋ ਸਕਦੀ ਹੈਗੀ ਹੈ। ਐਂਡ ਦਿਸ ਇਜ਼ ਨਾਟ ਓਨਲੀ ਵਿਦ Saskatchewan immigration ਜਾਂ ਮੈਨੀਟੋਬਾ ਜਾਂ BC, ਇਟ ਇਜ਼ ਵਿਦ ਆਲ ਪ੍ਰੋਵਿੰਸ਼ੀਅਲ ਐਪਲੀਕੇਸ਼ਨਸ। ਸਿਰਫ ਮੈਨੀਟੋਬਾ, ਸਿਰਫ ਅਸੀਂ ਐਟਲਾਂਟਿਕ ਪ੍ਰੋਵਿੰਸਿਸ ਦੀ ਗੱਲ ਕਰੀਏ, ਨੋਵਾ ਸਕੋਸ਼ੀਆ, ਨਿਊ ਬ੍ਰੰਸਵਿਕ, ਉੱਥੇ ਵੀ ਤੁਹਾਨੂੰ 1 ਸਾਲ ਦੇ ਬਾਅਦ ਜੌਬ ਲੈਟਰ ਚਾਹੀਦੀ ਹੈਗੀ, ਐਂਡ ਯੂ ਸ਼ੁੱਡ ਟੈਕਨੀਕਲੀ ਬੀ ਵਰਕਿੰਗ ਵਿਦ ਦ ਸੇਮ EMPLOYER। ਸੋ ਅਕ੍ਰੋਸ ਕੈਨੇਡਾ ਯੂ ਸ਼ੁੱਡ ਬੀ ਵਰਕਿੰਗ ਵਿਦ ਦ ਸੇਮ EMPLOYER ਜਦ ਤੱਕ ਤੁਹਾਡਾ ਪੀਐਨਪੀ ਤੋਂ ਬਾਅਦ PR ਨਹੀਂ ਹੋ ਜਾਂਦਾ। ਪੀਐਨਪੀ ਤੋਂ ਬਾਅਦ ਐਂਡ PR ਦੇ ਵਿੱਚ ਵੀ ਜਿਹੜਾ ਗੈਪ ਹੈਗਾ, ਉਹ ਵੀ ਤੁਹਾਨੂੰ ਯੂ ਸ਼ੁੱਡ ਬੀ ਵਰਕਿੰਗ ਵਿਦ ਦ ਸੇਮ EMPLOYER। ਜੇ ਤੁਹਾਡੀ ਉਸ ਟਾਈਮ ਤੇ ਵੀ ਜੌਬ ਜਾਂਦੀ ਹੈ ਤੇ ਉਹ ਵੀ ਤੁਸੀਂ ਇਨਫੋਰਮ ਕਰਨਾ ਜ਼ਰੂਰੀ ਹੈਗਾ ਪੀਐਨਪੀ ਆਫੀਸ਼ੀਅਲਸ ਨੂੰ, ਬਿਕੋਜ਼ ਉਹ ਵੀ ਤੁਹਾਨੂੰ ਨੈਗੇਟਿਵਲੀ ਇੰਪੈਕਟ ਕਰ ਸਕਦਾ, ਤੁਹਾਡਾ ਪੀਐਨਪੀ ਉੱਥੇ ਵੀ ਕੈਂਸਲ ਕੀਤਾ ਜਾ ਜੀ ਸਕਦਾ। 1 ਮਿੰਟ ਸਰ, ਤੁਸੀਂ ਔਨ ਹੋਲਡ ਰਹੋ ਜੀ ਸਰ। ਸੋ ਇੱਕੋ ਹੀ ਚੀਜ਼ ਕਿ ਜੇ ਤੁਹਾਡੇ ਕੋਲ ਪੀਐਨਪੀ ਹੈਗਾ ਆ ਤੇ ਸਟੇ ਵਿਦ ਦ ਸੇਮ EMPLOYER ਐਂਡ ਮੇਕ ਸ਼ੋਰ ਯੂ ਵਰਕ ਵਿਦ ਦ ਸੇਮ EMPLOYER। ਐਂਡ ਜੇ ਤੁਹਾਡਾ ਜੌਬ ਲਾਸ ਹੋਇਆ, ਮੇਕ ਸ਼ੋਰ ਯੂ ਨੋਟੀਫਾਈ ਦਾ ਪੀਐਨਪੀ ਆਫੀਸ਼ੀਅਲ ਐਂਡ ਪੀਐਨਪੀ ਇਨਫੋਰਮ ਕਰੋ ਐਂਡ ਆਪਣਾ ਕੰਡੀਸ਼ਨਲ ਲੈ ਕੇ ਫਿਰ ਕੰਡੀਸ਼ਨਸ ਬਾਅਦ ਚੋਂ ਰਿਮੂਵ ਕਰਾਓ ਜਦੋਂ ਨਵਾਂ EMPLOYER ਤੁਹਾਨੂੰ ਮਿਲ ਜਾਂਦਾ। ਜੀ ਬਿਲਕੁਲ ਜੀ। ਇੱਕ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਮੈਡਮ ਮੈਂ ਬ੍ਰੈਂਪਟਨ ਤੋਂ ਬੋਲ ਰਿਹਾ ਜੀ। ਦੱਸੋ ਕੀ ਪੁੱਛਣਾ ਸਰ ਤੁਸੀਂ? ਹਾਂਜੀ ਮੈਮ, ਮੈਂ ਬੁੱਕ ਕੀਪਰ ਹਾਂ ਇੱਥੇ, ਫੋਰਨ ਵਰਕਰ ਹਾਂ ਟੈਂਪਰੇਰੀ ਜੀ। ਤੇ ਮੇਰਾ 1 ਸਾਲ ਦਾ ਐਕਸਪੀਰੀਅੰਸ ਹੋ ਚੁੱਕਾ ਹੈ ਮੈਡਮ ਇੱਥੇ। ਤੇ ਮੈਂ ਨਾ ਬਾਈ ਮਿਸਟੇਕਲੀ ਇੱਥੇ ਆਇਲਸ ਕਰ ਨਹੀਂ ਪਾਇਆ ਸੀ, ਤੇ ਆਇਲਸ ਤੇ 7 ਬੈਂਡ ਨਾ ਮੇਰਾ ਐਕਸਪ੍ਰੈਸ ਸੈਂਟਰ 'ਚ ਅੱਜ ਦੀ ਡੇਟ 'ਚ ਪੂਰਾ ਸਕੋਰ ਬਣ ਜਾਂਦਾ, ਬਟ ਆਇਲਸ ਸੈਂਟਰ ਖੁੱਲੇ ਨਹੀਂ ਹੈ, ਤੇ ਕੀ ਆਪਸ਼ਨ ਹੈ ਮੈਮ ਮੇਰੇ ਕੋਲ PR ਅਪਲਾਈ ਕਰਨ ਦੀ? ਜੀ ਮਨੂ ਦੱਤਾ ਜੀ, ਤੁਹਾਨੂੰ ਸਵਾਲ ਸੁਣ ਗਿਆ ਜਾਂ ਮੈਂ ਰਿਪੀਟ ਕਰਾਂ? ਨਹੀਂ ਜੀ, ਬਿਲਕੁਲ ਸੁਣ ਕੇ ਇਹਨਾਂ ਨੂੰ ਆਨਸਰ ਤੁਸੀਂ ਜੀ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਤੁਸੀਂ ਕਾਲ ਕੀਤੀ ਉਹਦੇ ਲਈ ਬਹੁਤ ਬਹੁਤ ਧੰਨਵਾਦ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਮੈਂ ਬੋਲਦਾ ਸੀ ਐਡਮਿਟ ਤੋਂ ਜੀ ਸਰ, ਦੱਸੋ ਕੀ ਪੁੱਛਣਾ ਤੁਸੀਂ? ਮੈਂ ਨਾ ਐਜ ਟਰੱਕ ਡਰਾਈਵਰ ਕੰਮ ਕਰਦਾ ਇੱਥੇ। ਮੇਰੀ ਨਾ ਵਾਈਫ ਦੀ ਗਵਰਨਮੈਂਟ ਜੌਬ ਹੈ ਇੰਡੀਆ ਦੇ ਵਿੱਚ, ਉਹਦਾ ਵੀਜ਼ਾ ਲੱਗਾ ਹੋਇਆ ਰਜਿਸਟਰ ਜੀ। 2 ਸਾਲ ਹੋ ਗਏ ਲੱਗੇ ਨੂੰ, ਆਈ ਨਹੀਂ ਉਹਦੀ ਗਵਰਨਮੈਂਟ ਜੌਬ ਕਰਕੇ ਜੀ। ਮੇਰੇ 2 ਬੱਚੇ ਹੈ ਜੀ, ਇੱਕ 9 ਸਾਲ ਦਾ, ਇੱਕ 7 ਸਾਲ ਦਾ। ਮੈਂ ਉਹਨਾਂ ਦਾ ਵੀਜ਼ਾ ਲਾਉਣਾ ਚਾਹੁੰਦਾ ਸੀ, ਵਿਜ਼ਟਰ ਵੀਜ਼ਾ ਲੱਗ ਸਕਦਾ ਮੈਂ ਮੈਨੂੰ ਲਾਉਣਾ ਚਾਹੁੰਦਾ। ਮੇਰੀ ਆਮਦਨ ਵੀ ਵਧੀਆ, ਇੱਥੇ ਵਾਈਫ ਦੀ ਵੀ ਆਮਦਨ ਵੀ ਗਵਰਨਮੈਂਟ ਜੌਬ ਆ, 70,000 ਰੁਪਇਆ ਪੇ ਹੈਗੀ, ਉੱਥੇ ਜ਼ਮੀਨ ਜਾਇਦਾਦ ਹੈਗੀ ਜੀ। ਜੀ ਮਨੂ ਜੀ, ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਇਹਨਾਂ ਨੂੰ? ਇਹਨਾਂ ਦਾ ਸਟੇਟਸ ਕੀ ਹੈਗਾ? ਇਹਨਾਂ ਦਾ ਸਟੇਟਸ ਸਰ ਇਸ ਟਾਈਮ ਤੁਹਾਡਾ ਸਟੇਟਸ ਕੀ ਹੈ? ਮੈਂ ਟਰੱਕ ਡਰਾਈਵਰ ਵਰਕ ਪਰਮਿਟ ਤੇ ਕੰਮ ਕਰਦਾ ਹਾਂ। ਵਰਕ ਪਰਮਿਟ ਤੇ ਨੇ ਸਰ? ਟਰੱਕ ਡਰਾਈਵਿੰਗ ਦੇ ਵਰਕ ਪਰਮਿਟ ਦੇ ਉੱਤੇ ਹੈਗਾ? ਹਾਂਜੀ, ਟਰੱਕ ਡਰਾਈਵਰ ਵਰਕ ਪਰਮਿਟ ਤੇ ਨੇ। 8 ਮਹੀਨੇ ਤੋਂ ਕੰਮ ਕਰ ਰਿਹਾ। ਮੇਰੀ 1 ਮਿੰਟ ਸਰ ਜੀ ਹੋਲਡ ਰੱਖਿਓ, ਮਨੂ ਦੱਤਾ ਜੀ ਕੁਝ ਕਹਿ ਰਹੇ ਨੇ। ਹਾਂਜੀ ਸਰ। ਕਿਹੜੇ ਪ੍ਰੋਵਿੰਸ 'ਚ ਕੰਮ ਕਰ ਰਹੇ ਸਰ ਤੁਸੀਂ ਕਿਹੜੇ ਪ੍ਰੋਵਿੰਸ 'ਚ ਹੋ? ਮੈਂ ਅਲਬਰਟਾ ਦੇ ਵਿੱਚ। ਥੈਂਕ ਜੀ ਯੂ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਹੈਲੋ ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਹਾਂਜੀ, ਮੈਂ ਪਰਮਜੀਤ ਮੈਂ ਨਾ ਸਿਟੀਜ਼ਨ ਬਾਰੇ। ਮੈਮ ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ, ਥੋੜਾ ਜਿਹਾ ਉੱਚੀ ਬੋਲਿਓ। ਹਾਂਜੀ ਮੈਂ ਕਿਹਾ ਸਾਡੇ ਬੇਟੇ ਨੇ ਨਾ ਸਿਟੀਜ਼ਨ ਦਾ ਉਹ ਦਿੱਤਾ ਸੀ ਪੇਪਰ, ਸਾਰਾ ਕੁਝ ਹੋਇਆ ਸੀਗਾ, ਤੇ ਜਾਨੂ ਆ ਕੋਵਿਡ ਦਾ ਹੋ ਗਿਆ ਤੇ ਉਹਦਾ ਪਾਸਪੋਰਟ ਨਹੀਂ ਆਇਆ। ਵੀ ਕੀ ਇਹ ਹੁਣ ਚੱਲ ਪਏ ਕੰਮ ਕਿ ਜਾਂ ਵੀ ਕਿੱਦਾਂ ਹੋਊਗਾ, ਵੀ ਉਹਦਾ ਸਵਾਲ ਜਵਾਬ ਕਿੱਦਾਂ? ਜੀ ਤੁਸੀਂ ਮਨੂ ਜੀ ਤੁਸੀਂ ਪੁੱਛਣਾ ਜਾਂ ਟੀਵੀ ਸਕਰੀਨ ਤੇ ਆਨਸਰ ਦਈਏ? ਮੈਨੂੰ ਸਮਝ ਨਹੀਂ ਸਰ ਉਹਨਾਂ ਦੇ ਬੇਟੇ ਦੇ ਜੀ, ਉਹਨਾਂ ਦੇ ਬੇਟੇ ਨੇ ਸਿਟੀਜ਼ਨਸ਼ਿਪ ਦਾ ਪੇਪਰ ਦਿੱਤਾ ਹੋਇਆ ਸੀ ਤੇ ਕੋਵਿਡ ਦੇ ਕਰਕੇ ਉਹਨਾਂ ਦਾ ਹੁਣ ਹਜੇ ਤੱਕ ਪਾਸਪੋਰਟ ਨਹੀਂ ਆਇਆ। ਉਹਦੇ ਬਾਰੇ ਵਿੱਚ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਨੇ, ਕਿੰਨਾ ਟਾਈਮ ਲੱਗ ਸਕਦਾ? ਹਾਂਜੀ, ਮਾਰਚ ਦੇ ਸ਼ੁਰੂ ਚ ਦਿੱਤਾ ਜੀ ਮੈਮ ਉਸ ਤੋਂ ਬਾਅਦ ਬੰਦ ਹੋ ਗਿਆ। ਮੈਮ ਤੁਸੀਂ ਹਾਂਜੀ ਮਨੂ ਜੀ, ਆਪਾਂ ਕੁਝ ਪੁੱਛਣਾ ਜਾਂ ਟੀਵੀ ਸਕਰੀਨ ਤੇ ਆਨਸਰ ਦਈਏ? ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕੀਤੀ ਉਹਦੇ ਲਈ ਬਹੁਤ ਬਹੁਤ ਧੰਨਵਾਦ। ਜੀ ਸਰ, ਅਸੀਂ ਸਵਾਲਾਂ ਦੇ ਜਵਾਬ ਦਈਏ ਜਿਨ੍ਹਾਂ ਨੇ ਇੱਕ ਕਿਹਾ ਸੀ। ਅਸੀਂ ਲਾਸਟ ਕਾਲ ਲੈ ਰਹੇ ਹਾਂ, ਕੁਝ ਸਮੇਂ ਲਈ ਕਾਲਸ ਹੋਲਡ ਕਰਾਂਗੇ ਅਸੀਂ ਇਸ ਤੋਂ ਬਾਅਦ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਮੈਮ? ਅਸੀਂ ਸੜੀ ਤੋਂ ਬੋਲਦੇ ਸੀਗੇ। ਹਾਂਜੀ ਦੱਸੋ ਕੀ ਪੁੱਛਣਾ? ਮੇਰਾ ਇਹਨਾਂ ਨੂੰ ਕੁਐਸਚਨ ਸੀਗਾ ਜੀ ਕਿ ਮੇਰੇ ਮੰਮੀ ਮੇਰੇ ਕੋਲ ਆਏ ਹੋਏ ਆ ਵਿਜ਼ਟਰ ਵੀਜ਼ੇ ਤੇ ਕੈਨੇਡਾ ਦੇ ਵਿੱਚ, ਤੇ ਉਹਨਾਂ ਦਾ ਆਪਾਂ ਇੱਥੋਂ ਸੁਪਰ ਵੀਜ਼ਾ ਅਪਲਾਈ ਕਰ ਸਕਦੇ ਹਾਂ? ਮੇਰੇ ਬੱਚਿਆਂ ਕਰਕੇ ਮੈਨੂੰ ਪ੍ਰੋਬਲਮ ਸੀਗੀ।
ਜੀ ਜੀ ਮਨੂ ਜੀ ਆਪਾਂ ਕੁਝ ਸਵਾਲ ਪੁੱਛਣਾ ਇਹਨਾਂ ਨੂੰ ਜਾਂ ਆਨਸਰ ਦਈਏ ਨਹੀਂ ਜੀ ਆਨਸਰ ਦੇਵਾਂਗੇ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਰ ਆਇਲਸ ਵਾਲਿਆਂ ਦੀ ਜਿਨ੍ਹਾਂ ਦੀ ਸਭ ਤੋਂ ਪਹਿਲਾਂ ਬਰੈਂਪਟਨ ਤੋਂ ਸੀ ਕਿ ਬੁੱਕ ਕੀਪਿੰਗ ਦਾ ਉਹਨਾਂ ਨੂੰ ਤਜਰਬਾ ਹੋ ਗਿਆ ਬਟ ਆਇਲਸ ਨਹੀਂ ਕਰ ਪਾ ਰਹੇ ਕੋਈ ਆਪਸ਼ਨ ਹੋਵੇ ਤਰਨ ਜੀ ਜਦੋਂ ਵੀ ਪ੍ਰੋਫਾਈਲ ਕ੍ਰੀਏਟ ਹੋਣਾ ਐਕਸਪ੍ਰੈਸ ਐਂਟਰੀ ਦੇ ਵਿੱਚ ਤਾਂ ਹੀ ਹੋਣਾ ਹੈ ਜਦੋਂ ਤੁਹਾਡੇ ਕੋਲ ਐਕਸਪ੍ਰੈਸ ਐਂਟਰੀ ਦੇ ਸਕੋਰਸ ਵੈਲਿਡ ਹੋਣ ਜੇ ਤੁਸੀਂ ਐਕਸਪ੍ਰੈਸ ਐਂਟਰੀ ਦਾ ਸਕੋਰ ਨਹੀਂ ਦਿੱਤਾ ਤੁਸੀਂ ਐਜ਼ਿਊਮ ਕਰਕੇ ਐਪਲੀਕੇਸ਼ਨ ਤੁਹਾਡੀ ਨਹੀਂ ਲੱਗਦੀਆਂ ਇਸ ਤਰ੍ਹਾਂ ਸੋ ਦੈਟ ਇਜ਼ ਦਾ ਰੀਜ਼ਨ ਕਿ ਬੈਨੀਫਿਟ ਉਹਨਾਂ ਸਟੂਡੈਂਟਸ ਨੂੰ ਜਾਂ ਉਹਨਾਂ ਇੰਟਰਾ ਕੰਪਨੀ ਟ੍ਰਾਂਸਫਰੇਜ਼ ਨੂੰ ਹੋ ਰਿਹਾ ਜਿਹੜੇ ਇਸ ਟਾਈਮ ਕੈਨੇਡਾ ਦੇ ਵਿੱਚ ਮੌਜੂਦ ਹੈਗੇ ਨੇ ਜਿਨ੍ਹਾਂ ਦਾ ਸਕੋਰ ਥੱਲੇ ਹੋਣ ਦੇ ਬਾਵਜੂਦ ਐਪਲੀਕੇਸ਼ਨਸ ਪਿਕ ਹੋ ਰਹੀਆਂ ਸੋ ਹੀ ਵੁੱਡ ਹੈਵ ਨੋ ਚੋਇਸ ਬਟ ਟੂ ਵੇਟ ਨਾਲ ਦੀ ਨਾਲ ਇੱਕ ਚੀਜ਼ ਜ਼ਰੂਰ ਕਹਿਣਾ ਚਾਹਾਂਗਾ ਜਿੰਨੇ ਸਟੂਡੈਂਟਸ ਇਸ ਟਾਈਮ ਜਿਨ੍ਹਾਂ ਦੇ ਕੋਲ ਡਿਗਰੀ ਅਸੈਸਮੈਂਟਸ ਹੋਈਆਂ ਜੇ ਗ੍ਰੈਜੂਏਸ਼ਨ ਤੋਂ ਬਾਅਦ ਆਏ ਹੋਏ ਨੇ ਜਾਂ ਮਾਸਟਰਸ ਤੋਂ ਬਾਅਦ ਆਏ ਹੋਏ ਨੇ ਤੇ ਜੇ ਆਈਲੈਟਸ ਕੀਤਾ ਹੋਇਆ ਦਿਸ ਇਜ਼ ਦਾ ਰਾਈਟ ਟਾਈਮ ਟੂ ਪੁੱਟ ਅਪ ਯੋਰ ਪ੍ਰੋਫਾਈਲ ਮੇਕ ਸ਼ੋਰ ਇਟ ਇਜ਼ ਡਨ ਰਾਈਟ ਐਂਡ ਡਨ ਪ੍ਰੋਪਰਲੀ ਬਿਕੋਜ਼ ਤੁਹਾਡੇ ਪਿਕ ਹੋਣ ਦੇ ਚਾਂਸਸ ਬਹੁਤ ਬ੍ਰਾਈਟ ਹੈਗੇ ਨੇ ਇਸ ਟਾਈਮ 430 to 435 ਦੇ ਵਿੱਚ ਅੱਜ ਤੋਂ ਕੱਲ ਦੇ ਵਿੱਚ ਜਿਹੜਾ ਡਰਾ ਹੋਏਗਾ ਐਕਸਪੈਕਟਡ ਹੈਗਾ 430 ਪਲੱਸ ਦੇ ਵਿੱਚ ਜਾਏਗਾ ਸੋ ਯੂ ਹੈਵ ਗੋਟ ਵੈਰੀ ਵੈਰੀ ਬ੍ਰਾਈਟ ਚਾਂਸਸ ਸੈਕੰਡ ਆਫ ਆਲ ਜਿਨ੍ਹਾਂ ਸਟੂਡੈਂਟਸ ਦੀ ਐਪਲੀਕੇਸ਼ਨ ਪਿਕ ਹੋਈ ਹੈਗੀ ਹੈ ਇਨਵੀਟੇਸ਼ਨ ਟੂ ਅਪਲਾਈ ਆ ਗਿਆ ITA ਆ ਗਿਆ ਹੈਗਾ ਉਹਨਾਂ ਸਟੂਡੈਂਟ ਸਾਰਿਆਂ ਨੂੰ ਅਸੀਂ ਰਿਕਮੈਂਡ ਕਰਾਂਗੇ ਕਿ ਪੁੱਟ ਅਪ ਅ ਐਪਲੀਕੇਸ਼ਨ ਇਨ ਅ ਪ੍ਰੋਪਰ ਵੇ ਜੇ ਤੁਸੀਂ ਪ੍ਰੋਪਰਲੀ ਐਪਲੀਕੇਸ਼ਨ ਪੁੱਟ ਅਪ ਨਹੀਂ ਕਰ ਸਕਦੇ ਤੇ ਕਿਸੇ ਕੰਸਲਟੈਂਟ ਦੀ ਲਾਇਰ ਦੀ ਸਲਾਹ ਜ਼ਰੂਰ ਲਓ ਕਿਸੇ 2000 1500 2500 ਬਚਾਉਣ ਦੇ ਚੱਕਰ ਦੇ ਵਿੱਚ ਕਿਸ ਤਰ੍ਹਾਂ ਨਾ ਹੋਵੇ ਤੁਸੀਂ ਜੌਬ ਲੈਟਰ ਦੇ ਵਿੱਚ ਜਾਂ ਕੋਈ ਚੀਜ਼ ਇਹੋ ਜਿਹੀ ਇਨਫੋਰਮੇਸ਼ਨ ਪੁੱਟ ਅਪ ਕਰ ਦਿਓ ਜਿਹੜਾ ਤੁਹਾਨੂੰ ਨੈਗੇਟਿਵਲੀ ਇੰਪੈਕਟ ਕਰੇ ਤੁਹਾਡੀ ਫਾਈਲ ਨੂੰ ਥੱਲੇ ਪੁਲ ਆਊਟ ਕਰੇ ਜਾਂ ਡਿਲੇ ਕਰੇ ਸੋ ਹਾਇਰ ਅ ਕੰਸਲਟੈਂਟ ਐਂਡ ਪ੍ਰੋਫੈਸ਼ਨਲ ਟੂ ਡੂ ਦੈਟ ਐਂਡ ਬਹੁਤ ਸਾਰੇ ਸਟੂਡੈਂਟਸ ਅਸੀਂ ਇਸ ਤਰ੍ਹਾਂ ਦੇ ਦੇਖਦੇ ਹਾਂ ਜਿਹੜੇ ਇੱਕ ਦੂਜੇ ਦੀ ਚੀਜ਼ਾਂ ਦੇਖ ਕੇ ਐਪਲੀਕੇਸ਼ਨ ਪੁੱਟ ਅਪ ਕਰ ਲੈਂਦੇ ਨੇ A ਦੀ ਡਿਊਟੀ B ਤੋਂ ਡਿਫਰੈਂਟ ਹੋਏਗੀ ਈਵਨ ਡੈਜ਼ਿਗਨੇਸ਼ਨ ਸੇਮ ਹੈਗਾ ਕੰਪਨੀ ਡਿਫਰੈਂਟ ਹੈਗੀ ਹੈ ਤੇ ਡਿਊਟੀਜ਼ ਸੇਮ ਨਹੀਂ ਹੋ ਸਕਦੀਆਂ ਇਟ ਵੁੱਡ ਬੀ ਡਿਫਰੈਂਟ ਡਿਊਟੀਜ਼ ਐਂਡ ਕੱਟ ਕਾਪੀ ਕਰਕੇ ਡੂ ਨਾਟ ਪੁੱਟ ਇਟ ਅਪ ਔਨ ਅ ਲੈਟਰ ਹੈਡ ਉਹ ਸਾਈਨ ਕਰਾ ਲਓ ਡੋਂਟ ਡੂ ਦੈਟ ਬਿਕੋਜ਼ ਇੱਕੋ ਗਲਤੀ ਤੁਹਾਨੂੰ ਬਾਰ-ਬਾਰ ਮੈਂ ਕਹਿੰਦਾ ਕਿ avoid doing such mistakes ਜਿਹੜਾ ਤੁਹਾਨੂੰ negatively impact ਕਰਨ so hire a consultant or a professional if you are a professional enough do it on your own you don't need anybody else then but ਜੇ ਤੁਹਾਨੂੰ ਸਮਝ ਆਉਂਦੀ ਹੈ ਕਿ ਮੈਂ ਕਿਸੇ ਇਹੋ ਜਿਹੇ ਸਟੂਡੈਂਟ ਦੀ ਹੈਲਪ ਲੈ ਰਿਹਾ ਜਿਹੜਾ ਆਪ ਹੀ ਹਲੇ ਐਪਲੀਕੇਸ਼ਨ ਪੁੱਟ ਅਪ ਕਰ ਰਿਹਾ ਜਾਂ ਜਿਹੜਾ ਹੁਣੇ ਹੀ PR ਹੋਇਆ ਤੇ avoid doing that and seek help of a actual consultant who can really help you out ਜੀ ਬਿਲਕੁਲ ਨੈਕਸਟ ਜੀ ਸਾਨੂੰ ਜੀ ਟਰੱਕ ਡਰਾਈਵਰ ਦੀ ਸਾਨੂੰ ਕਾਲ ਆਈ ਸੀ ਐਡਮਿੰਟਨ ਤੋਂ ਜਿਹੜੇ ਕਿ ਆਪਣੇ ਵਾਈਫ ਦੀ ਕਹਿੰਦੇ ਸੀਗੇ ਕਿ ਜੌਬ ਕਰਕੇ ਉਹ ਆ ਨਹੀਂ ਸਕੇ 2 ਸਾਲ ਦਾ ਉਹਨਾਂ ਦੇ ਕੋਲ ਹੈਗਾ ਸੀ ਪਰਮਿਟ ਤੇ ਹੁਣ ਆਪਣੇ ਬੱਚਿਆਂ ਦੇ ਲਈ ਉਹ ਕਰਨਾ ਚਾਹੁੰਦੇ ਨੇ ਕਿ ਉਹਨਾਂ ਦੇ ਬੱਚਿਆਂ ਦਾ ਕਿਸੇ ਵੇ ਨਾਲ ਟੂਰਿਸਟ ਵੀਜ਼ਾ ਤੇ ਬੁਲਾ ਸਕਣ ਬਿਲਕੁਲ ਜੀ ਉਹਨਾਂ ਦੇ ਬੱਚੇ ਸਟੂਡੈਂਟ ਵੀਜ਼ਾ ਵਰਕ ਵਿਜ਼ਿਟ ਵੀਜ਼ਾ ਵਾਸਤੇ ਐਲੀਜੀਬਲ ਹੈਗੇ ਨੇ ਵਿਜ਼ਿਟ ਵੀਜ਼ਾ ਲੱਗ ਸਕਦਾ ਹੈਗਾ ਐਂਡ ਉਹਨਾਂ ਦੇ ਬੱਚਿਆਂ ਨੂੰ ਡਿਪੈਂਡੈਂਟ ਵੀਜ਼ਾਸ ਤਾਂ ਹੀ ਮਿਲਣਗੇ ਜਦੋਂ ਇਹਨਾਂ ਨੂੰ PR ਮਿਲੇਗੀ ਤਾਂ ਹੀ ਉਹਨਾਂ ਦੀ ਬੱਚਿਆਂ ਦੀ PR ਐਪਲੀਕੇਸ਼ਨ ਨਾਲ ਹੀ ਪ੍ਰੋਸੈਸ ਹੋਏਗੀ ਅਦਰਵਾਈਜ਼ ਜੇ ਵਿਜ਼ਿਟ ਵੀਜ਼ਾ ਟੈਂਪਰੇਰੀ ਸਟੇਟਸ ਲੈਣਾ ਹੈ ਉਹ ਐਬਸੋਲੂਟਲੀ ਪੋਸੀਬਲ ਹੈਗਾ ਜਿਹੜਾ ਪਾਇਲਟ ਚੱਲ ਰਿਹਾ ਸੀਗਾ ਉਹ ਪਾਇਲਟ ਅੱਜ ਦੀ ਤਰੀਕ ਦੇ ਵਿੱਚ ਵਰਕ ਨਹੀਂ ਕਰ ਰਿਹਾ ਜਿਹਦੇ ਵਿੱਚ ਡਿਪੈਂਡੈਂਟ ਵੀਜ਼ਾਸ ਮਿਲ ਰਹੇ ਸੀ ਜੀ ਬਿਲਕੁਲ ਸਰ ਆਪਾਂ ਟਰੱਕ ਡਰਾਈਵਰ ਦੇ ਬਾਰੇ ਵੀ ਇੱਕ ਅਪਡੇਸ਼ਨ ਤੁਸੀਂ ਕਹਿ ਰਹੇ ਸੀ ਕਿ ਦੇਣਾ ਚਾਹੁੰਦੇ ਹੋ ਜਿਹੜੇ ਖਾਸ ਤੌਰ ਤੇ ਓਨਟਾਰੀਓ ਦੇ ਵਿੱਚ ਹੈਗੇ ਨੇ ਉਹਦੇ ਬਾਰੇ ਅਸੀਂ ਗੱਲ ਕਰਾਂਗੇ ਪਹਿਲਾਂ ਇੱਕ ਦਰਸ਼ਕ ਹੋਰ ਜੁੜ ਚੁੱਕੇ ਨੇ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਬੋਲ ਰਹੇ ਹੋ ਹਾਂਜੀ ਬ੍ਰੈਂਪਟਨ ਤੋਂ ਬੋਲਦੇ ਜੀ ਸਰ ਦੱਸੋ ਕੀ ਪੁੱਛਣਾ ਤੁਸੀਂ ਹੈਲੋ ਹਾਂਜੀ ਸਰ ਦੱਸੋ ਕੀ ਪੁੱਛਣਾ ਤੁਸੀਂ ਹਾਂਜੀ ਮੈਡਮ ਮੈਂ ਜਿੱਦਾਂ ਇੰਡੀਆ ਤੋਂ ਵਿਜ਼ਟਰ ਆਇਆ ਸੀਗਾ ਤੇ ਮੈਂ ਵਿਜ਼ਟਰ ਵੀਜ਼ਾ ਐਕਸਟੈਂਡ ਕਰਾਉਣ ਲਈ ਅਪਲਾਈ ਕੀਤਾ ਸੀਗਾ ਤੇ ਹੁਣ ਮੇਰੀ ਇੱਥੇ ਮੈਰਿਜ ਹੋ ਗਈ ਹੈ 2 ਮਹੀਨੇ ਹੋ ਗਏ ਉਹ ਫਾਈਲ ਭੇਜੀ ਨੂੰ ਕੋਈ ਜਵਾਬ ਨਹੀਂ ਆਇਆ ਕਦੋਂ ਤੱਕ ਪੱਕਾ ਹੋਊਗਾ ਜੀ ਜੀ ਮਨੂ ਜੀ ਤੁਸੀਂ ਕੁਐਸਚਨ ਸੁਣ ਲਿਆ ਜਾਂ ਮੈਂ ਰਿਪੀਟ ਕਰਾਂ ਜੀ ਮੈਂ ਕੁਐਸਚਨ ਸੁਣ ਲਿਆ ਇਹਨਾਂ ਨੂੰ ਕਹੋ ਕਿ ਆਨਸਰ ਦੇਣਗੇ ਟੀਵੀ ਸਕਰੀਨ ਤੇ ਤੁਸੀਂ ਆਨਸਰ ਸੁਣ ਸਕਦੇ ਹੋ ਜੀ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਮੈਂ ਅਕਾਲ ਮੌਂਟਰੀਅਲ ਤੋਂ ਬੋਲਦੀ ਹਾਂ ਜੀ ਹਾਂਜੀ ਮੇਰਾ ਕੁਐਸਚਨ ਇਹ ਹੈ ਜੀ ਵੀ ਮੇਰੇ ਫਾਦਰ ਇਨ ਲਾਅ ਇੱਥੇ ਵਿਜ਼ਟਰ ਵੀਜ਼ੇ ਤੇ ਆਏ ਹੋਏ ਸੀ ਸਾਡੇ ਕੋਲ ਤੇ ਉਹਨਾਂ ਨੂੰ 6 ਮੰਥ ਤੋਂ ਉੱਪਰ ਹੋ ਗਿਆ ਉਹ ਵਾਪਸ ਨਹੀਂ ਜਾ ਸਕੇ ਅਸੀਂ ਇੱਥੇ ਦੁਬਾਰਾ ਵਿਜ਼ਟਰ ਵੀਜ਼ੇ ਲਈ ਅਪਲਾਈ ਕਰਤਾ ਤੇ ਉਹਨਾਂ ਨੇ ਸਾਥੋਂ ਬਾਇਓਮੈਟ੍ਰਿਕਸ ਮੰਗੇ ਸੀ ਪਰ ਕੋਈ ਸੈਂਟਰ ਬਾਇਓਮੈਟ੍ਰਿਕ ਸੈਂਟਰ ਖੁੱਲ੍ਹਾ ਨਹੀਂ ਹੈ ਤੇ ਅਸੀਂ ਹੁਣ ਕੀ ਕਰ ਸਕਦੇ ਇਸ ਲਈ ਉਹ ਸਾਡੇ ਕੋਲ ਹੀ ਹੈ ਹਜੇ ਵੀ 6 ਮੰਥ ਤੋਂ ਉੱਪਰ ਹੋ ਚੁੱਕੇ ਆ ਜੀ ਬਿਲਕੁਲ ਤੇ ਸਰ ਆਪਾਂ ਕੁਝ ਪੁੱਛਣਾ ਜਾਂ ਟੀਵੀ ਸਕਰੀਨ ਤੇ ਆਨਸਰ ਦਈਏ ਟੀਵੀ ਤੇ ਆਨਸਰ ਦੇਣਗੇ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ ਜ਼ਿਆਦਾ ਸਰ ਤੁਹਾਨੂੰ ਕੁਐਸਚਨਸ ਦੱਸਣ ਦੀ ਲੋੜ ਨਹੀਂ ਪੈਂਦੀ ਤੁਸੀਂ ਨਾਲ ਹੀ ਆਨਸਰ ਦੇ ਦਿੰਦੇ ਹੋ ਸਰ ਪਹਿਲਾਂ ਇਸ ਤੋਂ ਪਹਿਲਾਂ ਸਰ ਆਪਾਂ ਗੱਲ ਕਰੀਏ ਟਰੱਕ ਡਰਾਈਵਰਸ ਦੀ ਅਸੀਂ ਗੱਲ ਕਰ ਰਹੇ ਸੀ ਉਹਦੇ ਬਾਰੇ ਮੈਂ ਅਪਡੇਸ਼ਨ ਤੁਹਾਡੇ ਤੋਂ ਲਵਾਂਗੀ ਪਹਿਲਾਂ ਜਿਨ੍ਹਾਂ ਦੀਆਂ ਕੁਆਰੀਜ਼ ਨੇ ਉਹਨਾਂ ਦੇ ਆਪਾਂ ਸਵਾਲਾਂ ਦੇ ਜਵਾਬ ਦੇ ਦਈਏ
ਪਰਮਜੀਤ ਜੀ ਦਾ ਕਾਲ ਆਈ ਸੀ, ਉਹਨਾਂ ਨੇ ਕਿਹਾ ਸੀ ਕਿ ਬੇਟੇ ਦਾ ਸਿਟੀਜ਼ਨਸ਼ਿਪ ਦਾ ਪੇਪਰ ਦਿੱਤਾ ਹੋਇਆ ਤੇ ਪਾਸਪੋਰਟ ਗਿਆ ਹੋਇਆ, ਹਜੇ ਤੱਕ ਉਸ ਤੋਂ ਬਾਅਦ ਕੋਈ ਅਪਡੇਸ਼ਨ ਨਹੀਂ ਆਈ। ਤਰਨ ਜੀ ਪਾਸਪੋਰਟ ਗਿਆ ਕਿੱਥੇ ਹੋਇਆ? ਬਿਕੋਜ਼ ਜਦੋਂ ਓਥ ਹੁੰਦੀ ਹੈ ਉਸ ਤੋਂ ਬਾਅਦ ਸਿਟੀਜ਼ਨਸ਼ਿਪ ਸਰਟੀਫਿਕੇਟ ਇਸ਼ੂ ਹੁੰਦਾ ਹੈ, ਉਸ ਤੋਂ ਬਾਅਦ ਤੁਸੀਂ ਪਾਸਪੋਰਟ ਵਾਸਤੇ ਅਪਲਾਈ ਕਰ ਸਕਦੇ ਹੋ। ਜੀ ਸੋ ਟੈਕਨੀਕਲੀ ਤੁਹਾਡਾ ਪਾਸਪੋਰਟ ਗਿਆ ਕਿਤੇ ਨਹੀਂ ਜੀ, ਹਾਲੇ ਤੁਸੀਂ ਐਲੀਜੀਬਲ ਹੀ ਨਹੀਂ ਬਣੇ। ਓਕੇ ਸੋ ਤੁਹਾਨੂੰ ਵੇਟ ਕਰਨਾ ਪਏਗਾ। ਪਹਿਲੇ ਓਥ ਯੈਸ ਟੈਂਪਰੇਰੀਲੀ ਓਥ ਹਲੇ ਬੰਦ ਹੈਗੀਆਂ, ਬਿਕੋਜ਼ ਓਥ ਸੈਰੇਮਨੀਜ਼ ਹਾਲੇ ਟੈਂਪਰੇਰੀਲੀ ਬਲੌਕ ਹੈਗੀਆਂ। ਸੋ ਜਿਸ ਤਰ੍ਹਾਂ ਹੀ ਆ ਚੀਜ਼ਾਂ ਖੁੱਲਣਗੀਆਂ, ਹਾਲਾਤ ਖੁੱਲਣਗੇ, ਉਦੋਂ ਉਹਨਾਂ ਦੇ ਤੁਹਾਡੇ ਬੇਟੇ ਦੀ ਓਥ ਹੋਏਗੀ, ਉਸ ਤੋਂ ਬਾਅਦ ਤੁਸੀਂ ਪਾਸਪੋਰਟ ਅਪਲਾਈ ਕਰਨਾ ਹੈ। ਜੀ। ਤੇ ਨੈਕਸਟ ਸੀ ਸਰੀ ਤੋਂ, ਜਿਨ੍ਹਾਂ ਨੇ ਕਿਹਾ ਸੀ ਕਿ ਉਹਨਾਂ ਦੇ ਮਮ ਇੱਥੇ ਆਏ ਹੋਏ ਨੇ ਤੇ ਵਿਜ਼ਟਰ ਵੀਜ਼ਾ ਤੇ ਆਏ ਸੀ, ਤੇ ਕੀ ਹੁਣ ਉਹ ਇੱਥੋਂ ਹੀ ਉਹਨਾਂ ਦਾ ਸੁਪਰ ਵੀਜ਼ਾ ਅਪਲਾਈ ਕਰ ਸਕਦੇ ਨੇ ਬੱਚਿਆਂ ਦੇ ਕਰਕੇ? ਉਹ ਕਹਿ ਰਹੇ ਨੇ ਕਿ ਅਪਲਾਈ ਕਰਨਾ ਚਾਹੁੰਦੇ ਨੇ। ਤਰਨ ਜੀ ਵਿਦਨ ਕੈਨੇਡਾ ਉਹ ਆਪਣੀ ਐਕਸਟੈਂਸ਼ਨ ਆਪਣੇ ਮਦਰ ਦੀ ਅਪਲਾਈ ਕਰ ਸਕਦੇ ਆ। ਵਿਦਨ ਕੈਨੇਡਾ ਸੁਪਰ ਵੀਜ਼ਾ ਅਪਲਾਈ ਨਹੀਂ ਹੋ ਸਕਦਾ। ਜੋ ਇਨਕਮ ਰਿਕੁਆਇਰਮੈਂਟਸ ਮੀਟ ਕਰ ਰਿਹਾ ਐਤਕੀ, ਜਦੋਂ ਵਾਪਸ ਜਾਣਗੇ ਤੇ ਉਹ ਸੁਪਰ ਵੀਜ਼ਾ ਵਾਸਤੇ ਆਪਣੇ ਮਦਰ ਦਾ ਉੱਥੋਂ ਐਪਲੀਕੇਸ਼ਨ ਲਗਾ ਸਕਦੇ ਨੇ। ਐਕਸਟੈਂਸ਼ਨ ਇੱਥੇ ਅਪਲਾਈ ਕੀਤੀ ਜਾ ਸਕਦੀ ਹੈ ਐਂਡ ਉਹ 6 ਮੰਥਸ ਦੀ ਨਾਰਮਲੀ ਮਿਲੇਗੀ। ਜੀ। ਨੈਕਸਟ ਜੀ ਬ੍ਰੈਂਪਟਨ ਤੋਂ ਕਾਲ ਆਈ ਸੀ, ਉਹਨਾਂ ਦਾ ਕਹਿਣਾ ਸੀ ਕਿ ਵਿਜ਼ਟਰ ਵੀਜ਼ਾ ਤੇ ਇੱਥੇ ਆਏ ਸਨ ਤੇ ਉਹਨਾਂ ਨੂੰ ਐਕਸਟੈਂਡ ਕਰਵਾਉਣ ਲਈ ਉਹਨਾਂ ਨੇ ਐਪਲੀਕੇਸ਼ਨ ਪਾਈ ਹੋਈ ਸੀ ਤੇ ਇਨ ਦਾ ਮੀਨ ਟਾਈਮ ਉਹਨਾਂ ਦੀ ਮੈਰਿਜ ਹੋ ਚੁੱਕੀ ਹੈ ਤੇ ਉਹ ਪੁੱਛਣਾ ਚਾਹੁੰਦੇ ਸਨ ਕਿ ਅੱਗੇ ਅਗਲਾ ਪ੍ਰੋਸੈਸ ਉਹ ਕਿਵੇਂ ਕਰ ਸਕਦੇ ਆ ਇਹਦੇ ਬਾਰੇ 'ਚ। ਹਾਂਜੀ, ਇਹਨਾਂ ਨੂੰ ਕਵਾਂਗੇ ਕਿ ਜੀ ਜਿਹੜਾ ਵਿਜ਼ਿਟ ਵੀਜ਼ਾ ਐਕਸਟੈਂਸ਼ਨ ਦਾ ਪ੍ਰੋਸੈਸ ਹੈ ਉਹ ਨਾਰਮਲੀ ਅੱਜ ਦੀ ਤਰੀਕ ਦੇ ਵਿੱਚ 3 ਤੋਂ 4 ਮਹੀਨੇ ਦਾ 12 to 16 ਵੀਕਸ ਨਾਰਮਲ ਪ੍ਰੋਸੈਸਿੰਗ ਟਾਈਮ ਚੱਲ ਰਿਹਾ ਹੈਗਾ। ਸੋ ਹਾਲੇ ਤਾਂ 2 ਮਹੀਨੇ ਹੋਏ ਨੇ। You would have to wait first of all. Second of all, ਜੇ change of conditions ਹੋ ਗਈਆਂ ਹੈਗੀਆਂ ਤੇ documentations ਇਕੱਠੀਆਂ ਕਰਨ ਆਪਣੀਆਂ ਤੇ ਕਿਸੇ ਅੱਛੇ ਕੰਸਲਟੈਂਟ ਲਾਇਰ ਦੀ ਸਲਾਹ ਲੈ ਕੇ ਆਪਣੀ ਸਪਾਊਸਲ ਐਪਲੀਕੇਸ਼ਨ ਪੁੱਟ ਅਪ ਕਰ ਦੇਣ ਐਂਡ ਨਾਲ ਦੀ ਨਾਲ ਵਿਦਿਨ 3 to 4 ਮੰਥਸ ਇਹਨਾਂ ਨੂੰ ਓਪਨ ਵਰਕ ਪਰਮਿਟ ਵੀ ਮਿਲ ਜਾਏਗਾ, ਕੰਮ ਕਰਨ ਦੀ ਕੈਪੈਸਿਟੀ ਦੇ ਵਿੱਚ ਵੀ ਆ। ਜੀ ਬਿਲਕੁਲ। ਤੇ ਅਗਲਾ ਕੁਐਸਚਨ ਸੀ ਮੌਂਟਰੀਅਲ ਤੋਂ, ਤੇ ਉਹਨਾਂ ਦੇ ਮੈਮ ਨੇ ਕਿਹਾ ਸੀ ਕਿ ਫਾਦਰ ਇਨ ਲਾਅ ਦੀ ਜਿਨ੍ਹਾਂ ਦੀ ਬਾਇਓਮੈਟ੍ਰਿਕਸ ਦੀ ਗੱਲ ਕਰ ਰਹੇ ਸੀਗੇ ਕਿ ਬਾਇਓਮੈਟ੍ਰਿਕਸ ਰਹਿੰਦੇ ਨੇ, ਕਦੋਂ ਤੱਕ ਆ ਸਕਦੇ ਨੇ? ਤਰਨ ਜੀ ਅੱਜ ਦੀ ਤਰੀਕ ਹਾਂਜੀ, ਦੇ ਮੈਂ ਵਿੱਚ ਆਪਣੀ ਕਾਲਰ ਨੂੰ ਕਵਾਂਗੀ ਕੁਝ ਸਮੇਂ ਲਈ ਪਲੀਜ਼ ਹੋਲਡ ਕਰਿਓ। ਜੀ ਸਰ। ਜਿਹੜੀ ਉਹਨਾਂ ਨੂੰ ਬਾਇਓਮੈਟ੍ਰਿਕਸ ਵਾਸਤੇ ਵੇਟ ਕਰਨਾ ਪਏਗਾ। ਹਾਲੇ ਤੱਕ ਬਾਇਓਮੈਟ੍ਰਿਕਸ ਦੀ ਐਗਜ਼ੈਂਪਸ਼ਨ ਜਿਹੜੀ ਗ੍ਰਾਂਟ ਕੀਤੀ ਗਈ ਹੈ ਸਿਰਫ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਫਾਲ ਸੈਸ਼ਨ ਦੇ ਵਿੱਚ ਆਣਾ ਹੈਗਾ ਉਹਨਾਂ ਨੂੰ ਐਗਜ਼ੈਂਪਸ਼ਨ ਗ੍ਰਾਂਟ ਕੀਤੀ ਗਈ ਹੈ ਕਿ ਉਹ ਬਿਨਾ ਬਾਇਓਮੈਟ੍ਰਿਕਸ ਦੇ ਵੀ ਉਹਨਾਂ ਦੀ ਫਾਈਲ ਪ੍ਰੋਸੈਸ ਹੋ ਜਾਣਗੀਆਂ। ਅਦਰ ਦੈਨ ਦੈਟ ਹਲੇ ਵਿਜ਼ਿਟ ਵੀਜ਼ਾ ਵਾਲਿਆਂ ਨੂੰ ਜਾਂ ਐਕਸਟੈਂਸ਼ਨਸ ਵਾਲਿਆਂ ਨੂੰ they would still have to go through that process and they will have to wait for it. But ਇਹਨਾਂ ਦਾ ਤੇ ਵਿਜ਼ਿਟ ਵੀਜ਼ਾ ਤੇ ਆਏ ਨੇ, ਜੇ ਇਹਨਾਂ ਦਾ ਸਾਲ ਦੇ ਵਿੱਚ ਹੋਇਆ ਤੇ ਇਹਨਾਂ ਦੇ ਤੇ ਬਾਇਓਮੈਟ੍ਰਿਕਸ ਹੋਣੇ ਚਾਹੀਦੇ ਹੈਗੇ ਨੇ, ਜਿਹੜੇ ਆਪਣੇ ਡੈਡ ਬਾਰੇ ਪੁੱਛ ਰਹੇ ਸੀਗੇ। ਜੀ ਬਿਲਕੁਲ। ਸੋ ਜੇ ਬਾਇਓਮੈਟ੍ਰਿਕਸ ਹੋਏ ਨੇ ਸਾਲ ਦੇ ਵਿੱਚ ਤੇ she does not need, because ਨਾਰਮਲੀ ਉਹ 10 ਸਾਲ ਵਾਸਤੇ ਵੈਲਿਡ ਹੁੰਦੇ ਨੇ। ਹਾਂ, ਜੇ ਇਹਨਾਂ ਦਾ ਵੀਜ਼ਾ ਪਹਿਲੇ ਦਾ ਲੱਗਾ ਹੋਇਆ ਤੇ ਯੈਸ she would have to get it done। ਬਿਲਕੁਲ ਜੀ। ਕਾਲਰ ਹੋਰ ਜੁੜ ਗਏ ਨੇ। ਹੈਲੋ। ਹੈਲੋ, ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਮਾਫੀ ਚਾਹਾਂਗੇ ਜੀ ਤੁਹਾਨੂੰ ਵੇਟ ਜ਼ਿਆਦਾ ਕਰਵਾਈ। ਹਾਂਜੀ ਦੱਸੋ ਕਿੱਥੋਂ ਬੋਲ ਰਹੇ ਹੋ? ਮੈਂ ਮਨਪ੍ਰੀਤ ਬੋਲ ਰਿਹਾ ਜੀ। ਜੀ ਮਨਪ੍ਰੀਤ ਜੀ ਦੱਸੋ ਕੀ ਪੁੱਛਣਾ ਤੁਸੀਂ? ਮੈਮ ਐਕਚੁਅਲੀ ਮੈਂ ਪੁੱਛਣਾ ਸੀਗਾ, ਮੇਰੀ ਵਾਈਫ ਦਾ ਸਟੱਡੀ ਪਰਮਿਟ ਸੀਗਾ 2018 ਦੇ ਵਿੱਚ ਜੀ। ਜੀ। ਉਹਨਾਂ ਨੇ ਯਾਨੀ ਕਿ 1 ਸਾਲ ਦੀ ਸਟੱਡੀ ਕਰਕੇ ਬਾਅਦ ਚ ਵਰਕ ਪਰਮਿਟ ਲਿਆ ਸੀ। ਮੇਰਾ ਯਾਨੀ ਕਿ ਮੇਰਾ ਨਾਲ ਓਪਨ ਵਰਕ ਪਰਮਿਟ ਲੱਗਾ ਸੀ। ਮੈਂ ਬ੍ਰੈਂਪਟਨ ਤੋਂ ਬੋਲ ਰਿਹਾ ਜੀ। ਜੀ। ਮੈਮ ਐਕਚੁਅਲੀ ਹੁਣ ਉਹਨਾਂ ਦਾ ਯਾਨੀ ਕਿ April 29 ਨੂੰ ਵੀਜ਼ਾ ਐਕਸਪਾਇਰ ਹੋ ਗਿਆ ਸੀਗਾ, ਵਰਕ ਪਰਮਿਟ ਮੇਰਾ ਵੀ ਤੇ ਉਹਨਾਂ ਦਾ ਵੀ। ਤੇ ਅਪ੍ਰੈਲ 4 ਅਪ੍ਰੈਲ ਨੂੰ ਅਸੀਂ ਦੁਬਾਰਾ ਐਕਸਟੈਂਸ਼ਨ ਪਾਈ ਸੀ। ਉਹਨਾਂ ਤੇ ਸਟੱਡੀ ਪਰਮਿਟ ਲਈ ਪਾਈ ਆ, ਮੇਰੀ ਯਾਨੀ ਕਿ ਵਰਕ ਪਰਮਿਟ ਦੀ ਪਾਈ ਹੋਈ ਆ ਜੀ। ਤੇ ਮੈਮ ਇਹ ਮੈਂ ਜਾਣਕਾਰੀ ਲੈਣਾ ਚਾਹੁੰਦਾ ਸੀ ਕਿ ਮੈਂ ਜਿੱਥੇ ਕੰਮ ਕਰ ਰਿਹਾ ਸੀ ਦੁਬਾਰਾ ਉੱਥੇ ਰੈਗੂਲਰ ਕੰਮ ਕਰ ਸਕਦਾ ਜਾਂ ਨਹੀਂ ਕਰ ਸਕਦਾ? ਜੀ ਮਨੂ ਜੀ, ਆਪਾਂ ਇਹਨਾਂ ਨੂੰ ਕੁਝ ਪੁੱਛਣਾ ਜਾਂ ਆਨਸਰ ਦੇਈਏ? ਇਹਨਾਂ ਨੂੰ ਕਹੋ ਕਿ ਸਾਨੂੰ ਕਾਲ ਕਰਕੇ ਸਾਡੇ ਆਫਿਸ ਦੇ ਵਿੱਚ ਜਾਂ ਕਿਸੇ ਕੰਸਲਟੈਂਟ ਦੇ ਆਫਿਸ ਦੇ ਵਿੱਚ ਕਾਲ ਕਰਕੇ ਡਿਸਕਸ ਕਰ ਸਕਦੇ ਆ। ਦਾ ਰੀਜ਼ਨ ਇਜ਼ ਕਿ ਸਰ ਆਪਾਂ ਇਹਨਾਂ ਨੂੰ ਟੀਵੀ ਸਕਰੀਨ ਤੇ ਹੀ ਇਹ ਆਪਾਂ ਆਨਸਰ ਦੇ ਦਿੰਦੇ ਆ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਜੀ ਸਰ। ਬਿਕੋਜ਼ ਇਹ ਕਾਫੀ ਚੀਜ਼ਾਂ ਦੱਸ ਰਹੇ ਕਿ ਮੈਂ ਐਕਸਪਾਇਰ ਹੋ ਗਿਆ, ਰਿਨਿਊ ਹੋ ਗਿਆ, ਸੋ ਹੀ ਸ਼ੁਡ ਟੈਕਨੀਕਲੀ ਕਾਲ ਐਂਡ ਡਿਸਕਸ ਹਿਸ ਕੇਸ ਇਨ ਪਰਸਨ। ਬਿਲਕੁਲ ਜੀ। ਤੇ ਇੱਕ ਨੈਕਸਟ ਕਾਲਰ ਹੋਰ ਜੁੜ ਗਏ ਨੇ। ਹੈਲੋ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਰੋਹਿਤ ਸ਼ਰਮਾ ਬੋਲ ਰਿਹਾ ਮੌਂਟਰੀਅਲ ਤੋਂ। ਜੀ ਰੋਹਿਤ ਜੀ ਦੱਸੋ ਕੀ ਪੁੱਛਣਾ? ਮੈਂ ਪੁੱਛਣਾ ਚਾਹੁੰਦਾ ਸੀ ਕਿ ਜੀ ਲਾਸਟ ਈਅਰ ਸਾਡਾ ਨਾ ਕੇਸ ਚੱਲਦਾ ਸੀ ਤੇ ਲਾਸਟ ਈਅਰ ਸਾਡਾ ਕੇਸ ਅਪਰੂਵ ਹੋ ਗਿਆ ਦਸੰਬਰ 'ਚ, ਤੇ ਅਸੀਂ PR ਵਾਸਤੇ ਅਪਲਾਈ ਕੀਤਾ ਹੋਇਆ ਹੈ। ਤੇ PR ਕਾਰਡ ਨੂੰ ਕਿੰਨਾ ਕੁ ਟਾਈਮ ਲੱਗ ਜਾਏਗਾ, ਔਰ ਦੂਸਰਾ PR ਕਾਰਡ ਆਉਣ ਤੋਂ ਬਾਅਦ ਅਸੀਂ ਸਿਟੀਜ਼ਨ ਵਾਸਤੇ ਕਿੰਨੇ ਟਾਈਮ ਬਾਅਦ ਅਪਲਾਈ ਕਰ ਸਕਦੇ? ਮੈਂ ਇਹ ਪੁੱਛਣਾ ਚਾਹੁੰਦਾ। ਜੀ। ਜੀ ਮਨੂ ਜੀ ਤੁਹਾਨੂੰ ਸਵਾਲ ਸੁਣ ਗਿਆ ਜਾਂ ਮੈਂ ਰਿਪੀਟ ਕਰਾਂ?
ਕਰਨ ਤੁਹਾਨੂੰ ਰਿਪੀਟ ਕਰਨਾ ਪੈਣਾ ਸਰ ਇਹ ਪੁੱਛ ਰਹੇ ਨੇ ਕਿ ਇਹਨਾਂ ਦਾ ਕੇਸ ਜਿਹੜਾ ਅਪਰੂਵ ਹੋ ਚੁੱਕਿਆ ਤੇ ਪੀਆਰ ਲਈ ਅਪਲਾਈ ਕੀਤਾ ਹੋਇਆ, ਕਿੰਨਾ ਟਾਈਮ ਲੱਗੇਗਾ ਪੀਆਰ ਆਉਣ ਨੂੰ, ਤੇ ਜੇ ਪੀਆਰ ਆ ਜਾਂਦੀ ਹੈ ਉਸ ਤੋਂ ਕਿੰਨੇ ਚਿਰ ਬਾਅਦ ਅਸੀਂ ਕਿਸ ਚੀਜ਼ ਦਾ ਕੇਸ ਅਪਰੂਵ ਸਰ ਹੋ ਤੁਹਾਡਾ ਗਿਆ? ਕਿਹੜਾ ਕੇਸ ਅਪਰੂਵ ਹੋ ਚੁੱਕਿਆ? ਰਿਫਿਊਜੀ ਕੇਸ ਰਿਫਿਊਜੀ ਕੇਸ, ਇਹਨਾਂ ਦਾ ਰਿਫਿਊਜੀ ਕੇਸ ਅਪਰੂਵ ਇਹਨਾਂ- ਹੋ ਚੁੱਕਿਆ। ਇਹਨਾਂ ਨੇ ਪੀਆਰ ਦੇ ਲਈ ਅਪਲਾਈ ਕੀਤਾ ਸੀ ਤੇ ਉਸ ਤੋਂ ਬਾਅਦ ਹੁਣ ਪੁੱਛਣਾ ਚਾਹੁੰਦੇ ਨੇ ਕਿ ਪੀਆਰ ਲਈ ਕਿੰਨਾ ਟਾਈਮ ਲੱਗੇਗਾ। ਸੈਪਟੈਂਬਰ ਦੇ ਵਿੱਚ ਇਹਨਾਂ ਦਾ ਇਹਨਾਂ ਨੂੰ ਕੇਸ ਕੋਈ- ਅਪਰੂਵ ਹੋਇਆ ਸੀ। ਆਨਲਾਈਨ ਸੁਣਨ ਦੀ ਤੁਸੀਂ ਟੀਵੀ answer। ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਮ, ਕਿੱਥੋਂ ਬੋਲ ਰਹੇ ਹੋ? ਅਸੀਂ ਕੈਲਗਰੀ ਤੋਂ ਬੋਲ ਰਹੇ ਹਾਂ। ਜੀ ਹਾਂਜੀ, ਉਹ ਐਕਚੁਅਲੀ ਮੈਂ ਨਾ ਟੋਰਾਂਟੋ ਸੀ ਮੇਰਾ ਕਾਲਜ। ਜੀ ਹਾਂਜੀ, ਟੋਰਾਂਟੋ ਤੋਂ ਮੈਂ ਮੂਵ ਕੀਤਾ ਸੀ ਕੈਲਗਰੀ 'ਚ। ਜੀ ਮੈਮ, ਆਪਣਾ ਕੁਐਸਚਨ ਦੱਸੋ, ਤੁਹਾਡਾ ਕੁਐਸਚਨ ਕੀ ਹੈ? ਕਿੱਦਾਂ? ਕੀ ਤੁਸੀਂ ਪੁੱਛਣਾ ਕੀ ਚਾਹੁੰਦੇ ਹੋ ਜੀ? ਦੱਸੋ ਕੁਐਸਚਨ ਕੀ ਹੈ, ਥੋੜਾ ਜਲਦੀ ਦੱਸੋ ਕਿਉਂਕਿ ਬਾਕੀ ਕਾਲਰਸ ਵੀ ਵੇਟ ਕਰ ਰਹੇ ਨੇ। ਐਕਚੁਅਲੀ ਮੈਂ ਟੋਰਾਂਟੋ ਤੋਂ ਮੂਵ ਕੀਤਾ ਸੀ ਕਾਲਜ 'ਚ ਕੈਲਗਰੀ 'ਚ। ਜੀ ਕੈਲਗਰੀ 'ਚ ਮੈਂ ਸਟੇਟ ਕਾਲਜ 'ਚ ਕੀਤਾ ਸੀਗਾ। ਮੇਰੀ ਕਲਾਸ ਮੈਨੂੰ ਮਿਲ ਗਈ ਸੀ, ਮਈ ਇਨਟੇਕ ਮਿਲ ਗਿਆ ਸੀ। ਹੂੰ ਤੇ ਮਈ ਇਨਟੇਕ ਫਿਰ ਉਹ ਕੋਵਿਡ-19 ਕਰਕੇ ਮੇਰਾ ਜਿਹੜਾ ਉਹ ਪ੍ਰੋਗਰਾਮ ਸੀ ਉਹ ਕਲੋਜ਼ ਹੋ ਗਿਆ। ਹੂੰ ਤੇ ਹੁਣ ਮੇਰਾ ਅਪਲਾਈ ਕੀਤਾ ਵਾ, ਯਾਨੀ ਕਿ ਗੋਵਲ 'ਚ ਵੀ ਅਪਲਾਈ ਕੀਤਾ, ਸਟੇਟ 'ਚ ਵੀ ਅਪਲਾਈ ਕੀਤਾ, ਬਟ ਮੇਰਾ ਸਟੱਡੀ ਪਰਮਿਟ ਐਕਸਪਾਇਰ ਹੋਣ ਵਾਲਾ ਅਕਤੂਬਰ 'ਚ। ਹੂੰ ਕਿ ਹੁਣ ਮੈਨੂੰ ਕੀ ਕਰਨਾ ਚਾਹੀਦਾ, ਵੀ ਆਪਣਾ ਸਟੱਡੀ ਪਰਮਿਟ ਐਕਸਟੈਂਡ ਕਰਵਾਉਣਾ ਚਾਹੀਦਾ, ਵੀ ਕਿੱਦਾਂ ਕੀ ਕਰਨਾ ਚਾਹੀਦਾ? ਜੀ ਮਨੂ ਦੱਤਾ ਜੀ, ਤੁਹਾਨੂੰ ਸਵਾਲ ਸੁਣ ਗਿਆ ਜਾਂ ਫਿਰ ਮੈਂ ਰਿਪੀਟ ਕਰਾਂ? ਥੋੜਾ ਰਿਪੀਟ ਕਰਨਾ ਪੈਣਾ, ਬਟ ਇਹਨਾਂ ਨੂੰ ਕੋ ਆਨਸਰ ਸੁਣਨਾ ਆਨਲਾਈਨ। ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਹੈਲੋ ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਮੈਮ? ਹਾਂਜੀ, ਮੈਂ ਡੀਸੀ ਤੋਂ ਬੋਲਦੀ ਹਾਂ ਤੇ ਮੈਂ ਪੁੱਛਣਾ ਸੀ, ਸਾਡੀ ਨਾ 11 ਮਹੀਨੇ ਹੋ ਗਏ ਫਾਈਲ ਲੱਗੂ ਨੂੰ ਪੀਆਰ ਦੀ, ਤਾਂ ਮੈਡੀਕਲ ਦਾ ਪੁੱਛਣਾ ਸੀ ਵੀ ਕੀ ਪ੍ਰੋਸੈਸ ਆ, ਵੀ ਹੁਣ ਆ ਰਹੇ ਮੈਡੀਕਲ, ਵੀ ਕਿੰਨਾ ਟਾਈਮ ਲੱਗਦਾ ਹੈਗਾ? ਜੀ ਸਰ, ਮੈਡੀਕਲ ਦੇ ਬਾਰੇ ਵਿੱਚ ਪੁੱਛਣਾ ਚਾਹੁੰਦੇ ਨੇ। 11 ਮੰਥ ਹੋ ਚੁੱਕਿਆ ਫਾਈਲ ਲੱਗੀ ਨੂੰ, ਤੇ ਆਪਾਂ ਟੀਵੀ ਸਕਰੀਨ ਤੇ ਆਨਸਰ ਦਈਏ। ਕਿਸ ਕੈਟਾਗਰੀ ਦੇ ਵਿੱਚ ਫਾਈਲ ਮੈਮ ਕਿਸ ਕੈਟਾਗਰੀ 'ਚ ਫਾਈਲ ਲੱਗੀ ਆ ਪੀਆਰ ਦੀ? ਕਾਊਂਸਲ ਦੇ ਵਿੱਚ, ਕਿਹਦੇ ਵਿੱਚ? ਇਹਦੇ ਟਰੱਕ ਡਰਾਈਵਰ ਹੈਗੇ। ਟਰੱਕ ਡਰਾਈਵਰ ਸਰ, ਵਰਕ ਪਰਮਿਟ ਤੇ ਸੀ ਜੀ ਪਹਿਲਾਂ? ਹਾਂਜੀ, ਵਰਕ ਜੀ ਟਰੱਕ ਡਰਾਈਵਰ ਦੇ ਵਰਕ ਪਰਮਿਟ ਤੇ ਸੀ ਸਰ, ਤੇ ਪੀਆਰ ਲਈ ਹੁਣ ਫਾਈਲ ਲੱਗੀ। ਆਨਲਾਈਨ ਇਹਨਾਂ ਨੂੰ ਟੀਵੀ ਤੇ ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਤੇ ਮੈਂ ਕੁਝ ਸਮੇਂ ਲਈ ਕਾਲਸ ਜਿਹੜੀਆਂ ਇਸ ਤੋਂ ਬਾਅਦ ਹੋਲਡ ਕਰਾਂਗੇ ਸੋ ਦੈਟ ਕਿ ਇਹਨਾਂ ਦੇ ਸਵਾਲਾਂ ਦੇ ਜਵਾਬ ਦੇ ਦਈਏ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਹੈਲੋ ਮੈਮ, ਮੈਂ ਮੌਂਟਰੀਅਲ ਤੋਂ ਸੁਨੀਲ ਬੋਲਦੀ ਪਈ ਹਾਂ। ਮੇਰਾ ਸਵਾਲ ਇਹ ਹੈ ਕਿ ਮੇਰੇ ਮਦਰ ਵਿਜ਼ਟਰ ਵੀਜ਼ੇ ਤੇ ਆਏ ਹੋਏ ਆ, ਕੀ ਮੈਂ ਉਹਨਾਂ ਲਈ ਪੀਆਰ ਅਪਲਾਈ ਕਰ ਸਕਦੀ ਹਾਂ? ਵਿਜ਼ਟਰ ਵੀਜ਼ਾ ਤੇ ਆਏ ਹੋਏ ਨੇ ਤੇ ਤੁਸੀਂ ਚਾਹੁੰਦੇ ਹੋ ਕਿ ਪੀਆਰ ਅਪਲਾਈ ਕਰ ਸਕਦੇ ਹੋ ਕਿ ਨਹੀਂ? ਹਾਂਜੀ। ਜੀ ਮਨੂ ਜੀ, ਆਪਾਂ ਕੁਝ ਪੁੱਛਣਾ ਇਹਨਾਂ ਨੂੰ? ਨਹੀਂ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਜੀ ਸਰ, ਇਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਮੌਂਟਰੀਅਲ ਤੋਂ ਜਿਨ੍ਹਾਂ ਦੀ ਕਾਲ ਆਈ ਸੀ ਤੇ ਉਹਨਾਂ ਨੇ ਕਿਹਾ ਸੀ ਸਿਟੀਜ਼ਨਸ਼ਿਪ ਲਈ ਕਿੰਨਾ ਟਾਈਮ ਲੱਗੇਗਾ ਜਾਂ ਪੀਆਰ ਲਈ ਕਿੰਨਾ ਟਾਈਮ ਲੱਗੇਗਾ। ਉਹਨਾਂ ਦਾ ਜਿਹੜਾ ਰਿਫਿਊਜੀ ਕੇਸ ਹੈ ਸਤੰਬਰ ਵਿੱਚ ਅਪਲਾਈ ਹੋ ਗਿਆ ਸੀ। ਇਹਨਾਂ ਨੂੰ ਕਹੋ ਕਿ ਵੇਟ ਕਰਨ, ਬਿਕੋਜ਼ ਰਿਫਿਊਜੀ ਤੋਂ ਬਾਅਦ ਜਿਹੜੀ ਪੀਆਰ ਦੀ ਐਪਲੀਕੇਸ਼ਨ ਹੁੰਦੀ ਹੈ ਉਹ ਸਾਲ ਵੀ ਲੱਗ ਸਕਦਾ ਹੈ, 2 ਸਾਲ ਵੀ ਲੱਗ ਸਕਦੇ, 5 ਸਾਲ ਵੀ ਲੱਗ ਸਕਦੇ ਹੈ, ਡਿਪੈਂਡਿੰਗ ਔਨ ਦ ਸਰਕਮਸਟੈਂਸਿਸ, ਐਂਡ ਹੀ ਵਿਲ ਹੈਵ ਟੂ ਵੇਟ। ਜੀ ਤੇ ਸਰ, ਕੈਲਗਰੀ ਤੋਂ ਮੈਮ ਦੀ ਫੋਨ ਆਇਆ ਸੀ ਜਿਨ੍ਹਾਂ ਨੇ ਕਹਿਣਾ ਸੀ ਕਿ ਉਹਨਾਂ ਨੇ ਟੋਰਾਂਟੋ ਤੋਂ ਮੌਂਟਰੀਅਲ ਮੂਵ ਹੋ ਗਏ ਸੀ ਤੇ ਉੱਥੇ ਮੇਨ ਟੇਕ ਦੇ ਵਿੱਚ ਐਡਮਿਸ਼ਨ ਲਈ ਸੀ, ਪਰ ਹੁਣ ਸਭ ਕੁਝ ਕਲੋਜ਼ ਹੋਣ ਕਰਕੇ ਉਹ ਦੇਖ ਰਹੇ ਨੇ ਕਿ ਕਿਸੇ ਹੋਰ ਜਗ੍ਹਾ ਤੇ ਐਡਮਿਸ਼ਨ ਮਿਲ ਸਕੇ। ਤੇ ਨਾਲੇ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਸਟੱਡੀ ਪਰਮਿਟ ਜਿਹੜਾ ਆ ਉਹ ਐਕਸਪਾਇਰ ਹੋਣ ਵਾਲਾ ਆ। ਨਾਰਮਲੀ ਸਾਰੇ ਕਾਲਜਸ ਜਾਂ ਯੂਨੀਵਰਸਿਟੀਜ਼ ਜਿਹੜੇ ਪਿਛਲੇ ਸਮੈਸਟਰ ਸੀਗਾ ਉਹ ਆਨਲਾਈਨ ਸਮੈਸਟਰ ਪੜ੍ਹਾਈ ਹੋਈ ਹੈ। ਜੇ ਉਹਨਾਂ ਨੇ ਆਨਲਾਈਨ ਪੜ੍ਹਾਈ ਕੀਤਾ ਗ੍ਰੇਟ, ਜੇ ਅਨਫੋਰਚੂਨੇਟਲੀ ਉਹਨਾਂ ਦਾ ਸਮੈਸਟਰ ਹੀ ਵਾਸ਼ ਆਊਟ ਹੋ ਗਿਆ ਜਾਂ ਕਾਲਜ ਨੇ ਉਹ ਸਮੈਸਟਰ ਹੀ ਨਹੀਂ ਸ਼ੁਰੂ ਕੀਤਾ ਤੇ ਸ਼ੀ ਵੁੱਡ ਹੈਵ ਟੂ ਗੋ ਆਈਦਰ ਅਪਲਾਈ ਫॉर new admissions in the same college or different college, and study permit extension absolutely ਉਹਨਾਂ ਨੂੰ ਲੈਣਾ ਪਏਗਾ। ਜੀ ਤੇ ਸਰ, BC ਤੋਂ ਕਾਲ ਆਈ ਸੀ ਜਿਨ੍ਹਾਂ ਨੇ ਕਿਹਾ ਸੀ ਕਿ ਉਹਨਾਂ ਨੂੰ 11 ਮੰਥ ਹੋ ਚੁੱਕੀ ਆ ਫਾਈਲ ਲਗਾਈ ਨੂੰ ਪੀਆਰ ਦੀ ਨੂੰ, ਤੇ ਟਰੱਕ ਡਰਾਈਵਰ ਦੇ ਬੇਸ ਤੇ ਉਹਨਾਂ ਨੇ ਫਾਈਲ ਲਗਾਈ ਹੋਈ ਸੀ, ਵਰਕ ਪਰਮਿਟ ਤੇ ਸਨ। ਕਿੰਨਾ ਟਾਈਮ ਲੱਗੇਗਾ ਨਾਰਮਲ ਪੀਆਰ ਲਈ? ਪ੍ਰੋਸੈਸਿੰਗ ਟਾਈਮ ਜੀ 12 ਤੋਂ ਲੈ ਕੇ 16 ਮਹੀਨਿਆਂ ਦਾ ਹੈਗਾ, ਸੋ ਵੇਟ। ਜੀ ਤੇ ਇੱਕ ਮੌਂਟਰੀਅਲ ਤੋਂ ਕਾਲ ਆਈ ਸੀ, ਉਹ ਚਾਹੁੰਦੇ ਸਨ ਕਿ ਆਪਣੇ ਉਹ ਮਮ ਦਾ ਵਿਜ਼ਟਰ ਵੀਜ਼ੇ ਨੂੰ ਕੀ ਉਹ ਪੀਆਰ 'ਚ ਅਪਲਾਈ ਕਰ ਸਕਦੇ ਨੇ? ਹਾਂਜੀ, ਬਹੁਤ ਸਾਰੇ ਐਪਲੀਕੈਂਟਸ ਇਹੋ ਜਿਹੇ ਹੈਗੇ ਨੇ ਜਿਹੜੇ ਚਾਹੁੰਦੇ ਨੇ ਕਿ ਉਹਨਾਂ ਦੇ ਪੇਰੈਂਟਸ ਦਾ ਐਪਲੀਕੇਸ਼ਨ ਲੱਗ ਜਾਵੇ ਪੀਆਰ ਦੀ। ਹੁਣ ਪਰਮਾਨੈਂਟ ਰੈਜ਼ੀਡੈਂਸੀ ਦੀ ਐਪਲੀਕੇਸ਼ਨ ਸਾਲ ਦੇ ਵਿੱਚ ਇੱਕ ਵਾਰੀ ਐਕਸੈਪਟ ਹੋਣੀ ਹੈ, ਹਲੇ ਇਸ ਸਾਲ ਦਾ ਕੋਟਾ ਖੁੱਲਾ ਨਹੀਂ ਹੈਗਾ। ਜਦੋਂ ਐਪਲੀਕੇਸ਼ਨ ਐਕਸੈਪਟ ਹੋਣੀਆਂ ਸ਼ੁਰੂ ਹੋਣਗੀਆਂ ਉਦੋਂ ਐਪਲੀਕੇਸ਼ਨ ਜੇ ਉਹ ਲਗਾਉਣਾ ਚਾਹਣ ਤੇ ਜ਼ਰੂਰ ਲਗਾ ਸਕਦੇ ਆ। ਦੂਸਰੀ ਆਪਸ਼ਨ, ਬਹੁਤ ਸਾਰੇ
ਲੋਕੀ ਜਿਹੜਾ ਲੈਣਾ ਚਾਹੁੰਦੇ ਹੋ ਹਿਊਮਨਟੇਰੀਅਨ ਐਂਡ ਕੰਪੈਸ਼ਨੇਟ ਬੇਸ ਤੇ ਮੈਂ ਐਪਲੀਕੇਸ਼ਨ ਲਗਾਉਣਾ ਚਾਹੁੰਦਾ ਜੀ, ਬਿਲਕੁਲ ਲਗਾ ਸਕਦੇ ਹੋ ਜੀ HNC ਬੇਸ ਦੇ ਉੱਤੇ, ਬਟ HNC ਦਾ ਜਿਹੜਾ ਐਕਚੁਅਲ ਸਕਸੈਸ ਰੇਟ ਹੈਗਾ ਲੈਸ ਦੈਨ 5% ਹੈਗਾ, 95% ਰਿਫਿਊਜ਼ਲ ਹੈਗਾ, ਐਂਡ ਉਹ ਵੀ 5% ਉਹ ਐਪਲੀਕੇਸ਼ਨਸ ਪਿਕ ਹੁੰਦੀਆਂ ਜਿਹਦੇ ਵਿੱਚ ਕੰਪੈਲਿੰਗ ਸਰਕਮਸਟੈਂਸਸ ਹੋਣ, ਜਿੱਥੇ ਨਜ਼ਰ ਆਉਂਦਾ ਹੋਵੇ ਕਿ ਹਿਊਮਨਟੇਰੀਅਨ ਐਂਡ ਕੰਪੈਸ਼ਨੇਟ ਦਾ ਐਕਚੁਅਲ ਕੇਸ ਐਂਡ ਵਿਦ ਪ੍ਰੂਫਸ ਨਜ਼ਰ ਆਉਂਦਾ ਹੋਵੇ। ਜੇ ਨਹੀਂ ਹੈਗਾ ਤੇ ਡੂ ਨਾਟ ਪੁੱਟ ਅਪ ਐਨ HNC ਐਪਲੀਕੇਸ਼ਨ, ਬਿਕੋਜ਼ ਤੁਸੀਂ ਵੀ 95% ਜਿਹੜਾ ਦਾ ਥਰੂ ਨਹੀਂ ਹੋਇਆ ਉਹਨਾਂ ਦੇ ਵਿੱਚ ਫਾਲ ਕਰ ਜਾਓ। ਜੀ ਬਿਲਕੁਲ। ਤੇ ਸਰ ਆਪਾਂ ਟਰੱਕ ਡਰਾਈਵਰਸ ਦੇ ਬਾਰੇ ਵਿੱਚ ਅਪਡੇਸ਼ਨ ਦੇਣਾ ਚਾਹੁੰਦੇ ਸੀ, ਖਾਸ ਤੌਰ ਤੇ ਜਿਹੜੇ ਓਨਟਾਰੀਓ ਦੇ ਵਿੱਚ ਟਰੱਕ ਡਰਾਈਵਰਸ ਨੇ, ਕਿਉਂਕਿ ਅੱਗੇ ਵੀ ਟਰੱਕ ਡਰਾਈਵਰਸ ਨੂੰ ਇਹ ਵੀ ਆਪਾਂ ਡਿਸਕਸ ਕਰਕੇ ਹਟੇ ਹਾਂ ਕਿ ਵਿਜ਼ਟਰ ਵੀਜ਼ਾ ਦੀ ਉਹਨਾਂ ਨੇ ਕਿਹਾ ਸੀ ਆਪਣੀ ਫੈਮਿਲੀ ਨੂੰ ਮੰਗਵਾਉਣਾ ਚਾਹੁੰਦੇ ਨੇ, ਸੋ ਕੋਈ ਟਰੱਕ ਡਰਾਈਵਰਸ ਲਈ ਨਵੀਂ ਅਪਡੇਸ਼ਨ ਹੋਵੇ? ਤਰਨ ਜੀ, ਇਸ ਟਾਈਮ ਤੇ ਟਰੱਕ ਡਰਾਈਵਰਸ ਦਾ PNP ਪ੍ਰੋਗਰਾਮ ਓਨਟਾਰੀਓ ਦਾ ਚੱਲ ਰਿਹਾ ਹੈਗਾ। ਸੋ ਇਸ ਪ੍ਰੋਗਰਾਮ ਦੇ ਵਿੱਚ ਜੇ ਤੁਸੀਂ 9 ਮਹੀਨੇ ਕਿਸੇ EMPLOYER ਦੇ ਕੋਲ ਕੰਮ ਕਰਦੇ ਹੋ, ਭਾਵੇਂ ਐਜ਼ ਅ ਇੰਟਰਨੈਸ਼ਨਲ ਸਟੂਡੈਂਟ ਹੈਗੇ ਹੋ, ਭਾਵੇਂ ਤੁਸੀਂ ਵਰਕ ਪਰਮਿਟ ਤੇ ਇੱਥੇ ਕੰਮ ਕਰ ਰਹੇ ਹੋ, ਤੇ 9 ਮਹੀਨਿਆਂ ਬਾਅਦ ਤੁਸੀਂ ਐਲੀਜੀਬਲ ਹੋ ਸਕਦੇ ਹੋ। ਹੁਣ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਇਹੋ ਜਿਹੇ ਹੈਗੇ ਨੇ ਜਿਨ੍ਹਾਂ ਨੇ ਕਾਰਪੋਰੇਸ਼ਨਸ ਦੇ ਉੱਤੇ ਸੈਲਰੀ ਦੇ ਉੱਤੇ ਨਹੀਂ ਕੰਮ ਕਰ ਰਹੇ, ਕਾਰਪੋਰੇਸ਼ਨਸ ਦੇ ਉੱਤੇ ਕੰਮ ਕਰ ਰਹੇ ਨੇ। ਸੋ ਇੱਕੋ ਚੀਜ਼ ਕਹਿਣਾ ਚਾਹਾਂਗਾ, ਤੁਹਾਡੀ ਐਲੀਜੀਬਿਲਿਟੀ ਵੀ ਹੈਗੀ ਹੈ PR ਦੀ ਐਪਲੀਕੇਸ਼ਨ ਲਗਾਉਣ ਵਾਸਤੇ, ਪ੍ਰੋਵਾਈਡਡ ਤੁਹਾਡਾ EMPLOYER ਰਿਕੁਆਇਰਮੈਂਟਸ ਮੀਟ ਕਰ ਰਿਹਾ। ਹੁਣ EMPLOYER ਦੀ ਰਿਕੁਆਇਰਮੈਂਟਸ ਕੀ ਹੈਗੀਆਂ ਜੀ? ਇਹ ਸਭ ਤੋਂ ਪਹਿਲਾਂ ਤਾਂ ਰਿਕੁਆਇਰਮੈਂਟ ਹੈਗੀ ਹੈ ਹਰ ਪਿਛਲੇ 3 ਸਾਲਾਂ ਦੇ ਵਿੱਚ ਉਹਦਾ ਰੈਵਨਿਊ 1 ਮਿਲੀਅਨ ਦਾ ਜ਼ਰੂਰ ਹੋਵੇ ਹਰ ਸਾਲ ਦੇ ਵਿੱਚ, which is a very very small thing for any logistic trucking company. ਹਰ ਟਰੱਕਿੰਗ ਕੰਪਨੀ, ਹਰ ਲੌਜਿਸਟਿਕ ਕੰਪਨੀ 5 ਮਿਲੀਅਨ, 10 ਮਿਲੀਅਨ, 50 ਮਿਲੀਅਨ, 100 ਮਿਲੀਅਨ ਦੀ ਹੈਗੀ ਹੈ। ਸੋ ਉਹ ਰਿਕੁਆਇਰਮੈਂਟ ਤਾਂ ਇਟ ਇਜ਼ ਅ ਪੀਨਟ। ਸੈਕੰਡ ਜਿਹੜੀ ਰਿਕੁਆਇਰਮੈਂਟ ਹੈਗੀ ਹੈ ਕਿ 5 ਫੁੱਲ ਟਾਈਮ PR ਕੈਨੇਡੀਅਨ ਜੌਬ ਕਰਦੇ ਹੋਣ, ਹਰ 5 PR ਕੈਨੇਡੀਅਨ ਪਿੱਛੇ ਇੱਕ ਫੋਰਨ ਵਰਕਰ ਜਾਂ ਇੱਕ ਇੰਟਰਨੈਸ਼ਨਲ ਸਟੂਡੈਂਟ ਨੂੰ ਉਹ PNP ਅਪਲਾਈ ਕਰ ਸਕਦੇ ਨੇ EMPLOYER। ਸੋ ਇੱਕੋ ਹੀ ਚੀਜ਼ ਕਿ ਜੇ ਤੁਸੀਂ ਐਜ਼ ਏ ਇੰਟਰਨੈਸ਼ਨਲ ਸਟੂਡੈਂਟ ਇੱਥੇ ਕੰਮ ਕਰ ਰਹੇ ਹੋ ਆਪਣੇ ਟਰੱਕਿੰਗ ਦੇ ਵਿੱਚ, ਐਨ EMPLOYER ਤੁਹਾਡਾ ਕੁਆਲੀਫਾਈ ਕਰ ਰਿਹਾ, ਤੇ ਪ੍ਰੋਫੈਸ਼ਨਲ ਐਪਲੀਕੇਸ਼ਨ ਵਾਸਤੇ ਤੁਸੀਂ ICC ਇਮੀਗ੍ਰੇਸ਼ਨ ਤੇ ਯੂ ਕੈਨ ਗੈਟ ਇਨ ਟੱਚ ਵਿਦ ਅਸ, ਵੀ ਕੈਨ ਅਸਿਸਟ ਯੂ ਐਂਡ ਪੁਟਿੰਗ ਅਪ ਦਿਸ ਐਪਲੀਕੇਸ਼ਨ। ਨਾਰਮਲ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਟਰੱਕਿੰਗ ਦਾ ਜਿਹੜਾ PNP ਇਸ਼ੂ ਹੋ ਰਿਹਾ 4 to 6 ਵੀਕਸ ਦੇ ਵਿੱਚ ਇਸ਼ੂ ਹੋ ਰਿਹਾ ਹੈਗਾ, ਇਫ ਇਟ ਇਜ਼ ਡਨ ਰਾਈਟ। ਸੋ ਪ੍ਰੋਫੈਸ਼ਨਲ ਐਡਵਾਈਸ, ਪ੍ਰੋਫੈਸ਼ਨਲ ਸਰਵਿਸਿਜ਼ ਵਾਸਤੇ, ਟਰੱਕਿੰਗ ਦੇ ਵਾਸਤੇ ਜੇ ਤੁਸੀਂ ਕੰਮ ਕਰ ਰਹੇ ਹੋ, ਗੈਟ ਇਨ ਟੱਚ ਵਿਦ ਅਸ। ਈਵਨ ਨੋਵਾ ਸਕੋਸ਼ੀਆ ਦੇ ਵਿੱਚ ਜਿਹੜਾ ਐਪਲੀਕੇਸ਼ਨ ਬੜੀ ਫਾਸਟ ਪ੍ਰੋਸੈਸ ਹੋ ਰਹੀ ਹੈ ਟਰੱਕ ਡਰਾਈਵਰਸ ਵਾਸਤੇ ਅੱਜ ਦੀ ਤਰੀਕ ਦੇ ਵਿੱਚ। ਸੋ ਓਨਟਾਰੀਓ ਦੇ ਵਿੱਚ ਜਿੰਨੇ ਵੀ ਇੰਟਰਨੈਸ਼ਨਲ ਸਟੂਡੈਂਟਸ, ਬਿਕੋਜ਼ ਇਹ ਕੋਟਾ ਹਾਲੇ ਤੱਕ ਡਿਟਰਮਿਨ ਨਹੀਂ ਹੈਗਾ ਕਿ 200 ਐਪਲੀਕੇਸ਼ਨ ਹੈਗੀਆਂ, 500 ਹੈਗੀਆਂ, 1000 ਹੈਗੀਆਂ, 200 ਹੈਗੀਆਂ ਟਰੱਕ ਡਰਾਈਵਰ ਦੇ ਵਿੱਚ। ਅੱਜ ਦੀ ਤਰੀਕ ਦੇ ਵਿੱਚ ਟਰੱਕ ਡਰਾਈਵਿੰਗ ਜਿਹੜਾ ਆਕੂਪੇਸ਼ਨ ਹੈਗਾ, ਦਿਸ ਇਜ਼ ਅ critically acclaimed, critically shortage ਦੇ ਵਿੱਚ ਆਕੂਪੇਸ਼ਨ ਫਾਲ ਕਰ ਰਿਹਾ। ਸੋ ਜੇ ਤੁਸੀਂ ਟਰੱਕ ਡਰਾਈਵਰ ਦੇ ਬੇਸ ਦੇ ਉੱਤੇ ਓਨਟਾਰੀਓ ਦੇ ਵਿੱਚ ਕੰਮ ਕਰ ਰਹੇ ਹੋ, ਦਿਸ ਇਜ਼ ਅ ਵੈਰੀ ਵੈਰੀ ਗੁੱਡ ਟਾਈਮ ਟੂ ਪੁੱਟ ਅਪ ਅ PNP। ਤੁਹਾਡੀ ਐਪਲੀਕੇਸ਼ਨ ਰਾਈਟ ਅਵੇ ਪ੍ਰੋਸੈਸ ਹੋ ਸਕਦੀ ਹੈ। ਈਵਨ LMIA ਦੀ ਐਪਲੀਕੇਸ਼ਨ ਦੇ ਉੱਤੇ ਗੱਲ ਕਰੂੰਗਾ। LMIA ਵੀ ਜਿਹੜੇ ਟਰੱਕ ਡਰਾਈਵਰਸ ਦੇ ਹੈਗੇ ਨੇ ਅੱਜ ਦੀ ਤਰੀਕ ਦੇ ਵਿੱਚ, ਜਾਂ ਜਿਵੇਂ ਨਰਸਿੰਗ ਹੋਮਸ ਦੇ ਵਿੱਚ ਜਾਂ 올ਡ ਏਜ ਹੋਮਸ ਦੇ ਵਿੱਚ ਜਿਹੜੇ ਤੁਸੀਂ ਆਰਟਿਸਟ ਦੀ ਲੋੜ ਹੈ, ਕੇਅਰ ਗਿਵਰਸ ਦੀ ਲੋੜ ਹੈਗੀ, ਉਹ ਐਪਲੀਕੇਸ਼ਨ ਬੜੀਆਂ ਫਾਸਟ ਮੂਵ ਹੋ ਰਹੀਆਂ। ਸੋ ਹੈਲਪ ਲੈਣ ਵਾਸਤੇ ਤੁਸੀਂ ਸਾਡੇ ਤੋਂ ਲੈ ਸਕਦੇ ਹੋ, ਐਂਡ ਵੀ ਕੈਨ ਅਸਿਸਟ ਯੂਰ EMPLOYER ਇਨ ਪੁਟਿੰਗ ਅਪ ਸੱਚ ਐਪਲੀਕੇਸ਼ਨ। ਜੀ ਬਿਲਕੁਲ। ਤੇ ਸਰ ਅਸੀਂ ਇਹਦੇ ਬਾਰੇ ਵੀ ਜਾਣਨਾ ਚਾਹਾਂਗੇ, ਕਿਉਂਕਿ ਕੱਲ ਤੱਕ ਤਾਂ ਜਿਵੇਂ ਅਸੀਂ ਕੈਨੇਡਾ ਦੀ ਵੈਬਸਾਈਟ ਤੇ ਦੇਖਦੇ ਸੀ, ਇਮੀਗ੍ਰੇਸ਼ਨ ਦੀ ਇੱਕ ਵੈਬਸਾਈਟ ਤੇ, ਕਿ ਕੈਨੇਡਾ ਨੇ ਕਹਿ ਦਿੱਤਾ ਸੀ ਕਿ ਉਹ ਹੁਣ ਜਿਹੜੀਆਂ ਟੈਂਪਰੇਰੀ ਵੀਜ਼ਾ ਤੇ ETA ਐਪਲੀਕੇਸ਼ਨਸ ਆਨਲਾਈਨ ਪ੍ਰੋਸੈਸਿੰਗ ਸਟਾਰਟ ਕਰਨ ਜਾ ਰਹੇ ਨੇ। ਪਰ ਅੱਜ ਜੋ ਲੇਟੈਸਟ ਇਨਫੋਰਮੇਸ਼ਨ ਆਈ ਹੈ ਕਿ ਉਹਨਾਂ ਨੇ ਕਹਿ ਦਿੱਤਾ ਕਿ ਉਹ ਕੈਨੇਡਾ ਹੈਜ਼ ਨਾਟ ਰਿਜ਼ਿਊਮਡ ਟੈਂਪਰੇਰੀ ਵੀਜ਼ਾ ਐਂਡ ETA ਐਪਲੀਕੇਸ਼ਨਸ। ਇੱਕਦਮ ਹੀ ਬਿਆਨ ਦੇ ਵਿੱਚ ਤਬਦੀਲੀ ਕਿਉਂ ਆਈ ਸਰ ਇਹ? ਜੀ ਬਿਲਕੁਲ, ਬਿਕੋਜ਼ ਹਾਲੇ ਆਫਿਸਿਸ ਦੇ ਆਰ ਨਾਟ ਪ੍ਰੀਪੇਅਰਡ ਟੂ ਐਕਸੈਪਟ ਸੱਚ ਐਪਲੀਕੇਸ਼ਨਸ, ਨਾ ਆਨਲਾਈਨ ਐਪਲੀਕੇਸ਼ਨ, ਨਾ ਫਿਜ਼ੀਕਲ ਐਪਲੀਕੇਸ਼ਨਸ ਵਾਸਤੇ। ਦੈਟ ਇਜ਼ ਦ ਰੀਜ਼ਨ ਰਿਟਰੈਕਟ ਸਟੇਟਮੈਂਟ ਹੋਈ ਹੈ। ਸੋ ਇਵੈਂਚੁਅਲੀ ਇਨ ਕਮਿੰਗ ਫਿਊ ਵੀਕਸ ਚੇਂਜਸ ਆਉਣਗੀਆਂ, ਐਂਡ ਉਦੋਂ ਟੈਂਪਰੇਰੀ ETA ਐਪਲੀਕੇਸ਼ਨਸ ਐਕਸੈਪਟ ਹੋਣੀਆਂ ਸ਼ੁਰੂ ਹੋਣਗੀਆਂ। ਹਾਲੇ ਐਜ਼ ਆਫ ਟੂਡੇ no applications are getting accepted. ਹਾਂ ਤਰਨ, ਇੱਕ ਚੀਜ਼ ਜ਼ਰੂਰ ਕਹਿਣਾ ਚਾਹਾਂਗਾ, ਜਿਹੜੇ ਅਸੀਂ ਐਗਰੋ ਪਾਇਲਟ ਪ੍ਰੋਜੈਕਟ ਦੀ ਸ਼ੁਰੂ ਗੱਲ ਕੀਤੀ ਸੀ, ਉਹ ਪ੍ਰੋਜੈਕਟ ਬਹੁਤ ਅੱਛਾ ਚੱਲ ਰਿਹਾ ਹੈਗਾ। ਜੇ ਤੁਸੀਂ ਐਪਲੀਕੇਸ਼ਨ 1 ਸਾਲ ਦਾ ਐਕਸਪੀਰੀਅੰਸ ਹੈਗਾ, ਤੁਹਾਡੇ 12ਵੀਂ ਕੀਤੀ ਹੋਈ ਹੈ, ਤੇ ਦਿਸ ਇਜ਼ ਅ ਰਾਈਟ ਟਾਈਮ ਟੂ ਪੁੱਟ ਅਪ ਯੂਰ ਐਪਲੀਕੇਸ਼ਨ। ਐਂਡ ਈਵਨ ਜੇ ਤੁਸੀਂ ਐਗਰੀਕਲਚਰ ਸੈਕਟਰ ਦੇ ਵਿੱਚ ਐਜ਼ ਅ ਬੁਚਰ, ਫਾਰਮ ਵਰਕਰ, ਫਾਰਮ ਲੇਬਰ, ਫਾਰਮ ਸੁਪਰਵਾਈਜ਼ਰ ਕੰਮ ਕਰ ਰਹੇ ਹੋ ਓਨਟਾਰੀਓ ਦੇ ਵਿੱਚ, ਤੇ PNP ਵੀ ਵਰਕ ਕਰ ਰਿਹਾ, ਤੇ ਨਾਲ ਦੀ ਨਾਲ ਐਕਸਪ੍ਰੈਸ ਐਂਟਰੀ ਦਾ ਫੈਡਰਲ ਪ੍ਰੋਗਰਾਮ ਵੀ ਕੰਮ ਕਰ ਰਿਹਾ। ਸੋ ਤੁਸੀਂ ਦੋਨੋਂ ਪ੍ਰੋਗਰਾਮਸ, ਫੈਡਰਲ ਪ੍ਰੋਗਰਾਮ ਐਂਡ PNP ਪ੍ਰੋਗਰਾਮ, ਦੋਨਾਂ ਦਾ ਫਾਇਦਾ ਲੈ ਸਕਦੇ ਹੋ, ਐਂਡ ਟੇਕ ਥੀਸ ਓਪਰਚੁਨਿਟੀਜ਼। ਅੱਜ ਦੀ ਤਰੀਕ ਦੇ ਵਿੱਚ ਕੰਸਟਰਕਸ਼ਨ ਇੰਡਸਟਰੀ, ਫਾਰਮਿੰਗ ਇੰਡਸਟਰੀ, ਟਰੱਕਿੰਗ ਇੰਡਸਟਰੀ, ਐਂਡ ਜਿਹੜੇ 올ਡ ਏਜ ਹੋਮਸ ਦੇ ਵਿੱਚ ਐਪਲੀਕੇਸ਼ਨਸ ਕੇਅਰ ਗਿਵਰਸ ਦੀਆਂ ਹੈਗੀਆਂ, ਉਹ ਪ੍ਰੋਸੈਸ PNP ਦੇ ਅੰਦਰ
4 ਤੋਂ 6 ਹਫ਼ਤਿਆਂ ਦੇ ਵਿੱਚ ਪ੍ਰੋਸੈਸ ਹੋ ਰਹੀਆਂ। ਸੋ ਜੇ ਤੁਹਾਡਾ ਐਮਪਲੋਇਰ ਰਿਕੁਆਇਰਮੈਂਟਸ ਮੀਟ ਕਰ ਰਿਹਾ, ਪੁੱਟ ਅਪ ਦਿਸ ਐਪਲੀਕੇਸ਼ਨ ਰਾਈਟ ਅਵੇ ਐਂਡ ਸੋ ਦੈਟ ਤੁਸੀਂ ਰਾਈਟ ਅਵੇ ਤੁਹਾਡੀ ਪ੍ਰੋਸੈਸ ਪੀਆਰ ਦੇ ਵਿੱਚ ਆ ਜਾਓ। ਜੀ ਸਰ, ਇਸ ਵਕਤ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਕੈਨੇਡੀਅਨ ਐਕਸਪੀਰੀਅੰਸ ਕਲਾਸ ਨੂੰ ਤਰਜੀਹ ਦਿੱਤੀ ਜਾ ਰਹੀ ਹੈ, ਤੇ ਤੁਹਾਨੂੰ ਲੱਗ ਰਿਹਾ, ਕਿਉਂਕਿ ਹਰ ਵਾਰ ਦਾ ਹਰ ਸਾਲ ਦਾ ਕੋਈ ਨਾ ਕੋਈ ਕੋਟਾ ਸਰਕਾਰ ਦਾ ਹੁੰਦਾ ਹੈ, ਤੁਹਾਨੂੰ ਲੱਗਦਾ ਇਸ ਵਾਰੀ ਕੋਈ ਕੋਟਾ ਵਧਾਇਆ ਜਾਂ ਘਟਾਇਆ ਜਾ ਸਕਦਾ ਇਮੀਗ੍ਰੇਸ਼ਨ ਫਾਈਲਿੰਗ ਪ੍ਰੋਸੈਸਿਸ ਨੂੰ ਲੈ ਕੇ ਜਿਹੜੀਆਂ ਇਸ ਵਕਤ ਐਪਲੀਕੇਸ਼ਨਸ ਨੇ? ਕਰਨ ਜੀ, ਇਸ ਸਾਲ ਦਾ ਜਿਹੜਾ ਕੋਟਾ ਹੈਗਾ 3,40,000 ਦਾ ਟੋਟਲ ਕੋਟਾ ਹੈਗਾ। ਹੋਪਫੁਲੀ ਵੀ ਆਰ ਏਬਲ ਟੂ ਰੀਚ ਦੋਸ ਟਾਰਗੇਟਸ, ਬਟ 3 ਮਹੀਨੇ ਖਰਾਬ ਹੋਣ ਕਰਕੇ ਲੱਗਦਾ ਹੈ ਕਿ 3,40,000 ਦਾ ਟਾਰਗੇਟ ਇਸ ਸਾਲ ਦਾ ਅਚੀਵ ਨਹੀਂ ਹੋ ਪਾਏਗਾ। ਸੋ ਸੀਸੀ ਨੂੰ ਬਹੁਤ ਜ਼ਿਆਦਾ ਅਹਿਮੀਅਤ ਦਿੱਤੀ ਜਾ ਰਹੀ ਹੈ, ਬਿਕੋਜ਼ ਇਟ ਇਜ਼ ਅ ਗੁੱਡ ਥਿੰਗ ਐਜ਼ ਵੈਲ। ਜਿਹੜੇ ਸਟੂਡੈਂਟ, ਜਿਹੜੇ ਵਰਕਰਸ ਕੈਨੇਡਾ ਦੇ ਵਿੱਚ ਮੌਜੂਦ ਹੈਗੇ ਨੇ, ਜਿਹੜੇ ਕੰਮ ਕਰ ਚੁੱਕੇ ਨੇ, ਵਰਕ ਕਲਚਰ ਕੈਨੇਡੀਅਨ ਜਾਣਦੇ ਨੇ, ਕੈਨੇਡੀਅਨ ਇਕਨੋਮੀ ਦੇ ਵਿੱਚ ਉਹ ਪਹਿਲੀ ਕੰਟਰੀਬਿਊਟ ਕਰ ਰਹੇ ਨੇ, ਤੇ ਦੇ ਸ਼ੁੱਡ ਗੈਟ ਐਨ ਐਡਵਾਂਟੇਜ। ਸੋ ਉਹ ਐਡਵਾਂਟੇਜ ਉਹ ਸਾਰੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਵਾਲੇ ਐਪਲੀਕੈਂਟਸ ਨੂੰ ਮਿਲ ਰਿਹਾ ਹੈਗਾ। 3,440 ਤੇ ਐਪਲੀਕੇਸ਼ਨ ਲਾਸਟ ਪਿਕ ਹੋਈਆਂ, ਐਂਡ ਅਗਲਾ ਜਿਹੜਾ ਡਰਾ ਅੱਜ ਜਾਂ ਕੱਲ ਦੇ ਵਿੱਚ ਐਕਸਪੈਕਟਡ ਹੈਗਾ ਉਹ 430 ਤੋਂ 435 ਦੇ ਵਿੱਚ ਐਕਸਪੈਕਟਡ ਹੈਗਾ। ਸੋ ਇੱਕੋ ਹੀ ਚੀਜ਼, ਪੁੱਟ ਅਪ ਐਨ ਐਪਲੀਕੇਸ਼ਨ। ਜੇ ਤੁਸੀਂ ਤੁਹਾਡੀਆਂ ਆਈਲੈਟਸ ਕੀਤਾ ਹੋਇਆ ਤੇ ਡੂ ਨਾਟ ਵੇਟ, ਪੁੱਟ ਅਪ ਅ ਪ੍ਰੋਫੈਸ਼ਨਲ ਪ੍ਰੋਫਾਈਲ, ਕ੍ਰੀਏਟ ਅ ਪ੍ਰੋਫੈਸ਼ਨਲ ਪ੍ਰੋਫਾਈਲ, ਐਂਡ ਜੇ ਇਨਵੀਟੇਸ਼ਨ ਆ ਗਿਆ ਤੇ ਪ੍ਰੋਫੈਸ਼ਨਲ ਅੱਗੇ ਐਡਵਾਈਸ ਲੈਣ ਅਗਲੀ ਐਪਲੀਕੇਸ਼ਨ ਕਰਨ ਵਾਸਤੇ ਤੁਸੀਂ ICC ਤੇ you can get in touch with us and we can assist you with such application। ਕਰਨ, ਇੱਕ ਚੀਜ਼ ਇੱਥੇ ਜ਼ਰੂਰ ਹਾਈਲਾਈਟ ਕਰਨਾ ਚਾਹਾਂਗਾ, ਖਾਸ ਕਰ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਓਨਟਾਰੀਓ ਦੇ ਵਿੱਚ ਬੈਠੇ ਹੋਏ ਸੀਗੇ, ਵੇਟ ਕਰਦੇ ਪਏ ਸੀਗੇ ਕਿ PNP ਖੁੱਲੇਗੀ। PNP ਦਾ ਕੋਟਾ ਪਿਛਲੇ ਸਾਲ ਦਾ 1450 ਐਪਲੀਕੇਸ਼ਨ ਦਾ ਸੀਗਾ, ਜਿਹੜੇ ਇੰਟਰਨੈਸ਼ਨਲ ਸਟੂਡੈਂਟ ਸਟਰੀਮ ਦੇ ਵਿੱਚ, EMPLOYER ਡਰਿਵਨ ਸਟਰੀਮ ਦੇ ਵਿੱਚ। ਇਸ ਸਾਲ ਹਾਲੇ ਤੱਕ 1000 ਪਲੱਸ 1250 ਐਪਲੀਕੇਸ਼ਨ ਐਕਸੈਪਟ ਟੋਟਲ ਹੋ ਚੁੱਕੀਆਂ, ਤੇ 500 1000 ਹੋਰ ਹੋ ਜਾਣਗੀਆਂ। ਸੋ 500,000 ਜੌਬਸ ਪੋਜੀਸ਼ਨਸ ਵਾਸਤੇ ਤਕਰੀਬਨ 80,000 ਸਟੂਡੈਂਟ ਇਸ ਟਾਈਮ ਓਨਟਾਰੀਓ ਦੇ ਵਿੱਚ ਵੇਟ ਕਰ ਰਿਹਾ। ਇੱਕੋ ਚੀਜ਼ ਕਹਿਣਾ ਚਾਹਾਂਗਾ, ਮੂਵ ਟੂ ਅਦਰ ਪ੍ਰੋਵਿੰਸਸ ਜਿਹੜੇ ਤੇ ਤੁਹਾਡੀ ਐਪਲੀਕੇਸ਼ਨ ਪ੍ਰੋਸੈਸ ਹੋ ਸਕੇ। ਜਿੱਥੇ ਜੇ ਤੁਹਾਡਾ ਟਾਈਮ 1 ਸਾਲ ਸਵਾ ਸਾਲ ਰਹਿ ਗਿਆ ਓਨਟਾਰੀਓ ਦੇ ਉੱਤੇ, ਡੂ ਨਾਟ ਵੇਸਟ ਐਂਡ ਡੂ ਨਾਟ ਬੈਂਕ ਔਨ ਓਨਟਾਰੀਓ ਲੋਨ। ਪਲਾਨ ਇਟ ਆਊਟ ਇਨ ਸੱਚ ਅ ਵੇ ਕਿ ਤੁਹਾਡੀ ਐਪਲੀਕੇਸ਼ਨ ਐਕਚੁਅਲ ਦੇ ਵਿੱਚ ਪਿਕ ਹੋ ਸਕੇ। ਐਟਲਾਂਟਿਕ ਦੇ ਵਿੱਚ ਓਪਨ ਹੋਣਾ ਸ਼ੁਰੂ ਹੋ ਗਿਆ, ਜੌਬ ਉੱਥੇ ਬਿਜ਼ਨੈਸਸ ਖੁੱਲਣੇ ਸ਼ੁਰੂ ਹੋ ਗਏ ਨੇ, ਐਂਡ ਵੀ ਆਲਸੋ ਹੈਵ ਅ ਫਿਊ ਓਪਨਿੰਗਸ ਐਟ ਦਿਸ ਮੋਮੈਂਟ। ਆਪਣਾ CV ਸਾਨੂੰ ਫਾਰਵਰਡ ਕਰ ਦਿਓ, ਤੁਹਾਡੀ ਇੰਟਰਵਿਊ ਹੋਏਗੀ। ਜੇ ਥਰੂ ਹੁੰਦੇ ਹੋ, ਗੋ ਐਂਡ ਵਰਕ ਵਿਦ ਦੋਜ਼ EMPLOYERS, ਐਂਡ ਇਹੋ ਜਿਹੀਆਂ ਪੋਜੀਸ਼ਨਸ ਹੈਗੀਆਂ ਜਿਹੜੀਆਂ ਤੁਹਾਨੂੰ 1 ਸਾਲ ਤੋਂ ਜੌਬ ਕਰਨ ਤੋਂ ਬਾਅਦ ਤੁਸੀਂ PNP ਵਾਸਤੇ ਐਲੀਜੀਬਲ ਹੋ ਜਾਓਗੇ। ਸੋ ਪ੍ਰੋਫੈਸ਼ਨਲ ਐਡਵਾਈਸ, ਪ੍ਰੋਫੈਸ਼ਨਲ ਸਰਵਿਸਿਜ਼ ਵਾਸਤੇ ICC ਤੇ ਕੰਟੈਕਟ ਕਰੋ। ਨੰਬਰ ਟੂ ਰੀਚ ਅਸ ਇਜ਼ 9054612424। ਸਰ, ਕਿਹੜੀਆਂ ਇਮੀਗ੍ਰੇਸ਼ਨ ਦੀਆਂ ਤੁਸੀਂ ਸਰਵਿਸਿਜ਼ ਪ੍ਰੋਵਾਈਡ ਕਰਵਾ ਦਿੰਦੇ ਹੋ? ਕਿਉਂਕਿ ਜਿਹੜੇ ਦਰਸ਼ਕ ਇਸ ਵਕਤ ਦੇਖ ਰਹੇ ਨੇ, ਪ੍ਰੋਗਰਾਮ ਵੀ ਇਸ ਵਕਤ ਸਮਾਪਤੀ ਵੱਲ ਨੂੰ ਹੋ ਰਿਹਾ। ਕਿਹੜੀਆਂ ਸਰਵਿਸਿਜ਼ ਤੁਸੀਂ ਪ੍ਰੋਵਾਈਡ ਕਰਵਾਉਂਦੇ ਹੋ, ਤੇ ਕੀ ਸਿਰਫ ਓਨਟਾਰੀਓ ਵਿੱਚ ਹੀ ਜਾਂ ਅਕ੍ਰੋਸ ਕੈਨੇਡਾ ਤੁਸੀਂ ਪ੍ਰੋਵਾਈਡ ਕਰਵਾਉਂਦੇ ਹੋ? ਕਰਨ ਜੀ, ਅਸੀਂ ਅਕ੍ਰੋਸ ਕੈਨੇਡਾ, ਅਕ੍ਰੋਸ ਦਾ ਵਰਲਡ ਅਸੀਂ ਐਪਲੀਕੈਂਟ ਸਾਨੂੰ ਕੰਟੈਕਟ ਕਰਦੇ ਨੇ, ਐਂਡ ਵੀ ਪ੍ਰੋਸੈਸ ਆਲ ਇਮੀਗ੍ਰੇਸ਼ਨ ਕੈਟੇਗਰੀਜ਼। ਚਾਹੇ ਅਸੀਂ ਸਪਾਊਸਲ ਦੀ ਗੱਲ ਕਰ ਲਈਏ, ਐਕਸਪ੍ਰੈਸ ਐਂਟਰੀ ਦੀ ਗੱਲ ਕਰ ਲਈਏ, PNPs ਦੀ ਗੱਲ ਕਰ ਲਈਏ, LMI ਐਪਲੀਕੇਸ਼ਨਸ ਦੀ ਗੱਲ ਕਰ ਲਈਏ, ਅਸੀਂ ਵਰਕ ਪਰਮਿਟ ਦੀ ਐਪਲੀਕੇਸ਼ਨ ਦੀ ਗੱਲ ਕਰ ਲਈਏ, ਸਟੱਡੀ ਪਰਮਿਟ ਦੀ ਐਪਲੀਕੇਸ਼ਨ, ਰਿਫਿਊਜੀ ਐਪਲੀਕੇਸ਼ਨ, help in processing all such applications। And ਇੱਕੋ ਚੀਜ਼, PNP application ਦੇ ਵਿੱਚ we have been very successful even with entrepreneur category applications, intra company transferee applications, ICC immigration ਤੇ RD, ਰਿਪੂ ਦਮਨ ਸਿੰਘ ਢਿੱਲੋਂ ਤੇ ਮਨੂ ਦੱਤਾ, ਮੇਰੇ ਤੋਂ ਇਲਾਵਾ ਹੋਰ ਵੀ ਰੈਗੂਲੇਟਡ ਕੰਸਲਟੈਂਟਸ ਹੈਗੇ ਨੇ, ਐਂਡ ਜਿੰਨਾ ਵੀ ਪ੍ਰੋਸੈਸਿੰਗ ਸਟਾਫ ਆ, they are all thorough professional, ਜਿਨ੍ਹਾਂ ਨਾਲ ਸਾਡੇ ਨਾਲ ਕੰਮ ਕਰਦੇ ਹੋਏ 10 12 ਸਾਲ ਹੋ ਗਏ ਨੇ, ਜਾਂ ਫਿਰ ਜਿਹੜੇ ਲਾਅ ਸੁਸਾਇਟੀ ਜਾਂ ਇਮੀਗ੍ਰੇਸ਼ਨ ਦੇ ਡਿਪਲੋਮਾਸ ਕਰਕੇ ਸਾਡੇ ਆਫਿਸ ਦੇ ਹੈਗੇ ਨੇ। So information, professional advice, professional service and straightforward information ਵਾਸਤੇ always contact ICC immigration। ਨੰਬਰ ਹੈਗਾ ਜੀ 9054612424। and ਖਾਸ ਕਰ international students, plan your future well, do not wait till the last moment। and ਇਸ ਤਰ੍ਹਾਂ ਨਾ ਹੋਵੇ ਕਿ ਸਾਰੇ ਕੀਤੀ ਕਰਾਈ ਮਿਹਨਤ, ਸਾਰੇ ਕੀਤੇ ਕਰਾਏ ਪੈਸੇ ਤੁਹਾਡੇ ਜ਼ੀਰੋ ਹੋ ਜਾਣ because of a simple mistake। so calculate and plan your future in a very organized manner। ਬਿਲਕੁਲ ਜੀ, ਥੈਂਕ ਯੂ ਸੋ ਮਚ ਸਰ, ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਤੇ ਸਾਡੇ ਸਵਾਲਾਂ ਦੇ, ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਤੇ ਨਾਲ ਜਾਣਕਾਰੀ ਵੀ ਦਿੱਤੀ। ਥੈਂਕ ਯੂ ਸੋ ਮਚ। ਥੈਂਕ ਯੂ ਜੀ। ਥੈਂਕ ਯੂ ਜੀ। ਤੇ ਇਸ ਸੰਚੀ ਮਨੂ ਦੱਤਾ ਦੱਸਦੀ ਹੈ ਕਿ ICC ਇਮੀਗ੍ਰੇਸ਼ਨ ਨੂੰ 10 ਸਾਲ ਤੋਂ ਵੱਧ ਦਾ ਤਜਰਬਾ ਹੈ ਜੀ ਇਮੀਗ੍ਰੇਸ਼ਨ ਦੇ ਮੈਟਰਸ ਦੇ ਵਿੱਚ। ਸੋ ਜੇਕਰ ਤੁਸੀਂ ਮਨੂ ਦੱਤਾ ਜੀ ਨੂੰ ਸੰਪਰਕ ਸਾਧਣਾ ਚਾਹੁੰਦੇ ਹੋ, ਉਹਨਾਂ ਦੇ ਨਾਮ ਦੇ ਨੀਚੇ ਨੰਬਰ ਲਿਖਿਆ ਹੋਇਆ ਸੀ, ਕਿਸੇ ਵੀ ਟਾਈਮ ਤੁਸੀਂ ਕਾਲ ਕਰ ਸਕਦੇ ਹੋ। ਸੋ ਫਿਲਹਾਲ ਪ੍ਰੋਗਰਾਮ ਵਿੱਚ ਦਿਓ ਇਜਾਜ਼ਤ, ਫਿਰ ਹੋਵੇਗੀ ਮੁਲਾਕਾਤ ਸ਼ਾਮ ਨੂੰ 6 ਤੋਂ ਲੈ ਕੇ 7 ਵਜੇ ਤੱਕ ਪ੍ਰੋਗਰਾਮ ਨਿਊਜ਼ ਐਂਡ ਵਿਊਜ਼ ਦੇ ਵਿੱਚ, ਜਿਹਦੇ ਵਿੱਚ ਦੇਵਾਂਗੇ ਲੇਟੈਸਟ ਜਾਣਕਾਰੀ, ਲੇਟੈਸਟ ਖਬਰਾਂ ਦੇ ਉੱਤੇ ਕਰਾਂਗੇ ਡਿਸਕਸ਼ਨ। ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।